ਅੱਜ ਮੈਂ ਉਹਨਾਂ ਦੇ ਹੱਕ ਲਈ ਤਾਂ ਲੜ ਰਹੀ ਹਾਂ ਕਿ ਲੋਕ ਗਾਇਕ ਨੂੰ ਮਾਰਿਆ ਕਿਉਂ ਜਦ ਤੁਸੀਂ ਸਾਰੀਆਂ ਚੀਜ਼ਾਂ ਹੜੱਪ ਕਰ ਚੁੱਕੇ ਸੀ। ਮਾਰਨ ਦਾ ਮਤਲਬ ਨਹੀਂ ਸੀ ਬਣਦਾ। ਕੰਪਲੇਂਟਾਂ ਇਹ ਪਾਈਆਂ ਕਿ ਧਮਕੀਆਂ ਦਿੰਦਾ, ਮੇਰੇ ਤੇ ਝੂਠੀ ਕੰਪਲੇਂਟ ਪਾਈ ਕਿ ਮੈਂ YouTube ਤੇ ਕਮੈਂਟ ਕੀਤਾ। ਜਿਹੜਾ ਕਮੈਂਟ ਮੈਂ ਕੀਤਾ ਅੱਜ ਮੈਂ ਲਾਈਵ ਬੋਲ ਰਹੀ ਹਾਂ ਕਿ ਤੁਸੀਂ ਮਰਡਰ ਕੀਤਾ। ਦੱਸੋ ਤੁਸੀਂ ਮੈਨੂੰ ਚੁੱਪ ਕਰਾ ਸਕਦੇ ਹੋ? ਅੱਜ ਤੋਂ 2 ਸਾਲ ਬਾਅਦ ਵੀ ਮੇਰੀ ਇੰਟਰਵਿਊ ਹੋਊਗੀ ਨਾ, 5 ਸਾਲ ਬਾਅਦ ਵੀ ਹੋਊਗੀ ਨਾ, ਤਾਂ ਵੀ ਮੇਰੇ ਮੂੰਹ 'ਚ ਇਹੀ ਗੱਲ ਰਹੂਗੀ, ਨਵਜੋਤ ਰਾਣੀ ਨੇ ਇੱਕ ਮੁਲਾਜ਼ਮ ਤੇ ਆਪਣੇ ਘਰਦਿਆਂ ਨਾਲ ਮਿਲ ਕੇ ਮੇਰੇ ਫਾਦਰ ਦਾ ਕਤਲ ਕੀਤਾ। ਅੰਦਰ ਜੇ ਜਿਉਂਦਾ ਲੈ ਕੇ ਬਿਆਨ ਦੇਊਗਾ, ਆਪਾਂ ਅੰਦਰ ਪਾ ਲਿਆ ਜਾ ਕੇ, ਫੋਟੋ ਖਿੱਚੀ, ਕਰਤਾਰ ਰਮਲਾ ਮਰਿਆ ਹਰ ਟੈਕ ਦੇ ਨਾਲ। ਇਹ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਕੋਲ ਇੰਨੇ ਹੱਕ ਹਕੂਕ ਕਿੱਥੋਂ ਆਏ? ਤੁਸੀਂ ਉਹਨਾਂ ਦੀ ਧੀ ਲੱਗਦੇ ਹੋ ਤਾਂ ਮੈਨੂੰ ਧੀ ਦਾ ਪ੍ਰੂਫ ਦਿਖਾ ਦਿਓ, ਪਤਨੀ ਲੱਗਦੇ ਹੋ ਤਾਂ ਪਤਨੀ ਦਾ ਦਿਖਾ ਦਿਓ। ਸੰਬੰਧ ਕੀ ਹੈ ਤੁਹਾਡਾ ਮੇਰੇ ਫਾਦਰ ਨਾਲ? ਘਰੇ ਇਹਨਾਂ ਦਾ ਬੇਟਾ ਕਾਰਾਂ 'ਚ ਘੁੰਮ ਸਕਦਾ, ਇਹਨਾਂ ਦਾ ਬੇਟਾ ਕਾਰਾਂ ਚਲਾ ਲੈਂਦਾ, ਤੇ ਇਹਨਾਂ ਨੇ ਐਂਬੂਲੈਂਸ ਦੀ ਵੇਟ ਕਿਉਂ ਕੀਤੀ? ਮੇਰੇ ਫਾਦਰ ਦੀ ਡੈਥ ਦੀ ਵੇਟ ਕਰ ਰਹੇ ਸੀ ਕਿ ਇਹ ਮਰੂਗਾ, ਮੈਂ ਐਂਬੂਲੈਂਸ 'ਚ ਲੈ ਕੇ ਜਾਊਂਗੀ, ਲੀਗਲ ਪ੍ਰੂਫ ਬਣਾਉਂਗੀ ਜੀ, ਹਸਪੀਟਲ ਦੀ ਗੱਡੀ ਆਈ ਸੀ ਜੀ। ਇਹਨਾਂ ਨੇ ਖੁਦ ਮਰਡਰ ਨੂੰ ਡੈਥ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਤਾਈਓ ਬਾਰ-ਬਾਰ ਕਹਿ ਰਹੇ ਹਾਂ, ਉਹਨੂੰ ਇੰਨਾ ਗਾਇਕੀ ਦਾ ਨਸ਼ਾ ਸੀ, ਇੰਨਾ ਜਨੂਨ ਸੀ ਉਸ ਇਨਸਾਨ ਨੂੰ, ਉਹ ਬੰਦੇ ਨੇ ਖੁਦ ਇੰਜੋਏ ਕੀਤਾ ਨੇ ਉਹਨਾਂ ਪੈਸਿਆਂ ਨਾਲ, ਤੇ ਉਹਦਾ ਪੈਸਾ ਪਚਣਾ ਕਿਸੇ ਨੂੰ ਨਹੀਂ। ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੇਰੇ ਫਾਦਰ ਨੇ ਮੇਰੀ ਮਾਂ ਦੀਆਂ ਕਾਂਟੇ ਵੇਚ ਕੇ, ਪਲੱਸ ਉਹ ਆਪਣੀ ਸਿਲਾਈ ਮਸ਼ੀਨ ਵੇਚ ਕੇ, ਪਲੱਸ ਉਹ ਘਰ ਦੇ ਗੱਟੂ ਦੇ ਦਾਣੇ ਤੱਕ ਵੇਚ ਕੇ ਉਸ ਬੰਦੇ ਨੇ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਤੇ ਪਹਿਲੀ ਵਾਰੀ ਤੂੰਬੀ ਖਰੀਦੀ। ਅਸੀਂ ਬਹੁਤ ਵੱਡੀਆਂ ਚੀਜ਼ਾਂ ਨਹੀਂ ਮੰਗਦੇ, ਉਹਦੇ ਹੱਥਾਂ ਨਾਲ ਵਜਾਈ ਤੂੰਬੀ। ਉਸਤਾਦ ਲਾਲਚੰਦ ਜਮਲਾ ਜੀ ਦੇ ਡੇਰੇ ਤੇ ਆਵੇ। ਰਾਣੀ ਜੀ ਗੁੱਸੇ ਨਾਲ ਮੇਰੇ ਨਾਲ ਬੋਲੇ ਸੀਗੇ ਵੀ ਤੈਨੂੰ ਤਾਂ ਤੂੰਬੀ ਜਮਾ ਨਹੀਂ ਦੇਣੀ, ਬੜਾ ਘਰੋੜ ਕੇ ਉਹਨਾਂ ਨੇ ਬੜਾ ਗੁੱਸੇ ਨਾਲ ਕਿਹਾ। ਹੁਣ ਜਿਹੜਾ ਪੈਸਾ ਮਾਲ ਹੜੱਪ ਕਰ ਲਿਆ ਉਹਦੇ ਵਾਰਿਸ ਉਹ ਬਣੇ ਫਿਰਦੇ ਨਕਲੀ ਵਾਰਿਸ। ਮੈਂ ਇਹਨਾਂ ਨੂੰ ਨਕਲੀ ਵਾਰਿਸ ਵੀ ਨਹੀਂ ਕਹੂੰਗੀ। ਇਹ ਹੜੱਪਿਆ ਗਿਆ, ਇਹ ਅਮਾਨਤ 'ਚ ਖਿਆਨਤ ਕੀਤੀ ਗਈ ਹੈ, ਇਹ ਵਾਰਿਸ ਤਾਂ ਬਣ ਹੀ ਨਹੀਂ ਸਕਦੀ। ਮੈਨੂੰ ਕੀ ਪ੍ਰੂਫ ਕਰ ਸਕਦੇ? ਮੇਰੇ ਤਾਂ ਆਧਾਰ ਕਾਰਡ ਤੇ ਕਰਤਾਰ ਰਮਲਾ। ਐਡਾ ਸਟਾਰ ਜਿਹਦੇ ਘਰੇ 4 ਗੱਡੀਆਂ ਖੜੀਆਂ, ਸਿਰਫ ਐਂਬੂਲੈਂਸ ਦੀ ਵੇਟ ਕਰਦੇ ਰਹਿ ਗਏ। ਐਂਬੂਲੈਂਸ ਦੀ ਤੋੜ ਪੈ ਗਈ, ਉਹਨਾਂ ਲਈ ਤਾਂ 36 ਗੱਡੀਆਂ ਹਾਜ਼ਰ ਸੀ। ਮੇਰੇ ਫਾਦਰ ਸਾਹਿਬ ਦੀ ਕਾਰ ਦੀ ਹਵਾ ਕੱਢ ਦਿੰਦੇ ਸੀ ਜਦੋਂ ਮੇਰੇ ਫਾਦਰ ਸਾਹਿਬ ਉੱਥੋਂ ਭੱਜਣਾ ਚਾਹੁੰਦੇ ਸੀ। ਮੇਰੇ ਫਾਦਰ ਨੂੰ ਮੈਨੂਪਲੇਟ ਕੀਤਾ ਜਾਂਦਾ ਸੀ, ਡਰਾਇਆ ਜਾਂਦਾ ਸੀ, ਧਮਕਾਇਆ ਜਾਂਦਾ ਸੀ। ਪੰਜਾਬ ਦੇ ਮਸ਼ਹੂਰ ਕਲਾਕਾਰ ਕਰਤਾਰ ਰਮਲਾ ਜੀ ਦੀ ਮਾਰਚ ਦੇ ਵਿੱਚ ਡੈਥ ਹੋਈ ਸੀ, ਤੇ ਡੈਥ ਤੋਂ ਬਾਅਦ ਉਹਨਾਂ ਦੀ ਬੇਟੀ ਮੈਂਡੀ ਜੀ ਨੇ ਕਾਫੀ ਖੁਲਾਸੇ ਕੀਤੇ ਨੇ, ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਹੈ ਕਰਤਾਰ ਰਮਲਾ ਜੀ ਦੀ ਮੌਤ ਦਾ ਕਾਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਓਪਨ ਪੰਜਾਬੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਤੇ ਮੈਨੂੰ ਉਮੀਦ ਹੈ ਮੀਡੀਆ ਦੇ ਜ਼ਰੀਏ ਮੇਰੇ ਫਾਦਰ ਨੂੰ ਇਨਸਾਫ ਮਿਲੇਗਾ। ਮੇਰੇ ਫਾਦਰ ਦੀ ਡੈਥ ਪਹਿਲੀ ਗੱਲ ਤਾਂ ਸਾਡੇ ਲਈ ਬਹੁਤ ਵੱਡਾ ਅਚੰਭਾ ਤੇ ਬਹੁਤ ਵੱਡਾ ਧੱਕਾ ਹੈ। ਸਾਨੂੰ ਕਦੇ ਵੀ ਇਹ ਗੱਲ ਦਾ ਯਕੀਨ ਨਹੀਂ ਆਊਗਾ। ਲੋਕਾਂ ਲਈ ਹੋ ਸਕਦਾ ਡੈਥ ਹੈ, ਮੇਰੇ ਲਈ ਮੇਰੇ ਫਾਦਰ ਅਮਰ ਕਰਤਾਰ ਰਮਲਾ ਜੀ ਰਹਿਣਗੇ। ਮੇਰੇ ਫਾਦਰ ਮੇਰੇ ਦਿਲ 'ਚ ਵਸਦੇ ਆ। ਮੇਰੇ ਫਾਦਰ ਨਾ ਕਦੇ ਮੇਰੇ ਤੋਂ ਦੂਰ ਸੀ, ਨਾ ਕਦੇ ਹੋਣਗੇ। ਮੈਂ ਆਪਣੇ ਫਾਦਰ ਨਾਲ ਭਾਵੁਕਤਾ ਬਹੁਤ ਪਿਆਰ ਜਿਹਨੂੰ ਕਹਿੰਦੇ ਨੇ, ਮੈਂ ਉਹਨਾਂ ਦੀ ਲਾਡਲੀ ਧੀ ਹਾਂ। ਮੇਰੇ ਫਾਦਰ ਦੀ ਡੈਥ ਦਾ ਸਾਨੂੰ ਇੰਟਰਨੈਟ ਤੋਂ ਪਤਾ ਲੱਗਦਾ। ਅਸੀਂ ਇੱਕ ਟਾਈਮ ਦੇ ਲਈ ਟਰੋਲ ਕਰਦੇ ਕਰਦੇ ਹੀ ਸੋਚਿਆ ਕਿ ਸ਼ਾਇਦ ਇਹ ਇੱਕ ਫੇਕ ਨਿਊਜ਼ ਹੈ, ਕਿਉਂਕਿ ਜਿੱਥੇ ਮੇਰੇ ਫਾਦਰ ਰਹਿ ਰਹੇ ਸੀ ਨਾ, ਉਹਨਾਂ ਨੇ ਅਪਡੇਟ ਕਰਨਾ ਵੀ ਸਹੀ ਨਹੀਂ ਸਮਝਿਆ, ਸਾਨੂੰ ਦੱਸਣਾ ਵੀ ਸਹੀ ਨਹੀਂ ਸਮਝਿਆ ਕਿ ਬੱਚਿਆਂ ਦਾ ਬਾਪ ਹੋਵੇ ਤੇ ਉਹਨਾਂ ਨੂੰ ਲਾਹਨਤ ਵਾਲੀ ਗੱਲ ਹੈ ਕਿ ਉਹਨਾਂ ਨੂੰ ਖਬਰ ਦੇਣ ਵਾਲੇ ਨੇ ਖਬਰ ਨਹੀਂ ਦਿੱਤੀ। ਉਹਨਾਂ ਨੂੰ ਇੰਟਰਨੈਟ ਤੋਂ ਪਤਾ ਚੱਲ ਰਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਇਸ ਦੁਨੀਆ 'ਚ ਨਹੀਂ ਰਹੇ। ਉਹ ਕੋਈ ਆਮ ਇਨਸਾਨ ਨਹੀਂ ਸੀ, ਉਹ ਲੋਕ ਗਾਇਕ ਸਨ, ਉਹ ਲੋਕ ਗਾਇਕ ਹੈ। ਇਸ ਕਰਕੇ ਇਹ ਖਬਰ ਗੁੱਝੀ ਨਹੀਂ ਸੀ। ਸਾਨੂੰ ਇੰਟਰਨੈਟ ਤੋਂ ਪਤਾ ਲੱਗੀ ਤਾਂ ਅਸੀਂ ਇੰਨੇ ਹੈਰਾਨ ਹੋ ਗਏ, ਅਸੀਂ ਪਰੇਸ਼ਾਨ ਹੋ ਗਏ। ਸਾਨੂੰ ਇੱਕ ਵਾਰ ਤਾਂ ਪਹਿਲੀ ਗੱਲ ਯਕੀਨ ਨਹੀਂ ਆਇਆ, ਮੈਨੂੰ ਅੱਜ ਵੀ ਯਕੀਨ ਨਹੀਂ ਆਉਂਦਾ, ਕਿਉਂਕਿ ਮੇਰੇ ਫਾਦਰ ਡੈਥ ਤੋਂ ਪਹਿਲਾਂ 15 ਮਾਰਚ ਨੂੰ ਬਹੁਤ ਅੱਛੀ ਤਰ੍ਹਾਂ ਇੱਕ ਅਖਾੜਾ ਲਾ ਕੇ ਆਏ। ਉਹ ਵੀਡੀਓ ਵੀ ਇੰਟਰਨੈਟ 'ਤੇ ਮੌਜੂਦ ਹੈ। ਅੱਛਾ ਮੈਂਡੀ ਜੀ, ਸਭ ਤੋਂ ਪਹਿਲਾਂ ਪੰਜਾਬ ਦੇ ਕਾਫੀ ਸਰੋਤੇ ਇੱਦਾਂ ਦੇ ਵੀ ਹੋਣੇ ਜਾਂ ਬਾਹਰਲੀ ਸੰਗਤ ਇੱਦਾਂ ਦੀ ਹੋਏਗੀ ਜਿਨ੍ਹਾਂ ਨੂੰ ਪ੍ਰੋਪਰ ਤੌਰ 'ਤੇ ਇਸ ਸਟੋਰੀ ਦਾ ਨਹੀਂ ਪਤਾ। ਸਭ ਤੋਂ ਪਹਿਲਾਂ ਤੁਸੀਂ ਇਹ ਸਟੇਟਸ ਦੱਸਣਾ ਕਿ ਕਰਤਾਰ ਰਮਲਾ ਜੀ ਗਾਇਕੀ ਗਾਉਂਦੇ ਸੀ ਔਰ ਰਹਿ ਕਿੱਥੇ ਰਹੇ ਸੀ ਔਰ ਕਿਹਨਾਂ ਨਾਲ ਰਹਿ ਰਹੇ ਸੀਗੇ। ਸਭ ਤੋਂ ਪਹਿਲਾਂ ਜੀ ਮੇਰੇ ਫਾਦਰ, ਸਾਡੇ 3 ਬਲਾਕਸ 'ਚ ਘਰ ਸੀਗੇ। ਪਹਿਲੇ ਬਲਾਕ 'ਚ ਸਾਡਾ ਘਰ ਸੀ, ਦੂਜੇ ਬਲਾਕ 'ਚ ਮੇਰੇ ਫਾਦਰ ਦਾ ਘਰ ਸੀ, ਤੇ ਤੀਜੇ ਬਲਾਕ 'ਚ ਮੇਰੇ ਵੱਡੇ ਮਦਰ ਦਾ ਘਰ ਸੀ। ਠੀਕ ਹੈ ਜੀ, ਇਹ ਲੁਧਿਆਣੇ 'ਚ ਸਾਡਾ ਬਹੁਤ ਪ੍ਰੇਮ ਸੀ ਜੀ। ਪੂਰੇ ਮਹੱਲੇ ਨੂੰ ਤੁਸੀਂ ਜਾ ਕੇ ਪੁੱਛ ਸਕਦੇ ਹੋ, ਅਸੀਂ ਉਸ ਮਹੱਲੇ 'ਚ ਪਲੇ ਵਧੇ ਹਾਂ। ਸਭ ਨੂੰ ਪਤਾ ਕਿ ਮੇਰੇ ਫਾਦਰ ਨਾਲ ਮੇਰਾ ਕਿੰਨਾ ਪਿਆਰ ਤੇ ਲਗਾਵ ਹੈ, ਅੱਜ ਵੀ ਰਹੂਗਾ, ਅੱਜ ਵੀ ਹੈ, ਕਿਉਂਕਿ ਮੇਰੇ ਲਈ ਮੇਰੇ ਫਾਦਰ ਅਮਰ ਨੇ, ਅਮਰ ਰਹਿਣਗੇ। ਘਰ ਬਦਲਣ ਨਾਲ ਨੌਂ ਨਾਲੋਂ ਮਾਸ ਲੱਗ ਨਹੀਂ ਹੁੰਦਾ, ਘਰ ਬਦਲਣ ਨਾਲ ਰਿਸ਼ਤੇ ਨਹੀਂ ਬਦਲਦੇ। ਰੂਹ ਦੇ ਰਿਸ਼ਤੇ, ਪਿਓ ਧੀ ਦਾ ਨਾਪਾਕ ਰਿਸ਼ਤਾ ਹੈ। ਘਰ ਜ਼ਰੂਰ ਅਲੱਗ ਸੀ ਲੇਕਿਨ ਰੂਹ ਇੱਕ ਸੀ, ਪਿਆਰ ਇੱਕ ਸੀ, ਬਾਪ ਤੇ ਬੇਟੀ ਦਾ ਰਿਸ਼ਤਾ ਇੱਕ ਸੀ। ਅਸੀਂ ਕਦੇ ਨਾ ਦੂਰ ਹੋਏ ਨਾ ਕਦੇ ਅਲੱਗ ਹੋਏ। ਮੇਰੇ ਫਾਦਰ ਨਾਲ ਬਹੁਤ ਹੀ ਸਹਿ ਗਾਇਕਾਵਾਂ ਨੇ ਗਾਇਆ। ਸਭ ਤੋਂ ਪਹਿਲਾਂ ਸੁਖਵੰਤ ਸੁੱਖੀ ਜੀ ਨੇ ਗਾਇਆ, ਹਰਨੀਤ ਨੀਤੂ ਜੀ ਨੇ ਗਾਇਆ, ਮਨਜੀਤ ਮਾਨ ਜੀ ਨੇ ਗਾਇਆ, ਤੇਜਵੀਰ ਰਾਜੂ ਜੀ ਨੇ ਗਾਇਆ, ਮੇਰੇ ਮਦਰ ਪਰਮਜੀਤ ਕੌਰ ਸੰਧੂ ਜੀ ਨੇ ਗਾਇਆ, ਫਿਰ ਨਵਜੋਤ ਰਾਣੀ ਜੀ ਨੇ ਗਾਇਆ। ਉਹਨਾਂ ਨੇ ਐਸਾ ਗਾਇਆ ਕਿ ਮੇਰੇ ਫਾਦਰ ਨੂੰ ਮਾਰ ਹੀ ਮੁਕਾਇਆ।
ਠੀਕ ਹੈ ਜੀ। ਤੇ ਲਾਸਟ ਹੁਣ ਨਵਜੋਤ ਰਾਣੀ ਜੀ ਨਾਲ ਕਦੋਂ ਕੁ ਤੋਂ ਕਰਤਾਰ ਰਮਲਾ ਜੀ ਗਾਇਕੀ ਗਾ ਰਹੇ ਸੀ? ਮੇਰੇ ਫਾਦਰ 6-7 ਸਾਲ ਤੋਂ ਉਹਨਾਂ ਨਾਲ ਗਾ ਰਹੇ ਸੀ। 6-7 ਸਾਲ ਤੋਂ ਉਹਨਾਂ ਦੇ ਸਹਿ ਗਾਇਕਾ ਸਨ। ਠੀਕ ਹੈ, ਮੇਰੇ ਫਾਦਰ ਫਰੀਦਕੋਟ ਰਹਿ ਰਹੇ ਸੀ। ਅਸੀਂ ਮਿਊਚੁਅਲ ਅੰਡਰਸਟੈਂਡਿੰਗ ਨਾਲ ਹੀ ਪਾਪਾ ਨੂੰ ਉੱਥੇ ਭੇਜਿਆ ਵੀ ਠੀਕ ਹੈ ਤੁਸੀਂ ਗਾ ਸਕਦੇ ਹੋ। ਐਜ਼ ਏ ਕੰਟਰੈਕਟ ਬੇਸਿਸ ਤੇ ਗਾ ਰਹੇ ਸੀਗੇ? ਮੇਰੇ ਫਾਦਰ ਦਾ ਉਹਨਾਂ ਨਾਲ ਕੰਟਰੈਕਟ ਹੋਇਆ ਹੈ, ਉਹਨਾਂ ਨੂੰ ਕੰਟਰੈਕਟ ਦਿਖਾਉਣਾ ਪਊਗਾ। ਮੇਰੇ ਫਾਦਰ ਨਾਲ ਕੰਟਰੈਕਟ ਦੀ ਤੁਹਾਨੂੰ ਪਤਾ ਤਕਰੀਬਨ ਸਿੰਗਰਸ ਫੀਮੇਲ ਸਿੰਗਰਸ ਦੇ ਨਾਲ ਕੰਟਰੈਕਟ ਕਰਦੇ ਨੇ। ਮੈਂ ਵੀ ਇੱਕ ਕੰਟਰੈਕਟ ਸਿੰਗਰ ਨਾਲ ਗਾਇਆ ਹੈ, ਇੱਕ ਕੰਟਰੈਕਟ 'ਚ ਮੈਂ ਵੀ ਸੀ। ਹੱਦ 3 ਸਾਲ ਤੋਂ 5 ਸਾਲ ਦਾ ਕੰਟਰੈਕਟ ਹੁੰਦਾ ਹੈ। ਉਹਨਾਂ ਨੂੰ ਪੇ ਮਿਲਦੀ ਸੀ। ਉਹ ਕਿਸੇ ਵੀ ਤਰ੍ਹਾਂ ਉਹਨਾਂ ਦੇ ਲੀਗਲ ਵਾਰਿਸ ਨਹੀਂ ਹੈਗੇ। ਠੀਕ ਹੈ ਨਾ, ਉਹ ਸਿਰਫ ਉਹਨਾਂ ਦੀ ਇੱਕ ਸਹਿ ਗਾਇਕਾ ਸੀ। ਉਹਨਾਂ ਨਾਲ ਗਾਉਂਦੇ ਸੀ, ਪੇ ਲੈਂਦੇ ਸੀ, ਮਿਹਨਤਾਂ ਨਾਲ ਲੈਂਦੇ ਸੀ। ਇਸ ਵੇਲੇ ਪਹਿਲਾਂ ਇਹ ਦੱਸੋ ਕਿ ਕਿੱਥੇ ਰਹਿ ਰਹੇ ਸੀਗੇ ਜਦੋਂ ਡੈਥ ਹੋਈ ਰਮਲਾ ਜੀ? ਫਰੀਦਕੋਟ ਰਹਿ ਰਹੇ ਸੀ ਨਵਜੋਤ ਰਾਣੀ ਜੀ ਨਾਲ। ਉਹ 2013 ਚ ਮੇਰੇ ਫਾਦਰ ਨੂੰ ਉੱਥੋਂ ਖੁਦ ਲੈ ਕੇ ਗਏ। ਉਹ ਖੁਦ ਐਡਮਿਟ ਕਰਦੇ ਆ। ਪਹਿਲੀ ਗੱਲ, ਧੀਆਂ ਦਾ ਪਿਓ, 2 ਪਰਿਵਾਰਾਂ ਦਾ ਮਾਲਕ, 2 ਪਰਿਵਾਰਾਂ ਦਾ ਵਾਰਿਸ, ਉਹਨਾਂ ਦਾ ਕੀ ਹੱਕ ਕੀ ਬਣਦਾ ਉਹਨਾਂ ਨੂੰ ਇੱਥੋਂ ਆ ਕੇ ਲਿਜਾਣ ਦਾ? ਉਹਨਾਂ ਦਾ ਫਰਜ਼ ਹੀ ਨਹੀਂ ਬਣਦਾ। ਤੁਸੀਂ ਗਾਉਣਾ ਸੀ ਨਾ, ਤੁਸੀਂ ਫਰੀਦਕੋਟ ਰਹਿੰਦੇ, ਮੇਰੇ ਫਾਦਰ ਲੁਧਿਆਣੇ ਰਹਿ ਰਹੇ ਸੀ, ਤੁਸੀਂ ਗਾਈ ਜਾਂਦੇ। ਜੇ ਗਾਇਕਾ ਤੱਕ ਮਤਲਬ ਸੀ ਤੇ ਜੇ ਬਹੁਤ ਵੱਡੇ ਮਿਹਨਤਾਨੇ ਤੇ ਪੈਸੇ ਕਮਾਉਣ ਦਾ ਉਹ ਤੁਹਾਨੂੰ ਲਾਲਚ ਸੀ, ਇਸ ਲਈ ਤੁਸੀਂ ਮੇਰੇ ਫਾਦਰ ਨੂੰ ਲੈ ਕੇ ਗਏ ਹੋ। ਹੁਣ ਮੈਂ ਤੁਹਾਨੂੰ ਪੁੱਛਦੀ ਹਾਂ, ਸੇਵਾ ਇੱਕ ਅਪੰਗ ਦੀ ਹੁੰਦੀ ਹੈ, ਲੱਤਾਂ ਟੁੱਟੇ ਵਾਲੇ ਦੀ ਹੁੰਦੀ ਹੈ, ਜਾਂ ਬੈੱਡ ਸੋਰ ਵਾਲੇ ਦੀ ਹੁੰਦੀ ਹੈ? ਮੈਨੂੰ ਇਹ ਦੱਸੋ। ਇਹਨਾਂ ਨੇ ਸੇਵਾ ਕੀਤੀ, ਇਹ ਕਹਿੰਦੇ ਮੈਂ ਬਹੁਤ ਸੇਵਾ ਕੀਤੀ। ਮੇਰੇ ਫਾਦਰ ਨੇ ਇਹਨਾਂ ਲਈ ਕੁਝ ਨਹੀਂ ਕੀਤਾ। ਲੱਖ ਰੁਪਏ ਪੇਮੈਂਟ ਲੈਣ ਵਾਲੇ ਬੰਦੇ ਨੇ ਇਹਨਾਂ ਲਈ ਕੁਝ ਨਹੀਂ ਕੀਤਾ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੇਰੇ ਫਾਦਰ ਕੰਗਾਲ ਸੀ? ਮੈਂ ਕਹਿੰਦੀ ਹਾਂ ਕਿ ਲਵਾਰਿਸ ਲਾਸ਼ਾਂ ਨੂੰ ਵੀ ਵਾਰਿਸ ਲੱਭ ਜਾਂਦੇ ਨੇ। ਮੇਰੇ ਫਾਦਰ ਦੇ 2 ਪਰਿਵਾਰ ਸੀ। ਨਵਜੋਤ ਰਾਣੀ ਜੀ ਨੇ ਸਾਨੂੰ ਫੋਨ ਨਹੀਂ ਕੀਤਾ, ਉਹਨਾਂ ਦੀਆਂ ਡਿਟੇਲਾਂ ਚੈੱਕ ਕਰਵਾਈਆਂ ਜਾਣ। ਉਹਨਾਂ ਨੇ ਇੱਕ ਵਾਰ ਵੀ ਫੋਨ ਕਰਕੇ ਸਾਨੂੰ ਦੱਸਣਾ ਨਹੀਂ ਸਹੀ ਸਮਝਿਆ ਕਿ ਤੁਹਾਡੇ ਪਿਤਾ ਜੀ ਦੀ ਕਿਸ ਕਾਰਨ ਡੈਥ ਹੋ ਗਈ ਹੈ। ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਡਿਕਲੇਅਰ ਕਰਤਾ ਉਹਨਾਂ ਨੂੰ ਹਾਰਟ ਅਟੈਕ ਹੈ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਉਹਨਾਂ ਨਾਲ ਇੱਕ ਪੁਲਿਸ ਮੁਲਾਜ਼ਮ ਮਿਲੇ ਹੋਏ ਨੇ, ਇੱਕ ਉਹਨਾਂ ਨੂੰ ਲਾਅ ਦੇ ਅਪਡੇਟਸ ਦਿੰਦਾ ਹੈ, ਉਹਨਾਂ ਨੂੰ ਲਾਅ ਦੀ ਨੌਲੇਜ ਦੇ ਰਿਹਾ। ਉਹ ਆਪ ਨਰਸ ਸੀ। ਹੁਣ ਸਾਨੂੰ ਨਹੀਂ ਪਤਾ ਉਹਨਾਂ ਨੇ ਪੋਇਜ਼ਨ ਦਿੱਤਾ। ਮੇਰੇ ਫਾਦਰ ਨੂੰ ਮਾਰਿਆ ਗਿਆ। ਇਹ ਦੋ ਧਿਰਾਂ ਵੱਲੋਂ ਕਤਲ ਹੋਇਆ ਜੀ। ਪੂਰੀ ਫੈਮਿਲੀ ਵੀ ਉਹਨਾਂ ਦੀ ਇਨਵੋਲਡ ਹੈ। ਮੇਰੇ ਕੋਲ ਇੰਨੇ ਪ੍ਰੂਫ ਪਏ ਨੇ। ਮੈਂ ਸਾਰੇ ਐਵੀਡੈਂਸਿਸ ਦਿਖਾਉਣਾ ਚਾਹੁੰਦੀ ਲੋਕਾਂ ਦੇ ਅੱਗੇ ਸੱਚ ਆਵੇ, ਕਿਉਂਕਿ ਨਵਜੋਤ ਰਾਣੀ ਜੀ ਸੇਵਾ ਕਹਿ ਕੇ ਲੋਕਾਂ ਨੂੰ ਬਲੈਕਮੇਲ ਕਰਕੇ, ਇਮੋਸ਼ਨਲ ਬਲੈਕਮੇਲ ਕਰਕੇ ਡੋਨੇਸ਼ਨਾਂ ਖਾ ਰਹੇ ਨੇ। ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਨਾ ਚਾਹੂੰਗਾ, ਜਦੋਂ ਹਸਪੀਟਲ ਦੇ ਵਿੱਚ ਸੀਰੀਅਸ ਕੰਡੀਸ਼ਨ ਦੇ ਵਿੱਚ ਐਡਮਿਟ ਸੀ, ਤੁਹਾਨੂੰ ਕਿਉਂ ਨਹੀਂ ਬੁਲਾਇਆ ਗਿਆ? ਇਹੀ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ। ਥੈਂਕ ਯੂ, ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ। ਮੈਂ ਇਹੀ ਪੁੱਛਣਾ ਚਾਹੁੰਦੀ ਹਾਂ, ਤੁਹਾਡੇ ਕੋਲ ਇੰਨੇ ਹੱਕ ਹਕੂਕ ਕਿੱਥੋਂ ਆਏ? ਤੁਸੀਂ ਉਹਨਾਂ ਦੀ ਧੀ ਲੱਗਦੇ ਹੋ ਤਾਂ ਮੈਨੂੰ ਧੀ ਦਾ ਪ੍ਰੂਫ ਦਿਖਾ ਦਿਓ, ਪਤਨੀ ਲੱਗਦੇ ਹੋ ਤਾਂ ਪਤਨੀ ਦਾ ਦਿਖਾ ਦਿਓ। ਸੰਬੰਧ ਕੀ ਹੈ ਤੁਹਾਡਾ ਮੇਰੇ ਫਾਦਰ ਨਾਲ? ਇੱਕ ਸੇਵਾਦਾਰ ਦਾ ਇਹੀ ਫਰਜ਼ ਬਣਦਾ ਨਾ ਵੀ ਮੈਂ ਸੇਵਾ ਕੀਤੀ ਤੇ ਮੈਂ ਉਹਨਾਂ ਦੇ ਘਰਦਿਆਂ ਨੂੰ ਬੁਲਾ ਲਾਂ। ਉਹਨਾਂ ਨੇ ਤਾਂ ਸੋਚਿਆ ਕਿ ਇਹ ਪਰਿਵਾਰ ਆਉਣਾ ਹੀ ਨਹੀਂ ਚਾਹੀਦਾ, ਪੋਸਟਮਾਰਟਮ ਕਰਾਊਗਾ ਕਿ ਉਹਨਾਂ ਨੂੰ ਆਪਣਾ ਚੋਰ ਨੂੰ ਆਪਣਾ ਪਾਲਾ ਹੁੰਦਾ। ਤੇ ਹਸਪੀਟਲ ਦੇ ਵਿੱਚ ਕਿੰਨਾ ਕੁ ਟਾਈਮ ਸਪੈਂਡ ਕੀਤਾ ਜੀ ਉਹਨਾਂ ਨੇ? ਮੈਂ ਦਿਖਾ ਦਿੰਦੀ ਹਾਂ ਤੁਹਾਨੂੰ ਜੀ। ਪਹਿਲੀ ਗੱਲ, ਮੇਰੇ ਪਾਪਾ ਚੰਗੇ ਭਲੇ ਸੀ। ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ। ਤੁਸੀਂ ਆਮ ਇਨਸਾਨ ਦਾ ਵੀ ਬਿਊਰਾ ਲੈ ਲਓ, ਮਾੜਾ ਮੋਟਾ ਬਿਮਾਰੀ ਹਰ ਇੱਕ ਦੀ ਬੋਡੀ ਦੇ ਅੰਦਰ ਪਾਈ ਜਾਂਦੀ ਹੈ। ਉਹ ਇਹ ਨਹੀਂ ਤੈਅ ਕਰਦਾ ਉਹ ਨਿੱਕੀ ਬਿਮਾਰੀ ਨਾਲ ਇੰਨੀ ਵੱਡੀ ਬਣਾ ਦਿਓ। ਉਹਨਾਂ ਨੂੰ ਇੱਕ ਮੁਲਾਜ਼ਮ ਦਾ ਦਿਮਾਗ ਦਿੱਤਾ ਗਿਆ ਵੀ ਤੂੰ ਰਮਲਾ ਸਾਹਿਬ ਦੀ ਐਂਟਰੀ ਹਸਪੀਟਲ 'ਚ ਪਵਾ ਲੈ, ਮੀਡੀਆ ਬੁਲਾ ਲੈ, ਹਾਰਟ ਅਟੈਕ ਘੋਸ਼ਿਤ ਕਰ ਦੇ, ਫੈਮਿਲੀ ਵਾਲੇ ਮੂਰਖ ਬਣ ਜਾਣਗੇ, ਉਹਨਾਂ ਨੂੰ ਤੁਸੀਂ ਪਾਗਲ ਬਣਾ ਲਓਗੇ। ਇਹ ਕਹਿ ਕੇ ਜੀ ਹਸਪੀਟਲ 'ਚ ਦਮ ਤੋੜਿਆ। ਜਦ ਕਿ ਮੈਂ ਜ਼ਿਆਦਾ ਡਾਕੂਮੈਂਟ ਦਿਖਾਉਣਾ ਨਹੀਂ ਚਾਹੁੰਦੀ ਕਿਉਂਕਿ ਇਹ ਮੇਰੇ ਪਰਸਨਲ ਨੇ। ਉਹਨਾਂ ਦਾ ਐਡਮਿਸ਼ਨ ਟਾਈਮ 4:26 ਤੇ ਐਗਜ਼ਿਟ ਟਾਈਮ ਡਿਸਚਾਰਜ ਟਾਈਮ 4:45 ਤੇ ਡੈਥ ਉਹਨਾਂ ਦੀ 4 ਵਜੇ ਹੋ ਗਈ ਸੀ। ਉਹਨਾਂ ਦੀ ਡੈੱਡ ਬੋਡੀ ਨੂੰ ਲਿਜਾਇਆ ਗਿਆ। ਤੁਸੀਂ ਸਾਰਾ ਦਿਨ ਵੇਟ ਕੀਤੀ ਕਿ ਉਹ ਬੰਦਾ ਮਰ ਜਾਵੇ, ਉਦੋਂ ਬਾਅਦ ਮੈਂ ਹਸਪੀਟਲ ਲੈ ਕੇ ਜਾਊਂਗੀ, ਕਿਉਂਕਿ ਇਹ ਮਰਡਰ ਹੈ। ਮੈਂ ਅੱਜ 2 ਸਾਲ ਬਾਅਦ 4 ਸਾਲ ਬਾਅਦ ਮੈਂ ਉਹਨਾਂ ਦੀ ਧੀ ਹਾਂ। ਮੇਰੇ ਕੋਲ ਪੂਰੇ ਹੱਕ ਨੇ। ਮੈਂ ਹਰ ਵਾਰ ਇਸੇ ਚੀਜ਼ ਤੇ ਸਟੈਂਡ ਲਊਂਗੀ, ਇਹਨਾਂ ਨੇ ਮੇਰੇ ਫਾਦਰ ਨੂੰ ਮਾਰਿਆ, ਇਟਸ ਦਾ ਮਰਡਰ। ਜੇ ਇਹ ਮਰਡਰ ਨਹੀਂ ਹੈ ਤਾਂ ਮੈਨੂੰ ਪ੍ਰੂਵ ਕਰੋ, ਨਾ ਕਿ ਤੁਸੀਂ ਮੈਨੂੰ ਰੋਕ ਕੇ ਤੇ ਮੈਂ ਸੇਵਾ ਕੀਤੀ। ਤੁਸੀਂ ਇਮੋਸ਼ਨਲ ਬਲੈਕਮੇਲ ਲੋਕਾਂ ਨੂੰ ਨਹੀਂ ਕਰ ਸਕਦੇ, ਮੈਨੂੰ ਤਾਂ ਬਿਲਕੁਲ ਵੀ ਨਹੀਂ ਕਰ ਸਕਦੇ। ਅੱਛਾ ਮੈਂਡੀ ਜੀ, ਮੈਂ ਸਵਾਲ ਤੁਹਾਨੂੰ ਕਰਨਾ ਚਾਹਾਂਗਾ, ਜਦੋਂ ਹਸਪੀਟਲ ਦੇ ਵਿੱਚ ਇਹ ਡਾਕਟਰ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਡੈਥ ਹਸਪੀਟਲ ਦੇ ਵਿੱਚ ਹੋਈ ਹੈ? ਡਾਕਟਰ ਸਾਹਿਬ ਕਹਿੰਦੇ ਜੀ ਇੱਥੇ 19 ਮਿੰਟ ਤੋਂ ਜ਼ਿਆਦਾ ਇਹਨਾਂ ਨੇ ਰੱਖਿਆ ਨਹੀਂ ਜੀ, 20 ਮਿੰਟ ਤਾਂ ਫਾਈਲ ਬਣਾਉਣ ਨੂੰ ਲੱਗਦੇ ਨੇ। ਠੀਕ ਹੈ ਜੀ, ਯਾਨੀ ਕਿ ਜਦ ਤੱਕ ਡਾਕਟਰ ਆਪਣਾ ਟ੍ਰੀਟਮੈਂਟ ਸ਼ੁਰੂ ਕਰਦਾ ਉਹਨਾਂ ਦੀ ਡੈਥ ਹੋ ਚੁੱਕੀ ਸੀ। ਉਹਨਾਂ ਨੂੰ ਮਰਿਆਂ ਨੂੰ ਹੀ ਉੱਥੇ ਲੈ ਕੇ ਗਏ ਨੇ। ਸਭ ਤੋਂ ਵੱਡੀ ਮਿਸਟੇਕ ਇਹਨਾਂ ਨੇ ਕੀ ਕੀਤੀ ਹੈ, ਆਹ ਦੇਖੋ ਜੀ, ਕਰਤਾਰ ਸਿੰਘ। ਇਹਨਾਂ ਨੇ ਮੇਰੇ ਫਾਦਰ ਦਾ ਨਾਮ ਉੱਥੇ ਕਰਤਾਰ ਸਿੰਘ। ਪਹਿਲੀ ਗੱਲ ਤਾਂ ਮੈਂ ਦੱਸ ਦੇਵਾਂ, ਆਂਟੀ ਕੋਲ ਮੇਰੇ ਫਾਦਰ ਦਾ ਅਸਲਾ, ਗੋਲਡ ਪ੍ਰੋਪਰਟੀ ਤੇ ਮੇਰੇ ਫਾਦਰ ਦਾ ਪੈਨ ਕਾਰਡ, ਆਧਾਰ ਕਾਰਡ, ਪਾਸਪੋਰਟ, ਸਾਰਾ ਕੁਝ ਉਹਨਾਂ ਕੋਲੇ ਹੈ, ਜਿਹੜੇ 24 ਘੰਟੇ ਨਾਲ ਰੱਖਦੇ ਨੇ। ਈਵਨ ਕਿ ਮੇਰੇ ਫਾਦਰ ਦਾ ਪ੍ਰੋਫੈਸ਼ਨਲ ਨੰਬਰ 9814079987 ਨੰਬਰ ਵੀ ਉਹਨਾਂ ਕੋਲ ਹੈ, ਜੋ ਕਿ ਇੱਕ ਮੇਰੇ ਪਾਪਾ ਦੀ ਜਿਹੜੀ ਸਾਡੀ ਐਕਚੁਅਲੀ ਗੁੱਜੀ ਵਿਰਾਸਤ ਹੈ, ਸਾਡੀਆਂ ਜਿਹਨੂੰ ਕਹਿੰਦੇ, ਜਿਹਦੇ ਤੇ ਸਾਡੇ ਮੌਲਿਕ ਅਧਿਕਾਰ ਨੇ, ਮੇਰੇ ਫਾਦਰ ਸਾਹਿਬ ਦੀਆਂ ਤੁੰਬੀਆਂ ਉਹਨਾਂ ਕੋਲ ਨੇ। ਉਹਨਾਂ ਨੇ ਕਰਤਾਰ ਸਿੰਘ ਤੇ ਉਹਨਾਂ ਦੇ ਫਾਦਰ ਦਾ ਨਾਮ, ਜੋ ਕਿ ਮੇਰੇ ਦਾਦਾ ਜੀ ਦਾ ਨਾਮ ਪਿਆਰਾ ਸਿੰਘ ਹੈ, ਆ ਦੇਖੋ ਉੱਥੇ ਧਾਰਾ ਸਿੰਘ ਲਿਖਾ ਦਿੱਤਾ। ਉਹ ਪੇਜ ਵੀ ਹੋਊਗਾ ਮੇਰੇ ਕੋਲੇ, ਆ ਇਹਦੇ ਤੇ ਲਿਖਿਆ ਹੋਇਆ
ਕਰਤਾਰ ਸਿੰਘ ਰਮਲਾ ਤਾਰਾ ਸਿੰਘ। ਉੱਥੇ ਤਾਰਾ ਸਿੰਘ ਕਿਉਂ ਲਿਖਾ ਦਿੱਤਾ ਗਿਆ? ਤਾਂ ਕਿ ਅਸੀਂ ਉੱਥੇ ਜਾ ਕੇ ਹਸਪੀਟਲ 'ਚ ਜਦੋਂ ਡਿਟੇਲਸ ਜਾਂ ਕਾਜ਼ ਆਫ ਡੈਥ ਕਢਾਉਣ ਜਾਈਏ, ਅਸੀਂ ਟੱਕਰਾਂ ਮਾਰੀਏ, ਸਾਨੂੰ ਡਿਟੇਲ ਨਾ ਮਿਲ ਸਕੇ। ਜੇ ਤੁਹਾਡੇ ਮਨ 'ਚ ਪਾਲਾ ਨਹੀਂ ਹੈ, ਤੁਹਾਡੇ ਕੋਲੇ ਮੇਰੇ ਫਾਦਰ ਸਾਹਿਬ ਦੀਆਂ ਆਈਡੀਆਂ, ਤੁਸੀਂ ਆਪ ਕਹਿੰਦੇ ਹੋ ਮੈਂ 7 ਸਾਲ ਸੇਵਾ ਕੀਤੀ ਤੇ ਤੁਹਾਨੂੰ ਉਹਨਾਂ ਦੇ ਫਾਦਰ ਦਾ ਨਾਮ ਨਹੀਂ ਸੀ ਪਤਾ, ਤੁਸੀਂ ਉੱਥੇ ਹੇਰ-ਫੇਰ ਕਿਉਂ ਕਰਕੇ ਆਏ ਹੋ? ਅੱਛਾ ਮੈਂਡੀ ਜੀ, ਤੁਸੀਂ ਪੋਸਟਮਾਰਟਮ ਦੀ ਰਿਪੋਰਟ ਕਰਾਉਣ ਲਈ ਉੱਥੇ ਰਿਕੁਐਸਟ ਨਹੀਂ ਕੀਤੀ ਜਦੋਂ ਤੁਹਾਨੂੰ ਡਾਊਟ ਹੋਇਆ? ਅਸੀਂ ਜਦੋਂ ਸੰਸਕਾਰ ਤੇ ਗਏ, ਅਸੀਂ ਰੋਣ ਕਰਲਾਉਣ 'ਚ ਇੰਨੇ ਜ਼ਿਆਦਾ ਅਪਸੈਟ ਹੋ ਗਏ। ਅਸੀਂ ਆਂਟੀ ਨੂੰ ਪੁੱਛਿਆ, ਮੇਰੇ ਮਦਰ ਨੇ, ਕਿ ਰਾਣੀ ਇਹਦੀ ਡੈਥ ਦਾ ਕਾਰਨ ਕੀ ਹੈ? ਕਹਿੰਦੀ ਮੈਂ ਹਸਪਤਾਲ ਲੈ ਗਈ ਸੀ, ਸਾਰੀਆਂ ਡਾਕੂਮੈਂਟ ਡਿਟੇਲਾਂ ਮੇਰੇ ਕੋਲ ਨੇ, ਮੈਂ ਤੁਹਾਨੂੰ ਦਿਖਾ ਦੂੰਗੀ, ਇਹਨੇ ਦੁਬਾਰਾ ਨਹੀਂ ਉੱਠਣਾ। ਉਦੋਂ ਬਾਅਦ ਉਹਨਾਂ ਨੇ ਰੋਣਾ ਸ਼ੁਰੂ ਕਰਤਾ, ਰੋ ਤਾਂ ਸਾਰੇ ਹੀ ਰਹੇ ਸੀ, ਵਰਲਾਪ ਤਾਂ ਅਸੀਂ ਵੀ ਕਰ ਰਹੇ ਸੀ। ਅਸੀਂ ਕਿਹਾ ਵੀ ਚਲੋ ਜੇ ਇਹ ਹਸਪੀਟਲ ਦੇ ਡਾਕੂਮੈਂਟ ਦੀ ਗੱਲ ਕਰਦੇ ਆ ਨਾ, ਤਾਂ ਮੇਰੇ ਪਾਪਾ ਨੂੰ ਫਿਰ ਹਾਰਟ ਅਟੈਕ ਹੀ ਆਇਆ ਹੋਣਾ। ਉਸ ਤੋਂ ਬਾਅਦ ਕੀ ਹੁੰਦਾ, ਮੈਂ 2 ਅਪ੍ਰੈਲ ਨੂੰ ਪਾਪਾ ਦਾ ਇੱਕ ਅਕਾਊਂਟ ਫਰੀਜ਼ ਕਰਾਇਆ ਕਿ ਮੇਰੇ ਫਾਦਰ ਦੇ ਹੁਣ ਪੈਸਿਆਂ ਦਾ ਮਿਸਯੂਜ਼ ਕੀਤਾ ਜਾਊਗਾ। ਮੈਂ ਇੱਕ ਅਕਾਊਂਟ ਕੀ ਫਰੀਜ਼ ਕਰਾਤਾ, ਇਹਨਾਂ ਨੂੰ ਉਸ ਚੀਜ਼ ਦਾ ਗੁੱਸਾ ਚੜ ਗਿਆ। ਉਸ ਤੋਂ ਬਾਅਦ ਆ ਅਕਾਊਂਟ ਫਰੀਜ਼ ਕਰਾਉਣ ਦੀਆਂ ਮੇਲਸ ਕੀਤੀਆਂ ਨੇ, ਮੈਂ ਉਹਨਾਂ ਦੇ ਪ੍ਰਿੰਟ ਕਢਾਏ ਨੇ। ਜਦੋਂ ਮੈਂ ਅਕਾਊਂਟ ਫਰੀਜ਼ ਕਰਾਇਆ, ਇਹਨਾਂ ਨੂੰ ਗੁੱਸਾ ਆਇਆ। ਅਕਾਊਂਟ ਫਰੀਜ਼ ਕਰਾਉਣ ਲਈ ਤੁਸੀਂ ਕਿਹਨਾਂ ਨੂੰ ਮੇਲ ਕੀਤੀ ਸੀ? ਇਹ ਮੈਂ ਮੇਲ ਕੀਤੀ ਹੈ ਜੀ ਨੋਡਲ ਆਫੀਸਰ ਫਰੀਦਕੋਟ ਨੂੰ ਵੀ ਕੀਤੀ ਹੈ, ਬੈਂਕ ਨੂੰ ਕੀਤੀ ਹੈ, ਬੈਂਕ HDFC ਨੂੰ ਵੀ ਕੀਤੀ ਹੈ। ਇਹ ਉਹਨਾਂ ਦਾ ਅਕਾਊਂਟ ਨੰਬਰ ਹੈ। ਠੀਕ ਹੈ ਜੀ। ਮੈਂ ਉਹਨਾਂ ਨੂੰ ਜਦੋਂ ਮੇਲ ਕੀਤੀ, ਇਹਨਾਂ ਨੂੰ ਲੱਗਿਆ ਕਿ ਮੈਂਡੀ ਹੁਣ ਕੋਈ ਨਾ ਕੋਈ ਵੱਡਾ ਐਕਸ਼ਨ ਲੈ ਸਕਦੀ ਹੈ, ਕਿਉਂਕਿ ਉੱਥੇ ਬੈਠੇ ਕੁਝ ਸਾਡੇ ਜਿਹੜੇ ਵੈਲਵਿਸ਼ਰ ਸੀ, ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਸੀਂ ਇਹਦੀ ਗੱਲ ਦਾ ਭਰੋਸਾ ਕਰ ਲਿਆ। ਐਕਚੁਅਲੀ ਇਹ ਉਹਨਾਂ ਦੀ ਸੁਭਾਵਿਕ ਮੌਤ ਨਹੀਂ ਹੈ। ਜਦੋਂ ਸਾਨੂੰ ਇਹ ਕੁਐਸਚਨ ਸਾਨੂੰ ਕਿਸੇ ਨੇ ਕਿਹਾ, ਤੇ ਅਸੀਂ ਜਦੋਂ ਇਸ ਤੇ ਫੋਲੋ ਕਰਨਾ ਸ਼ੁਰੂ ਕੀਤਾ, ਫਿਰ 19 ਤਰੀਕ ਨੂੰ ਲੋਕਡਾਊਨ ਹੋ ਜਾਂਦਾ। ਉਸ ਤੋਂ ਬਾਅਦ ਅਸੀਂ ਜਿਹਨੂੰ ਕਹਿੰਦੇ ਬੰਨੇ ਗਏ, ਅਸੀਂ ਪਰਮਿਸ਼ਨ ਵੀ ਲੈਣ ਗਏ, ਸਾਡੀ ਪਰਮਿਸ਼ਨ ਕੈਂਸਲ ਕੀਤੀ ਗਈ। ਅਸੀਂ ਫੁੱਲਾਂ ਤੇ ਵੀ ਜਾਣਾ ਸੀ, ਇਹਨਾਂ ਨੇ ਫੁੱਲਾਂ ਤੱਕ ਸਾਨੂੰ ਫੋਨ ਨਹੀਂ ਕੀਤਾ। ਮੇਰੇ ਮਦਰ ਨੇ, ਇਹਨਾਂ ਦੀ ਕਾਲ ਡਿਟੇਲ ਚੈੱਕ ਕਰਾਇਓ, ਮੇਰੇ ਮਦਰ ਨੇ ਫੋਨ ਕਰਕੇ ਪੁੱਛਿਆ, ਰਾਣੀ ਅਸੀਂ ਫੁੱਲਾਂ ਤੇ ਆ ਜਾਈਏ? ਕਹਿੰਦੀ ਇੱਥੇ ਪਰਮਿਸ਼ਨ ਨਹੀਂ ਹੈਗੀ, ਤੁਸੀਂ ਆਉਣਾ ਤਾਂ ਆ ਜਾਓ, ਪਰ ਇੱਥੇ ਪਰਮਿਸ਼ਨ ਨਹੀਂ ਹੈਗੀ। ਉਹਨਾਂ ਨੇ ਕਿਹਾ 4 ਲੋਕਾਂ ਨਾਲ ਹੀ ਤੁਸੀਂ ਭੋਗ ਪਾਉਣਾ ਤੇ 4 ਲੋਕ ਹੀ ਫੁੱਲ ਪ੍ਰਵਾਹਿਤ ਕਰਨਗੇ। ਜਦੋਂ ਇਹਨਾਂ ਨੇ ਉੱਥੇ, ਫਿਰ ਇਹਨਾਂ ਨੇ ਫੁੱਲ ਵੀ ਆਪ, ਅਸਥੀਆਂ ਵੀ ਆਪ ਪ੍ਰਵਾਹਿਤ ਕਰ ਲਈਆਂ। ਕੁਝ ਗੱਲਾਂ ਇਹਨਾਂ ਨੇ ਇੱਦਾਂ ਕਰਨੀਆਂ ਸ਼ੁਰੂ ਕਰਤੀਆਂ। ਜਦੋਂ ਮੈਂ ਖਾਤੇ ਬੰਦ ਕਰਾਏ, ਮੇਲਸ ਕਰਨੀਆਂ ਸ਼ੁਰੂ ਕੀਤੀਆਂ, ਮੈਂ ਨੋਡਲ ਆਫੀਸਰ ਏਅਰਟੈਲ ਨੂੰ ਵੀ ਮੇਲ ਪਾਈ ਕਿ ਮੇਰੇ ਪਾਪਾ ਦਾ ਫੋਨ ਨੰਬਰ ਮਿਸਯੂਜ਼ ਹੋ ਰਿਹਾ ਹੈ। ਇੱਕ ਮੈਂ ਤੁਹਾਨੂੰ ਇੱਥੇ ਟੈਕਨੀਕਲ ਗੱਲ ਪੁੱਛਣੀ ਚਾਹੂੰਗਾ, ਜਦੋਂ ਉਹਨਾਂ ਦੀ ਰਮਲਾ ਸਾਹਿਬ ਦੀ ਡੈਥ ਹੋਈ ਸੀਗੀ, ਉਸ ਤੋਂ ਕੁਝ ਦਿਨ ਬਾਅਦ ਤੱਕ ਨੰਬਰ ਚੱਲਦਾ ਰਿਹਾ ਉਹਨਾਂ ਦੇ ਨਾਮ ਤੇ? ਉਹਨਾਂ ਦੇ ਨਾਮ ਤੇ ਚੱਲਦਾ ਰਿਹਾ, ਹੁਣ ਵੀ ਉਹਨਾਂ ਦੇ ਨਾਮ ਤੇ ਨਹੀਂ ਹੈ, ਹੁਣ ਉਹਨਾਂ ਦੇ ਨਾਮ ਤੇ ਨਹੀਂ ਹੈ। ਫਿਰ ਇਹ ਟੈਕਨੀਕਲ ਗੱਲ ਹੈ, ਤੁਸੀਂ ਕਿਤੇ ਨਾ ਕਿਤੇ ਕੰਪਲੇਂਟ ਨਹੀਂ ਕੀਤੀ ਕਿ ਸਾਡੇ ਡੈਡ ਦੀ ਡੈਥ ਹੋਣ ਤੋਂ ਬਾਅਦ ਕਿਸੇ ਨੇ ਨਾਮ ਜਿਹੜਾ ਹੈ ਆਪਣੇ ਨਾਮ ਤੇ ਸ਼ਿਫਟ ਕਰਵਾ ਲਿਆ? ਉਹਦੀ ਇੱਕ ਟੈਕਨੀਕਲ ਕਾਰਨ ਹੋਇਆ ਕਿ ਪੋਰਟ ਆਊਟ ਦੀ ਰਿਕੁਐਸਟ ਦੇ ਕੇ ਬੰਦਾ ਕੋਈ ਵੀ ਕਰਵਾ ਸਕਦਾ। ਆ ਦੇਖੋ ਨੋਡਲ ਆਫੀਸਰ ਤੇ ਆ ਦੇਖੋ ਸਾਂਝ ਕੇਂਦਰ, ਮੈਂ ਉੱਥੇ ਮੇਲਸ ਤੇ ਪਰਸਨਲੀ ਜਾ ਕੇ ਆਈ ਕਿ ਮੇਰੇ ਫਾਦਰ ਦਾ ਫੋਨ ਬੰਦ ਕੀਤਾ ਜਾਵੇ, ਕਿਉਂਕਿ ਮੇਰੇ ਫਾਦਰ ਤਾਂ ਹੁਣ ਹੈ ਨਹੀਂਗੇ। ਜਦੋਂ ਅਸੀਂ ਬੰਦ ਕਰਾਉਣ ਗਏ ਆ, ਉਹ ਅਸੀਂ ਉੱਥੇ ਗਏ ਬੰਦ ਕਰਾਉਣ, ਜਿਹੜਾ ਕਿ ਐਕਚੁਅਲੀ ਕੰਮੇ ਆਣਾ ਅਸੀਂ ਕਰਾ ਤਾਂ ਇੱਥੇ ਵੀ ਸਕਦੇ ਸੀ। ਅਸੀਂ ਫਰੀਦਕੋਟ ਗਏ ਹੋਏ ਸੀਗੇ ਹਸਪੀਟਲ 'ਚੋਂ ਡਿਟੇਲਾਂ ਕਢਾਉਣ ਆਪਣੇ ਫਾਦਰ ਸਾਹਿਬ ਦੀਆਂ। ਜਦੋਂ ਅਸੀਂ ਨੋਡਲ ਆਫੀਸਰ ਨੂੰ ਅਪੀਲ ਕੀਤੀ, ਉਹ ਕਹਿੰਦੇ ਤਾਂ ਆਲਰੇਡੀ ਨਵਜੋਤ ਰਾਣੀ ਜੀ ਨੇ ਆਪਣੇ ਨਾਮ ਕਰਾ ਲਿਆ। ਹੁਣ ਇਹ ਫੋਨ ਆਪਣੇ ਨਾਮ ਕਰਾਉਣ ਦਾ ਪਰਪਸ ਕੀ ਹੈ? ਜਦੋਂ ਬੰਦਾ ਹੀ ਮਰ ਗਿਆ। ਕੋਈ ਡੇਟ ਸਮਝ ਆਈ ਉਹਨਾਂ ਦੀ ਡੈਥ ਤੋਂ ਪਹਿਲਾਂ ਹੋਇਆ ਨਾਮ ਤੇ? 15 ਜੂਨ ਨੂੰ ਜਦੋਂ ਮੈਂ ਬੰਦ ਕਰਾਉਣ ਗਈ, ਉਹ ਕਹਿੰਦੇ ਰੀਸੈਂਟ ਹੋਇਆ, ਯਾਨੀ ਕਿ ਇਹ ਮਈ ਜੂਨ ਦੇ ਵਿੱਚ ਇਹਨਾਂ ਨੇ ਆਪਣੇ ਨਾਮ ਕਰਾ ਲਿਆ, ਕਿਉਂਕਿ ਉਸ ਤੇ ਮੇਰੇ ਫਾਦਰ ਦੇ ਸਾਰੇ ਪੇਜ ਸੀ, ਮੇਰੇ ਫਾਦਰ ਦੀਆਂ ਰਿਕਾਰਡਿੰਗ ਸੀ ਜਿੱਥੋਂ ਇਹਨਾਂ ਦੀ ਪੋਲ ਖੁੱਲਦੀ ਸੀ। ਮੇਰੇ ਪਾਪਾ ਦਾ ਤਾਂ ਫੋਨ ਟੈਪ ਐ ਹੁੰਦਾ ਸੀ ਜਿਵੇਂ ਕੋਈ ਬਹੁਤ ਵੱਡਾ ਵਿਲਨ ਹੈ। ਮੇਰੇ ਫਾਦਰ ਨੂੰ ਤਾਂ ਕ੍ਰਿਮੀਨਲਸ ਵਾਂਗੂ ਟੈਪ ਕਰਦੀ ਸੀ। ਮੇਰੇ ਫਾਦਰ ਮੇਰੀ ਮੰਮਾ ਨਾਲ 2-2 ਘੰਟੇ ਗੱਲ ਕਰਦੇ ਸੀ, ਇਹਨਾਂ ਨੂੰ ਆਬਜੈਕਸ਼ਨ ਸੀ। ਮੇਰੇ ਫਾਦਰ ਦੀਆਂ ਡਿਟੇਲਾਂ ਫੋਨ ਦੀਆਂ ਕਢਾਈਆਂ ਜਾਣ। ਮੇਰੇ ਫਾਦਰ ਦੇ ਫੋਨ ਤੇ OTP ਆਉਂਦੇ ਨੇ, ਉਹਨਾਂ ਦੇ ਆਧਾਰ ਕਾਰਡ ਦੇ ਨੰਬਰ ਆਉਂਦੇ ਨੇ, ਉਹਨਾਂ ਦੇ ਬੈਂਕ ਦੇ ਖਾਤੇ ਆਉਂਦੇ ਨੇ। ਉਹ ਉਹਨਾਂ ਲਈ ਇੱਕ ਅਸਾਮੀ ਸੀ, ਉਹਨਾਂ ਨੇ ਫੋਨ ਆਪਣੇ ਨਾਮ ਕਰਾ ਲਿਆ। ਅਸੀਂ ਫੋਨ ਬਾਰੇ ਕਿਹਾ ਤਾਂ ਕਹਿੰਦੇ ਫੋਨ ਦੇ ਤੁਸੀਂ ਹੱਕਦਾਰ ਹੀ ਨਹੀਂ ਹੋ। ਨਹੀਂ, ਤੁਸੀਂ ਫੋਨ ਉਹਨਾਂ ਨੇ ਰੱਖ ਕਿੱਦਾਂ ਲਿਆ? ਕਿਸ ਬੇਸ ਤੇ ਰੱਖਿਆ? ਕੀ ਰਿਸ਼ਤਾ? ਥੈਂਕ ਯੂ ਸੋ ਮਚ। ਅਸੀਂ ਇਹੀ ਤਾਂ ਪੁੱਛਣਾ ਚਾਹੁੰਦੇ ਤੁਹਾਡੇ, ਤੁਸੀਂ ਫੋਨ ਵੀ ਕਿਉਂ ਰੱਖਿਆ ਮੇਰੇ ਫਾਦਰ ਦਾ? ਬਾਕੀ ਚੀਜ਼ਾਂ ਤਾਂ ਤੁਸੀਂ ਧੱਕੇ ਨਾਲ ਨਾਮ ਕਰਾ ਚੁੱਕੇ ਹੋ, ਪ੍ਰਾਪਰਟੀ ਵੀ ਧੱਕੇ ਨਾਲ ਨਾਮ ਕਰਾਈ। ਪ੍ਰਾਪਰਟੀ ਇਹਨਾਂ ਦੇ ਨਾਮ ਕਿਵੇਂ ਹੋਈ ਮੈਂ ਤੁਹਾਨੂੰ ਦੱਸਦਾ। ਮੇਰੇ ਵੱਡੇ ਮੰਮਾ ਦਾ ਕੇਸ ਚੱਲਦਾ ਸੀਗਾ ਮੇਰੇ ਫਾਦਰ ਸਾਹਿਬ ਨਾਲ ਖਰਚੇ ਦਾ, ਕਿਉਂਕਿ ਵੱਡੇ ਮੰਮਾ ਦੀ ਤਬੀਅਤ ਠੀਕ ਨਹੀਂ ਰਹਿੰਦੀ, ਉਹ ਵੋਕਰ ਨਾਲ ਤੁਰਦੇ ਆ। ਉਹਨਾਂ ਨੇ ਆਪਣੀ ਮੈਡੀਕਲ ਰਿਪੋਰਟਸ ਦੇ ਆਧਾਰ ਤੇ ਮੈਡੀਕਲ ਦੇ ਖਰਚੇ ਲਈ ਖਰਚਾ ਲਵਾ ਲਿਆ, ਕਿਉਂਕਿ ਉਹ ਹਲੇ ਅਫੋਰਡ ਨਹੀਂ ਕਰਦੇ। ਮੇਰੇ ਫਾਦਰ ਦਾ ਇੱਕ ਖਾਤਾ ਸੀਲ ਹੋ ਗਿਆ, ਮੇਰੇ ਬ੍ਰਦਰਸ ਦੇ ਕੇਸ ਵੱਲੋਂ ਇੱਕ ਖਾਤਾ ਸੀਲ ਹੋ ਗਿਆ। ਇਹਨੇ ਮੇਰੇ ਫਾਦਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਵੀ ਤੁਹਾਡੇ ਬੱਚੇ ਲੈ ਜਾਣਗੇ, ਤੁਸੀਂ ਮੇਰੇ ਨਾਮ ਕਿਉਂ ਨਹੀਂ ਕਰਦੇ, ਤੁਸੀਂ ਮੇਰੇ ਨਾਮ ਕਰੋ, ਜਦੋਂ ਕੇਸ ਮੁੱਕੂਗਾ ਖਤਮ ਹੋਊਗਾ ਤੁਸੀਂ ਜਿੱਤੋਗੇ ਮੈਂ ਤੁਹਾਨੂੰ ਵਾਪਸ ਕਰ ਦੂੰਗੀ। ਜਦੋਂ ਪਾਪਾ ਕੇਸ ਜਿੱਤਦੇ ਆ ਜੀ 16 ਫੈਬ ਨੂੰ, ਮੇਰੇ ਫਾਦਰ ਨੇ ਸੁਭਾਵਿਕ ਤੌਰ ਤੇ ਜ਼ਿੱਦ ਕਰਨੀ ਸ਼ੁਰੂ ਕਰਤੀ ਵੀ ਮੈਨੂੰ ਮੇਰਾ ਸਮਾਨ ਮੋੜੋ ਤੇ ਤੁਸੀਂ ਆਪਦਾ ਘਰ ਵੀ ਲੱਭ ਲਓ। ਇਹ ਵੀ ਮੇਰੇ ਕੋਲ ਪ੍ਰੂਫ ਪਏ। ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਕਿਹਾ ਹੁਣ ਤੁਸੀਂ ਉਹਦੀ ਕੋਠੀ ਲੱਭ ਲਓ, ਮੈਂ ਤੁਹਾਡੇ ਨਾਲ ਨਹੀਂ ਰਹਿਣਾ। ਮੇਰੇ ਫਾਦਰ ਇਹਨਾਂ ਤੋਂ ਬਹੁਤ ਦੁਖੀ ਸੀ। ਇਹ ਮੇਰੇ ਫਾਦਰ ਨੂੰ ਟੌਰਚਰ ਕਰਦੇ, ਮੇਰੇ ਫਾਦਰ ਨੂੰ ਕਹਿੰਦੇ ਮੈਂ ਤੇਰੇ ਤੇ ਐਸਾ ਕੇਸ ਕਰੂੰਗੀ, ਤੇਰੀ ਵੱਡੀ ਵਾਈਫ ਤੋਂ ਜੋ ਤੂੰ ਬਚ ਗਿਆ ਮੇਰੇ ਤੋਂ ਤੂੰ ਬਚਣਾ ਨਹੀਂ। ਮੇਰੇ ਫਾਦਰ ਬਲੈਕਮੇਲ ਹੋਣ ਲੱਗ ਗਏ। ਹੁਣ ਤੁਹਾਨੂੰ ਪਤਾ ਮਰਦਾ ਕੀ ਨਹੀਂ ਕਰਦਾ। ਮੇਰੇ ਫਾਦਰ ਇੰਨੇ ਟਰੈਪ ਇਮੋਸ਼ਨਲੀ ਬਲੈਕਮੇਲ ਹੋਣ ਲੱਗੇ, ਜਦੋਂ ਸਾਨੂੰ ਫੋਨ ਕਰਦੇ ਸੀ ਟੈਪ ਕਰ ਲੈਂਦੇ ਸੀ।
ਫਿਰ ਮੇਰੇ ਫਾਦਰ ਨੇ ਲੋਕਾਂ ਦੇ ਫੋਨ ਤੋਂ ਸਾਨੂੰ ਫੋਨ ਕਰਨੇ ਸ਼ੁਰੂ ਕਰਤੇ, ਆਪਣੀ ਪ੍ਰੋਬਲਮ ਦੱਸਣੀ ਸ਼ੁਰੂ ਕਰਤੀ। ਮੈਂ ਇਹ ਮੁੱਦਾ ਤਾਂ ਚੱਕਿਆ ਕਿਉਂਕਿ ਮੇਰੇ ਫਾਦਰ ਦਾ ਕਹਿਣਾ ਹੈ ਆਪਣੇ ਮਿਊਜ਼ੀਸ਼ੀਅਨਸ ਨੂੰ, ਮੈਂ ਰਾਣੀ ਕੋਲੇ ਰੋਟੀ ਨਹੀਂ ਖਾਣਾ ਚਾਹੁੰਦਾ, ਮੈਨੂੰ ਰਾਣੀ ਕੁਝ ਜ਼ਹਿਰ ਦੇ ਕੇ ਮਾਰ ਸਕਦੀ ਹੈ। ਮੇਰੇ ਕੋਲ ਰਿਕਾਰਡਿੰਗ ਪਈ ਹੈ। ਗੱਲ ਕਹੀ ਹੋਈ ਉਹਨਾਂ ਨੇ। ਮੇਰੇ ਫਾਦਰ ਸਾਹਿਬ ਖੁਦ ਇਹਨਾਂ ਤੋਂ ਮੇਰੇ ਫਾਦਰ ਸਾਹਿਬ ਦੀ ਕਾਰ ਦੀ ਹਵਾ ਕੱਢ ਦਿੰਦੇ ਸੀ ਜਦੋਂ ਮੇਰੇ ਫਾਦਰ ਸਾਹਿਬ ਉੱਥੋਂ ਭੱਜਣਾ ਚਾਹੁੰਦੇ ਸੀ। ਮੇਰੇ ਫਾਦਰ ਨੂੰ ਮੈਨੂਪਲੇਟ ਕੀਤਾ ਜਾਂਦਾ ਸੀ, ਡਰਾਇਆ ਜਾਂਦਾ ਸੀ, ਧਮਕਾਇਆ ਜਾਂਦਾ ਸੀ, ਕੇਸ ਦੇ ਦਾਅਵੇ ਕੀਤੇ ਜਾਂਦੇ ਸੀ, ਮੈਂ ਤੁਹਾਡੇ ਤੇ ਕੇਸ ਕਰ ਦੂੰਗੀ ਜੇ ਤੁਸੀਂ ਮੇਰੇ ਤੋਂ ਇੱਥੋਂ ਜਾਓਗੇ ਜਾਂ ਮੇਰੇ ਤੋਂ ਕੋਈ ਚੀਜ਼ ਲਓਗੇ, ਜੇ ਤੁਸੀਂ ਆਪਣੇ ਬੱਚਿਆਂ ਕੋਲ ਜਾਓਗੇ। ਠੀਕ ਹੈ ਜੀ। ਤੇ ਬੱਚਿਆਂ ਦਾ ਨਾਲ ਲਗਾਤਾਰ ਉਹ ਟੱਚ ਵਿੱਚ ਸੀਗੇ, ਗੱਲ ਹੁੰਦੀ ਸੀਗੀ? ਮੇਰੀ ਗੱਲ ਸੁਣੋ, ਨੌਵਾਂ ਨਾਲ ਮਾਸ ਨਹੀਂ ਲੱਗ ਹੁੰਦਾ, ਪਿਓ ਕਦੇ ਧੀ ਤੋਂ ਦੂਰ ਨਹੀਂ ਹੁੰਦਾ। ਇਹ ਕਈ ਜਣ 7 ਸਾਲ ਦੂਰ ਸੀ, ਮੈਨੂੰ ਪਤਾ ਮੇਰੇ ਫਾਦਰ ਮੇਰੇ ਨਾਲ ਕਿੰਨੇ ਕਰੀਬ ਸੀ, ਉਹ ਅੱਜ ਵੀ ਮੇਰੇ ਨਾਲ ਨੇ। ਮੇਰੇ ਫਾਦਰ ਤੇ ਮੈਂ ਕਦੇ ਇੱਕ ਦੂਜੇ ਤੋਂ ਦੂਰ ਹੋਏ ਹੀ ਨਹੀਂ। ਇੱਕ ਗੱਲ ਹੈ, ਸਵਾਲ ਸਾਡਾ ਇਹ ਆ ਕਿ ਇੱਕ ਪਰਸਨ ਰਮਲਾ ਸਾਹਿਬ ਦਾ ਕੁਝ ਵੀ ਨਹੀਂ ਲੱਗਦਾ ਔਰ ਦੂਸਰੇ ਨੰਬਰ ਤੇ ਰਮਲਾ ਸਾਹਿਬ ਦੀ ਫੈਮਿਲੀ ਹੈ ਜੋ ਕੁਝ ਵੀ ਨਹੀਂ ਲੱਗਦਾ, ਔਰ ਫੈਮਿਲੀ ਦੇ ਵਿੱਚ ਤਕਰਾਰ ਕਿਸ ਗੱਲ ਦਾ, ਜਦ ਕਿ ਤੁਹਾਡਾ ਸਾਰੀਆਂ ਚੀਜ਼ਾਂ ਤੇ ਹੱਕ ਹੈ। ਸਾਨੂੰ ਦੇਖੋ, ਸਾਡੀ ਸਭ ਤੋਂ ਵੱਡੀ ਜਾਇਦਾਦ ਇਹਨਾਂ ਕੋਲੇ ਪਈ ਹੈ, ਸਾਡੀ ਵਿਰਾਸਤ ਦੀ ਤੁੰਬੀ। ਮੇਰੇ ਫਾਦਰ ਸਾਹਿਬ ਉਸਤਾਦ ਲਾਲ ਚੰਦ ਯਮਲਾ ਜੀ ਦੇ ਸ਼ਾਗਿਰਦ ਨੇ, ਉਹ ਮੇਰੇ ਦਾਦਾ ਗੁਰੂ ਜੀ ਨੇ। ਅਸੀਂ ਵੂਮਨ ਸੈੱਲ ਇਹਨਾਂ ਦੇ ਬੁਲਾਉਣ ਤੇ ਗਏ, ਇਹਨਾਂ ਨੇ ਸਾਡੇ ਤੇ ਝੂਠੀਆਂ ਕੰਪਲੇਂਟਾਂ ਪਾਈਆਂ, ਮੇਰੇ ਬ੍ਰਦਰ ਤੇ ਝੂਠੀਆਂ ਕੰਪਲੇਂਟਾਂ ਇਹ ਪਾਈਆਂ ਕਿ ਧਮਕੀਆਂ ਦਿੰਦਾ, ਮੇਰੇ ਤੇ ਝੂਠੀ ਕੰਪਲੇਂਟ ਪਾਈ ਕਿ ਮੈਂ YouTube ਤੇ ਕਮੈਂਟ ਕੀਤਾ। ਜਿਹੜਾ ਕਮੈਂਟ ਮੈਂ ਕੀਤਾ, ਅੱਜ ਮੈਂ ਲਾਈਵ ਬੋਲ ਰਹੀ ਹਾਂ ਕਿ ਤੁਸੀਂ ਮਰਡਰ ਕੀਤਾ। ਦੱਸੋ, ਤੁਸੀਂ ਮੈਨੂੰ ਚੁੱਪ ਕਰਾ ਸਕਦੇ ਹੋ? ਅੱਜ ਤੋਂ 2 ਸਾਲ ਬਾਅਦ ਵੀ ਮੇਰੀ ਇੰਟਰਵਿਊ ਹੋਊਗੀ ਨਾ, 5 ਸਾਲ ਬਾਅਦ ਵੀ ਹੋਊਗੀ ਨਾ, ਤਾਂ ਵੀ ਮੇਰੇ ਮੂੰਹ 'ਚ ਇਹੀ ਗੱਲ ਰਹੂਗੀ, ਨਵਜੋਤ ਰਾਣੀ ਨੇ ਇੱਕ ਮੁਲਾਜ਼ਮ ਤੇ ਆਪਣੇ ਘਰਦਿਆਂ ਨਾਲ ਮਿਲ ਕੇ ਮੇਰੇ ਫਾਦਰ ਦਾ ਕਤਲ ਕੀਤਾ। ਹੁਣ ਮੈਨੂੰ ਇਹ ਦੱਸੋ, ਨਵਜੋਤ ਰਾਣੀ ਜੀ ਨੂੰ ਸੁਰ ਦੀ ਤਲੀਮ ਨਹੀਂ, ਐਸੇ ਖਾੜੇ ਪਏ ਨੇ, ਮੇਰੇ ਪਾਪਾ ਗਾਉਂਦੇ ਰੋਕ ਕੇ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਦੇ ਨੇ ਵੀ ਤੂੰ ਸੁਰ ਤੋਂ ਖਰਾਬ ਜਾ ਰਹੀ ਹੈ, ਤੂੰ ਤਾਲ ਹੀ ਨਿਕਲ ਗਈ। ਉਹਨਾਂ ਕੋਲੇ ਤੁੰਬੀ, ਦੱਸੋ ਸਾਡੀ ਵਿਰਾਸਤ ਅੱਗੇ ਜਾਊਗੀ? ਇਹਨਾਂ ਨੇ ਆਪਣੇ ਘਰ ਇੱਕ ਮੁਲਾਜ਼ਮ ਨੂੰ ਬੁਲਾ ਕੇ ਮੇਰੇ ਪਾਪਾ ਦੀ ਡੈਥ ਤੋਂ 11-12 ਦਿਨ ਜਾਂ 20 ਦਿਨ ਬਾਅਦ ਤੁੰਬੀ ਵਜਵਾਈ। ਉੱਥੇ ਵਿਰਾਸਤ ਸੇਫ ਹੈ, ਉਹਨਾਂ ਦੇ ਬੱਚਿਆਂ ਕੋਲੇ ਸੇਫ ਹੈ। ਸਾਡੀ ਇੱਕੋ ਮੰਗ ਸੀ ਕਿ ਸਾਡੀ ਤੁੰਬੀ ਦਿੱਤੀ ਜਾਵੇ, ਅਸੀਂ ਉਸਤਾਦ ਲਾਲ ਚੰਦ ਯਮਲਾ ਜੀ ਦੇ ਡੇਰੇ ਤੇ ਰੱਖਾਂਗੇ। ਸਾਡੇ ਲਈ ਤੁੰਬੀ ਮੰਦਿਰ ਤੇ ਗੁਰਦੁਆਰਾ ਹੈ, ਉਹਨਾਂ ਲਈ ਤੁੰਬੀ ਗੋਲਕ ਦਾ ਕੰਮ ਕਰ ਰਹੀ ਹੈ। ਉਹ ਤਾਂ ਲੋਕਾਂ ਤੋਂ ਡੋਨੇਸ਼ਨਾਂ ਪਵਾ ਰਹੇ ਨੇ ਆਪਣੇ ਅਕਾਊਂਟ 'ਚ। ਮੇਰੇ ਫਾਦਰ ਸਾਹਿਬ ਦਾ ਫੋਨ 20,000 ਬੰਦੇ ਕੋਲੇ ਹੋਊਗਾ, ਲੱਖਾਂ ਕੋਲੇ ਹੋਊਗਾ, ਉਹਦੇ ਵਿੱਚੋਂ ਕੁਝ ਚੰਦ ਲੋਕ ਉਹਨਾਂ ਨਾਲ 2 ਤੋਂ 3,000 ਤੋਂ ਉਹਨਾਂ ਦੇ WhatsApp ਤੇ ਹੋਣਗੇ, 2-3,000 ਤੋਂ 500-600 ਤੋਂ ਉਹਨਾਂ ਨੂੰ ਡੋਨੇਸ਼ਨ ਆ ਰਹੀ ਹੈ, ਜਿਹਦਾ ਮਿਸਯੂਜ਼ ਉਹ ਇਹ ਕਰ ਰਹੇ ਨੇ, ਸਾਡੇ ਖਿਲਾਫ ਦਰਖਾਸਤਾਂ ਦੇਈ ਜਾਂਦੇ ਨੇ। ਲੋਕਾਂ ਦਾ ਪੈਸਾ ਸਾਨੂੰ ਫਸਾਉਣ ਤੇ ਲਗਾਇਆ ਜਾ ਰਿਹਾ। ਮੇਰੇ ਫਾਦਰ ਨੇ ਉਹਨਾਂ ਨੂੰ ਘਰ ਬਣਾਤੇ, ਮੇਰੇ ਫਾਦਰ ਤੋਂ ਧੱਕੇ ਨਾਲ ਉਹਨਾਂ ਨੇ ਕਾਰਾਂ ਲੈ ਲਈਆਂ, ਮੇਰੇ ਫਾਦਰ ਤੋਂ ਉਹਨਾਂ ਨੇ ਧੱਕੇ ਨਾਲ ਵੱਡੇ ਮੋਬਾਈਲ ਲੈ ਲਏ, ਮੇਰੇ ਫਾਦਰ ਤੋਂ ਧੱਕੇ ਨਾਲ ਪ੍ਰਾਪਰਟੀ ਲੈ ਲਈ ਤੇ ਸਾਨੂੰ ਥਾਣੇ ਦਿਖਾਤੇ, ਮੇਰੇ ਫਾਦਰ ਨੂੰ ਸਿਵਾ ਦਿਖਾਤਾ। ਠੀਕ ਹੈ ਜੀ। ਤੇ ਤੁਸੀਂ ਆਪਣੇ ਫਾਦਰ ਸਾਹਿਬ ਦੀ ਡੈਥ ਦੇ ਬਾਰੇ ਜਿਸ ਤਰ੍ਹਾਂ ਖੁਲਾਸਾ ਕਰ ਰਹੇ ਹੋ, ਤੇ ਉਹਦਾ ਕਾਰਨ ਕੀ ਹੈ? ਇਹਦੀ FIR ਕਿਤੇ ਨਾ ਕਿਤੇ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਹੈ? ਅਸੀਂ ਬਹੁਤ ਜਗ੍ਹਾ, ਮੈਨੂੰ ਬਹੁਤ ਮਾਣ ਹੈ ਪੰਜਾਬ ਪੁਲਿਸ ਤੇ, CBI ਬ੍ਰਾਂਚ ਤੇ, CID ਬ੍ਰਾਂਚ ਤੇ, ਕਿ ਇਸ ਨੂੰ ਤੈਅ ਤੱਕ ਖੰਗਾਲਿਆ ਜਾਵੇ। ਮੇਰੇ ਫਾਦਰ ਦੀਆਂ ਰਿਪੋਰਟਸ, ਮੇਰੇ ਪਾਪਾ ਦਾ ਲਾਇਸੈਂਸਡ ਅਸਲਾ ਉਹਨਾਂ ਕੋਲੇ ਪਿਆ। ਖੁਦਾ ਨਾ ਖਾਸਤਾ ਕੱਲ ਨੂੰ ਇਹ ਮੇਰੇ ਫਾਦਰ ਦੇ ਲਾਇਸੈਂਸਡ ਅਸਲੇ ਦਾ ਮਿਸਯੂਜ਼ ਕਰਦੇ ਨੇ ਤਾਂ ਉਦੋਂ ਅਸਲੀ ਵਾਰਸਾਂ ਕੋਲੇ ਭੇਜ ਦੇਣਗੇ ਜੀ, ਉਹਨਾਂ ਨਾਲ ਉਦੋਂ ਵਾਰਸ ਅਸੀਂ ਹੋ ਜਾਾਂਗੇ। ਹੁਣ ਜਿਹੜਾ ਪੈਸਾ ਮਾਲ ਹੜੱਪ ਕਰ ਲਿਆ ਉਹਦੇ ਵਾਰਸ ਉਹ ਬਣੇ ਫਿਰਦੇ ਨਕਲੀ ਵਾਰਸ। ਮੈਂ ਇਹਨਾਂ ਨੂੰ ਨਕਲੀ ਵਾਰਸ ਵੀ ਨਹੀਂ ਕਹੂੰਗੀ, ਇਹ ਹੜੱਪਿਆ ਗਿਆ, ਇਹ ਅਮਾਨਤ 'ਚ ਖਿਆਨਤ ਕੀਤੀ ਗਈ ਹੈ, ਇਹ ਵਾਰਸ ਤਾਂ ਬਣ ਹੀ ਨਹੀਂ ਸਕਦੀ। ਮੈਨੂੰ ਕਿ ਪ੍ਰੂਵ ਕਰ ਸਕਦੇ? ਮੇਰੇ ਤਾਂ ਆਧਾਰ ਕਾਰਡ ਤੇ ਕਰਤਾਰ ਰਮਲਾ, ਮੇਰੇ ਤਾਂ ਬਰਥ ਸਰਟੀਫਿਕੇਟਾਂ ਤੇ ਕਰਤਾਰ ਰਮਲਾ। ਤੁਹਾਨੂੰ ਮੈਂ ਆਪਣੀ ਪੂਰੀ ਫਾਈਲ ਦਿਖਾਉਣੀ ਹੈ, ਆਹ ਦੇਖੋ, ਮੇਰੇ ਬਰਥ ਸਰਟੀਫਿਕੇਟ ਤੇ ਕਰਤਾਰ ਸਿੰਘ ਰਮਲਾ ਤੇ ਪਿਆਰਾ ਸਿੰਘ। ਮੈਨੂੰ ਇਹ ਪ੍ਰੂਵ ਕਰ ਸਕਦੇ ਨੇ? ਇਹ ਮੇਰੇ ਫਾਦਰ ਦੇ ਵਾਈਫ ਨੇ ਤਾਂ ਉਹਦੇ ਡਾਕੂਮੈਂਟ ਦਿਖਾਉਣ। ਜੇ ਇਹਨਾਂ ਕੋਲ ਇਹਨਾਂ ਦਾ ਕੋਈ ਬੱਚਾ ਦਾ ਬੱਚਿਆਂ ਨਾਲ DNA ਕਰਾਉਣ, ਠੀਕ ਹੈ ਨਾ, ਤੇ ਜੇ ਇਹਨਾਂ ਕੋਲੇ ਕੋਈ ਬੇਟੀ ਦਾ ਪ੍ਰੂਫ ਹੈ ਮੈਨੂੰ ਉਹ ਦਿਖਾਉਣ। ਮੈਂ ਲੀਗਲ ਉਹਨਾਂ ਦੀ ਵਾਰਿਸ ਹਾਂ, ਮੇਰਾ ਹੱਕ ਬਣਦਾ, ਮੈਂ ਆਪਣੇ ਫਾਦਰ ਦੇ ਹੱਕ ਲਈ ਲੜ ਰਹੀ ਹਾਂ। ਦੇਖੋ, ਮੇਰੇ ਫਾਦਰ ਦੀ ਪੇਮੈਂਟ ਲੱਖ ਰੁਪਇਆ ਸੀ, 1.25 ਲੱਖ ਸੀ, 70,000 ਸੀ, ਜੋ ਵੀ ਸੀ, ਠੀਕ ਹੈ ਜੀ। ਇਹ ਕਹਿੰਦੇ ਨੇ ਇਹ ਚੀਜ਼ਾਂ ਮੇਰੀਆਂ ਨੇ, ਆਹ ਪ੍ਰਾਪਰਟੀਆਂ ਮੇਰੀਆਂ, ਕਿਉਂਕਿ ਇਹ ਹੜੱਪ ਲੀਆਂ ਗਈਆਂ, ਅਮਾਨਤ 'ਚ ਖਿਆਨਤ ਹੋ ਗਈ, ਧੱਕੇ ਨਾਲ ਮੇਰੇ ਫਾਦਰ ਤੋਂ ਲੈ ਲਈਆਂ। ਮੇਰੇ ਫਾਦਰ ਕੰਗਾਲ ਸੀ? ਮੈਂ ਇਹ ਪੁੱਛਣਾ ਚਾਹੁੰਦੀ, ਮੇਰੇ ਫਾਦਰ ਨੇ ਕੁਝ ਨਹੀਂ ਕਮਾਇਆ ਕਿ ਮੇਰੇ ਫਾਦਰ ਕੁਝ ਵੀ ਨਹੀਂ ਛੱਡ ਕੇ ਗਏ? ਇਹ ਗੱਲ ਇੱਥੇ ਪ੍ਰਾਪਰਟੀ ਜਾਂ ਪੈਸੇ ਦੀ ਨਹੀਂ ਹੋ ਰਹੀ, ਇਹ ਗੱਲ ਅਸੀਂ ਕੋਈ ਇੱਟਾਂ ਦੀਆਂ ਪ੍ਰਾਪਰਟੀਆਂ ਲੈਣ ਲਈ ਨਹੀਂ ਕਰ ਰਹੇ। ਅਸੀਂ ਇਹ ਲੀਗਲ ਗੱਲ ਕਰ ਰਹੇ ਕਿ ਮੇਰੇ ਫਾਦਰ ਕੀ ਧੂਰੋਂ ਕੰਗਾਲ ਸੀ? ਜੇ ਮੇਰੇ ਫਾਦਰ ਦੀ ਤੁਸੀਂ ਸੇਵਾ ਕੀਤੀ ਹੈ ਤੇ ਤੁਸੀਂ ਮਹਿੰਦਾਨਾ ਕਿੰਨਾ ਮੋਟਾ ਲਿਆ? ਮੇਰੇ ਫਾਦਰ ਦਾ ਚੂਲਾ ਟੁੱਟਿਆ ਸੀ, ਮੈਂਟਲੀ ਅਸਾਈਲਮ 'ਚ ਸੀ, ਜਾਂ ਮੇਰੇ ਫਾਦਰ ਜੇ ਇੰਨੇ ਜ਼ਿਆਦਾ ਬਿਮਾਰ ਸੀ ਤੇ ਉਹ ਗਾਉਂਦੇ ਕਿੱਦਾਂ ਸੀ? ਪੁੱਛੋ ਇਹਨਾਂ ਨੂੰ। 1 ਲੱਖ ਪੇਮੈਂਟ ਕਿਵੇਂ ਆ ਰਹੀ ਸੀ ਜੇ ਇੰਨਾ ਬਿਮਾਰ ਆਦਮੀ ਸੀ? ਜੇ ਤੁਸੀਂ ਇੰਨੀ ਸੇਵਾ ਕੀਤੀ ਹੈ, ਤੁਸੀਂ ਸੇਵਾ ਨਹੀਂ ਕੀਤੀ, ਤੁਸੀਂ ਮਿਹਨਤਾਨਾ ਲਿਆ। ਇਹ ਸੇਵਾ ਲਾਲਚ ਦੀ ਹੈ। ਮੈਂ ਤੁਹਾਨੂੰ ਨਿਸ਼ਕਾਮ ਸੇਵਾ ਕਰਦੇ ਦਿਖਾ ਦੂੰਗੀ। ਨਿਹੰਗ ਸਿੰਘਾਂ ਦੇ ਡੇਰੇ ਤੇ ਜਾ ਕੇ ਦੇਖੋ, ਉਹਨਾਂ ਗਾਵਾਂ ਦੀ ਸੇਵਾ ਕਰਦੇ ਜਿਨ੍ਹਾਂ ਨੇ ਦੁੱਧ ਵੀ ਨਹੀਂ ਦੇਣਾ, ਉਹਨਾਂ ਪਸ਼ੂਆਂ ਦੀ, ਘੋੜਿਆਂ ਦੀ ਸੇਵਾ ਕਰਦੇ ਜਿਨ੍ਹਾਂ ਤੋਂ ਉਹਨਾਂ ਨੇ ਨਾ ਬੱਚੇ ਲੈਣੇ ਹੈ ਤੇ ਨਾ ਜਿਨ੍ਹਾਂ ਨੂੰ ਭਜਾਉਣਾ ਤੇ ਨਾ ਜਿਨ੍ਹਾਂ ਤੋਂ ਘੋੜਸਵਾਰੀ ਕਰਨੀ ਹੈ। ਸੇਵਾ ਉਹ ਹੁੰਦੀ ਹੈ।
ਸੇਵਾ ਚਲਾ ਕੇ ਨਹੀਂ ਦੱਸਿਆ ਜਾਂਦਾ ਮੈਂ ਸੇਵਾ ਕੀਤੀ ਹੈ। ਅਸੀਂ ਵੀ ਆਪਣੇ ਮਾਪਿਓ ਦੀ ਬੜੀ ਸੇਵਾ ਕੀਤੀ ਹੈ। ਸਾਡੇ ਫਾਦਰ ਅੱਜ ਹੁੰਦੇ ਨਾ, ਉਹ ਦੱਸਦੇ ਕਿ ਮੈਂ ਉਹਨਾਂ ਦੀ ਕਿੰਨੀ ਲਾਡਲੀ ਸੀ ਤੇ ਮੈਂ ਉਹਨਾਂ ਦਾ ਕਿੰਨਾ ਪਿਆਰ ਸੀ। ਮੈਂ ਹਮੇਸ਼ਾ ਉਹਨਾਂ ਦੇ ਨਾਲ ਰਹੀ, ਉਹਨਾਂ ਨੂੰ ਇਹੀ ਕਿਹਾ ਕਿ ਮੇਰੇ ਪਾਪਾ ਮੈਂ ਤੁਹਾਡੀ ਕੁੜੀ ਨਹੀਂ, ਮੈਂ ਤੁਹਾਡਾ ਮੁੰਡਾ। ਅੱਜ ਮੈਂ ਉਹਨਾਂ ਦੇ ਹੱਕ ਲਈ ਤਾਂ ਲੜ ਰਹੀ ਹਾਂ। ਇੱਕ ਲੋਕ ਗਾਇਕ ਨੂੰ ਮਾਰਿਆ ਕਿਉਂ ਜਦ ਤੁਸੀਂ ਸਾਰੀਆਂ ਚੀਜ਼ਾਂ ਹੜੱਪ ਕਰ ਚੁੱਕੇ ਸੀ? ਮਾਰਨ ਦਾ ਮਤਲਬ ਨਹੀਂ ਸੀ ਬਣਦਾ। ਮਾਰਨ ਦੇ ਸਿੱਧੇ ਸਿੱਧੇ ਦੋਸ਼ ਤੁਸੀਂ ਲਾ ਰਹੇ ਹੋ, ਪਰ ਇਹਦਾ ਕੋਈ ਤੁਹਾਡੇ ਕੋਲ ਠੋਸ ਸਬੂਤ ਇਦਾਂ ਦਾ ਆਇਆ? ਦੇਖੋ ਜੀ, ਠੋਸ ਸਬੂਤ ਸਭ ਤੋਂ ਪਹਿਲਾਂ ਸਾਨੂੰ ਅਪਡੇਟ ਨਾ ਦੇਣਾ। ਮੇਰੇ ਫਾਦਰ ਦਾ ਪੋਸਟਮਾਰਟਮ ਇਹਨਾਂ ਨੇ ਨਹੀਂ ਕਰਾਇਆ, ਠੀਕ ਹੈ। ਜਦੋਂ ਅਸੀਂ ਪੁੱਛਿਆ ਪੋਸਟਮਾਰਟਮ ਹੋਇਆ ਤਾਂ ਸਾਨੂੰ ਕਹਿਤਾ ਕਿ ਤੁਸੀਂ ਟੈਨਸ਼ਨ ਨਾ ਲਓ, ਸੰਸਕਾਰ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾ ਦੂੰਗੀ। ਫਿਰ ਅਸੀਂ ਵਰਲਾਪ ਕਰਨ ਲੱਗ ਗਏ, ਇਹ ਵੀ ਵਰਲਾਪ ਕਰ ਰਹੇ ਸੀ। ਇਹਨਾਂ ਦਾ ਵਰਲਾਪ ਸਾਨੂੰ ਪਤਾ ਕਿੰਨਾ ਕੁ ਸੀਗਾ। ਇਹ ਤਾਂ ਖੁਸ਼ ਹੋਏ ਨੇ ਉਹਨਾਂ ਦੀ ਮੌਤ ਤੋਂ, ਕਿਉਂਕਿ ਚੀਜ਼ਾਂ ਹੜੱਪ ਕਰ ਚੁੱਕੇ ਨੇ, ਠੀਕ ਹੈ। ਇਹਨਾਂ ਨੇ ਮੇਰੇ ਫਾਦਰ ਦੇ ਨਾਲ ਮੇਰੀ ਮਦਰ, ਪਹਿਲੀ ਮਦਰ ਦਾ ਜਿਹੜਾ ਕੇਸ ਚੱਲ ਰਿਹਾ ਸੀ, ਉਹਦਾ ਭਰਪੂਰ ਫਾਇਦਾ ਉਠਾਇਆ। ਲੋਕਡਾਊਨ ਦਾ ਭਰਪੂਰ ਫਾਇਦਾ ਚੱਕਿਆ। ਇਹਨਾਂ ਨੇ ਸੋਚਿਆ ਕਿਹੜਾ ਕੋਈ ਆ ਕੇ ਸਾਨੂੰ ਬੋਲੂਗਾ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪਾਪਾ ਦੀਆਂ ਰਿਪੋਰਟਾਂ ਤੋਂ ਪਾਪਾ ਨੂੰ 19 ਮਿੰਟ ਲਈ ਹਸਪੀਟਲ 'ਚ ਰੱਖਿਆ ਗਿਆ, ਠੀਕ ਹੈ। ਸੇਵਾ ਮੇਰੇ ਫਾਦਰ 10 ਵਜੇ ਦੇ ਬਿਮਾਰ ਨੇ, ਉਹਨਾਂ ਨੂੰ ਡੈੱਡ ਬੋਡੀ ਨੂੰ ਲਿਜਾਣਾ ਨੋ ਫਨ, ਠੀਕ ਹੈ। ਜੇ ਮੇਰੇ ਫਾਦਰ ਇੰਨੇ ਢਿੱਲੇ ਸੀ, ਪਹਿਲੀ ਗੱਲ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਇਹਨਾਂ ਤੋਂ ਹੀ, ਇਹਨਾਂ ਦਾ ਫਰਜ਼ ਬਣਦਾ ਸੀ ਪੋਸਟਮਾਰਟਮ ਕਰਾ ਕੇ ਰੱਖਣ ਦਾ। ਇਹਨਾਂ ਨੂੰ ਪਤਾ ਹੈ ਰਮਲਾ ਸਾਹਿਬ ਦੇ 2 ਪਰਿਵਾਰ 2 ਵਾਰਸ ਆ ਕੇ ਮੇਰੇ ਤੇ ਬਲੇਮ ਲਗਾਉਣਗੇ, ਇਹਨਾਂ ਨੇ ਕਿਉਂ ਨਹੀਂ ਕਰਵਾਇਆ? ਤੇ ਮੰਗ ਜਿਵੇਂ ਲਵਾਰਿਸ ਲਾਸ਼ਾਂ ਦਾ ਪੋਸਟਮਾਰਟਮ ਕਰੇ ਬਿਨਾ ਲਾਸ਼ ਨੂੰ ਸਿਵੇ ਤੇ ਨਹੀਂ ਲਿਜਾਣ ਦਿੰਦੇ, ਇਹਨਾਂ ਨੂੰ ਪਤਾ ਨਹੀਂ ਸੀ 2 ਫੈਮਲੀਜ਼ ਨੇ, 2 ਕੁੜੀਆਂ 2 ਮੁੰਡੇ, 2 ਵਾਈਫ ਨੇ ਉੱਠ ਕੇ ਮੈਨੂੰ ਉਂਗਲੀ ਕਰਨਗੇ। ਇਹਨਾਂ ਨੇ ਹਸਪੀਟਲ ਤੋਂ ਪੋਸਟਮਾਰਟਮ ਕਿਉਂ ਨਹੀਂ ਕਰਾਇਆ? ਘਰੇ ਇਹਨਾਂ ਦਾ ਬੇਟਾ ਕਾਰਾਂ 'ਚ ਘੁੰਮ ਸਕਦਾ, ਇਹਨਾਂ ਦਾ ਬੇਟਾ ਕਾਰਾਂ ਚਲਾ ਲੈਂਦਾ, ਤੇ ਇਹਨਾਂ ਨੇ ਐਂਬੂਲੈਂਸ ਦੀ ਵੇਟ ਕਿਉਂ ਕੀਤੀ? ਮੇਰੇ ਫਾਦਰ ਦੀ ਡੈਥ ਦੀ ਵੇਟ ਕਰ ਰਹੇ ਸੀ ਕਿ ਇਹ ਮਰੂਗਾ, ਮੈਂ ਐਂਬੂਲੈਂਸ 'ਚ ਲੈ ਕੇ ਜਾਊਂਗੀ, ਲੀਗਲ ਪ੍ਰੂਫ ਬਣਾਉਂਗੀ ਜੀ, ਹਸਪੀਟਲ ਦੀ ਗੱਡੀ ਆਈ ਸੀ ਜੀ। ਇਹਨਾਂ ਨੇ ਖੁਦ ਮਰਡਰ ਨੂੰ ਡੈਥ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਤਾਈਓ ਬਾਰ-ਬਾਰ ਕਹਿ ਰਹੇ ਹਾਂ ਕਿ ਇਹ ਮਰਡਰ ਹੈ। ਅਸੀਂ ਕਿਸੇ ਦਾ ਝੂਠਾ ਬਲੇਮ ਨਹੀਂ ਲਾ ਰਹੇ, ਅਸੀਂ ਐਵੀਡੈਂਸਿਸ ਲੈ ਕੇ ਬੈਠੇ ਹਾਂ। ਜਿਹੜੀ ਕਾਰਾਂ ਨੂੰ ਇਹ ਰੋਜ਼ ਚਲਾਉਂਦੇ ਨੇ, ਜਦੋਂ ਮੇਰੇ ਫਾਦਰ ਦੀ ਵਾਰੀ ਆਈ ਤਾਂ ਕਾਰ ਨਹੀਂ ਕੱਢੀ, ਉਦੋਂ ਇਹ ਐਂਬੂਲੈਂਸ ਦੀ ਵੇਟ ਕਰਦੇ ਰਹੇ। ਅੱਛਾ, ਉਹਨਾਂ ਨੂੰ ਐਂਬੂਲੈਂਸ ਲੈ ਕੇ ਗਈ ਹੈ ਜਦ ਕਿ ਗੱਡੀਆਂ 3 ਘਰ ਖੜੀਆਂ ਨੇ। ਉਹਨਾਂ ਨੂੰ ਐਂਬੂਲੈਂਸ ਲੈ ਕੇ ਗਈ ਹੈ, ਉਹਨਾਂ ਨੇ ਵੇਟ ਕੀਤੀ, ਉਹਨਾਂ ਨੇ ਪ੍ਰੂਫ ਬਣਾਉਣੇ ਸੀ ਆਂਢੀ ਗੁਆਂਢੀ, ਕਿਉਂਕਿ ਉਹਨਾਂ ਨੂੰ ਦਿਮਾਗ ਦੇਣ ਵਾਲਾ ਇੱਕ ਪੁਲਿਸ ਮੁਲਾਜ਼ਮ ਹੈਗਾ ਉੱਥੇ, ਠੀਕ ਹੈ। ਉਹਨਾਂ ਨੇ ਦਿਮਾਗ ਦਿੱਤਾ ਕਿ ਤੂੰ ਐਂਬੂਲੈਂਸ ਬੁਲਾ, ਉਹ ਲੱਗੇਗਾ ਕਿ ਵੀ ਇਹ ਨੈਚੁਰਲ ਡੈਥ ਹੈ, ਐਂਬੂਲੈਂਸ ਬੁਲਾਓ, ਉੱਥੇ ਪਰਚੀ ਕਟਾਓ, 19 ਮਿੰਟ ਰੱਖੀ, ਡੈੱਡ ਬੋਡੀ ਲੈ ਕੇ ਜਾਈ। ਕਿਉਂਕਿ ਜੇ ਪਾਪਾ ਜ਼ਿਆਦਾ ਦੇਰ ਉੱਥੇ ਰਹਿੰਦੇ ਜਾਂ ਪਾਪਾ ਬਚ ਜਾਂਦੇ, ਉਹਨਾਂ ਨੇ ਬੋਲਣਾ ਹੀ ਸੀ ਕਿ ਮੈਨੂੰ ਕੁਝ ਦਿੱਤਾ। ਜੇ ਪਾਪਾ ਜ਼ਿਆਦਾ ਅਗਰ ਉੱਥੇ ਰਹਿੰਦੇ ਤਾਂ ਉਹਨਾਂ ਦਾ ਪੋਸਟਮਾਰਟਮ ਹੁੰਦਾ, ਉਹ 'ਚੋਂ ਪੋਇਜ਼ਨ ਵੀ ਨਿਕਲ ਸਕਦਾ ਸੀ। ਇਨਸੂਲਿਨ ਘਟਾਉਣ ਦੇ ਟੀਕੇ ਲਵਾਏ, ਕਿਉਂਕਿ ਮੇਰੇ ਫਾਦਰ ਦੀ ਡੈਥ ਤੋਂ ਪਹਿਲਾਂ ਦੁਪਹਿਰ ਇਹਨਾਂ ਨੇ ਕਿਸੇ ਫਰਜ਼ੀ ਡਾਕਟਰ ਨੂੰ ਬੁਲਾ ਕੇ ਉਹਨਾਂ ਨੂੰ 2 ਇੰਜੈਕਸ਼ਨ ਲਵਾਏ ਆ। ਮੈਂ ਕਿਵੇਂ ਮੰਨਣਾ ਇਹ ਨੈਚੁਰਲ ਡੈਥ ਹੈ? ਪਤਾ ਨਹੀਂ ਨਾ ਉਸ ਇੰਜੈਕਸ਼ਨ 'ਚ ਕੀ ਸੀ। ਇਹੀ ਤਾਂ ਅਸੀਂ ਦੇਖਣਾ ਚਾਹੁੰਦੇ ਹਾਂ। ਪਾਪਾ ਦੀਆਂ ਰਿਪੋਰਟਸ ਆਉਂਦੀਆਂ ਜਾਂ ਕਾਜ਼ ਆਫ ਡੈਥ ਹੁੰਦਾ, ਸਾਨੂੰ ਪਤਾ ਤਾਂ ਲੱਗਦਾ ਕਿ ਮੇਰੇ ਫਾਦਰ ਦੀ ਡੈਥ ਦਾ ਕਾਰਨ ਕੀ ਹੈ। ਇਹੀ ਤਾਂ ਸਾਡੀ ਡਿਮਾਂਡ ਹੈ ਕਿ ਸਾਡੇ ਪਾਪਾ ਦਾ ਕਾਜ਼ ਆਫ ਡੈਥ ਸਾਡੇ ਸਾਹਮਣੇ ਆਏ, ਉਹਨਾਂ ਦੀ ਪੋਸਟਮਾਰਟਮ ਰਿਪੋਰਟ ਸਾਨੂੰ ਦਿੱਤੀ ਜਾਵੇ। ਉਹ ਕਿੰਨੇ ਵਜੇ ਤੋਂ ਬਿਮਾਰ ਹੋਏ, ਅਸੀਂ ਪੂਰਾ ਬਿਊਰਾ ਲੈਣਾ ਚਾਹੁੰਦੇ ਹਾਂ। ਅਸੀਂ ਫਿਲਹਾਲ ਇੱਥੇ ਕਿਸੇ ਚੀਜ਼ ਤੇ ਅਸੀਂ ਇਹ ਨਹੀਂ ਕਿਹਾ ਕਿ ਸਾਨੂੰ ਫਲਾਨੀ ਗੱਡੀ ਹੈਂਡਓਵਰ ਕਰਤੀ ਜਾਵੇ। ਮੇਰੀਆਂ ਸਾਰੀਆਂ ਇੰਟਰਵਿਊਜ਼ ਚੱਕ ਕੇ ਦੇਖ ਲਓ, ਤੁੰਬੀ ਕਰਕੇ ਲੜਾਈ ਹੋਈ ਹੈ। ਮੈਂ ਪਹਿਲਾਂ ਵੀ ਦੱਸਿਆ ਕਿ ਇਹ ਤਰ੍ਹਾਂ ਦੇ ਲੋਕਾਂ ਨੂੰ ਤੁੰਬੀ ਹੈਂਡਓਵਰ ਕਰ ਸਕਦੇ, ਉਹਨਾਂ ਦੇ ਬੇਟੇ ਨੂੰ ਤੁੰਬੀ ਨਹੀਂ ਦੇ ਸਕਦੇ, ਉਹਨਾਂ ਦੇ ਉਸਤਾਦਾਂ ਦੇ ਘਰ ਤੁੰਬੀ ਨਹੀਂ ਭੇਜ ਸਕਦੇ। ਇਹ ਤਰ੍ਹਾਂ ਦੇ ਲੋਕ, ਸਾਡੀ ਵਿਰਾਸਤ ਜੀ ਬਹੁਤ ਵੱਡੇ ਖਤਰੇ 'ਚ ਹੈ। ਅਸੀਂ ਵਰਦੀ ਵਾਲੇ ਸਾਡੀ ਵਿਰਾਸਤ ਨਹੀਂ ਖੋ ਸਕਦੇ, ਉਹ ਤੁੰਬੀ ਵਜਾ ਕੇ ਸਾਡੀ ਵਿਰਾਸਤ ਨਹੀਂ ਲੈ ਸਕਦੇ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਹੀ ਹਾਂ, ਸਾਡੀ ਵਿਰਾਸਤ ਇਹਨਾਂ ਦੇ ਘਰ ਖਤਰੇ 'ਚ ਪਈ ਹੈ। ਸਾਨੂੰ ਸਾਡੀ ਵਿਰਾਸਤ, ਮੇਰੇ ਫਾਦਰ ਦੀ ਡੈਥ ਕਿਉਂ ਹੋਈ, ਪੂਰਾ ਬਿਊਰਾ ਇਸ ਤੇ ਇਨਕੁਆਇਰੀ ਲਈ ਜਾਵੇ। ਮੈਂ CID ਤੇ CBI ਬ੍ਰਾਂਚ ਨੂੰ ਹੱਥ ਜੋੜ ਕੇ ਮੈਂ ਨਮਨ ਕਰਦੀ ਹਾਂ। ਮੈਂ ਤੁਹਾਡੇ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੀ। ਮੇਰੇ ਫਾਦਰ ਦੀ ਡੈਥ ਦੀ ਜਾਂਚ ਕੀਤੀ ਜਾਵੇ, ਇਹਨੂੰ ਲਾਈਟਲੀ ਨਾ ਲਿੱਤਾ ਜਾਵੇ, ਕਿਉਂਕਿ ਇਹ ਇੱਕ ਪਲਾਨਡ ਮਰਡਰ ਹੈ। ਇਹ ਸੋਚੀ ਸਮਝੀ ਸਾਜ਼ਿਸ਼ ਹੈ। ਇਹਨੂੰ ਬਹੁਤ ਤਰੀਕੇ ਨਾਲ ਪਲਾਨ ਕੀਤਾ ਗਿਆ, ਕਿਉਂਕਿ ਰਾਣੀ ਆਂਟੀ ਦੇ ਕੋਲੇ ਪੂਰੇ ਡਾਕਟਰੀ ਪੈਂਤਰੇ ਸੀ ਤੇ ਉਹਨਾਂ ਨੂੰ ਨਾਲ ਇੱਕ ਜਿਹੜਾ ਮੁਲਾਜ਼ਮ ਹੈ ਉਹਨਾਂ ਕੋਲੇ ਲੀਗਲ ਲਾਅ ਤੇ ਪੈਂਤਰੇ ਨੇ, ਤੇ ਇਹਨਾਂ ਨੇ ਬੜੇ ਸੋਚ ਸਮਝ ਕੇ ਪੂਰੀ ਫੈਮਿਲੀ ਨੇ ਇਹ ਮਰਡਰ ਨੂੰ ਪਲਾਨ ਕੀਤਾ ਹੈ। ਇੱਕ ਲੋਕ ਗਾਇਕ ਨੂੰ ਦੀ ਹੱਤਿਆ ਕੀਤੀ, ਮੇਰੇ ਫਾਦਰ ਸਾਹਿਬ ਨੂੰ ਮਾਰਿਆ। ਮੈਂ ਅੱਜ ਵੀ, ਕੱਲ ਵੀ, 6 ਮਹੀਨੇ ਬਾਅਦ ਵੀ, 2 ਸਾਲ ਬਾਅਦ ਵੀ ਇਸ ਕੇਸ ਲਈ ਲੜਦੀ ਰਹੂੰਗੀ। ਇਹ ਮਰਡਰ ਹੈ, ਇਹ ਨੈਚੁਰਲ ਡੈਥ ਨਹੀਂ ਹੈ। ਠੀਕ ਹੈ ਜੀ। ਮੈਂਡੀ ਜੀ, ਮੈਂ ਇੱਕ ਗੱਲ ਕਲੀਅਰ ਕਰਨੀ ਚਾਹਾਂਗਾ ਕਿ ਹੁਣ 3-4 ਮਹੀਨੇ ਲੰਘ ਜਾਣ ਤੋਂ ਬਾਅਦ ਕਿਉਂ ਇਦਾਂ ਲੱਗ ਰਿਹਾ, ਤੁਹਾਨੂੰ ਫੀਲ ਹੋ ਰਿਹਾ ਕਿ ਉਹਨਾਂ ਦਾ ਮਰਡਰ ਹੋਇਆ? ਮੈਂ ਕਿਸੇ ਦੇ ਕੇਸ ਨੂੰ ਐਕਚੁਅਲੀ ਵਿੱਚ ਲਿਆਉਣਾ ਨਹੀਂ ਚਾਹੁੰਦੀ। ਦਾਮਨੀ ਕੇਸ ਹੋਇਆ ਸੀ ਦਿੱਲੀ 'ਚ, ਉਹਨਾਂ ਨੂੰ 7 ਸਾਲ ਲੱਗ ਗਏ ਸਟਰਗਲ ਕਰਦਿਆਂ ਨੂੰ। ਉਹਨਾਂ ਨੇ ਜਿੰਨਾ ਚਿਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਲੀ, ਉਹ ਟਿਕੇ ਨਹੀਂ। ਮੈਂ ਭਾਵੇਂ 2 ਸਾਲ ਬਾਅਦ ਵੀ ਆ ਕੇ ਦਾਅਵਾ ਕਰਾਂ ਕਿ ਮੇਰੇ ਫਾਦਰ ਦੀ ਹੱਤਿਆ, ਤਾਂ ਮੈਂ ਉਸ ਲਈ ਲੜ ਸਕਦੀ। ਮੈਂ ਉਹਨਾਂ ਦੀ ਡਾਟਰ ਹਾਂ, ਮੈਂ ਉਹਨਾਂ ਦੀ ਲੀਗਲ ਵਾਰਿਸ ਹਾਂ, ਮੈਂ ਉਹਨਾਂ ਦੀ ਕੁੜੀ ਹਾਂ। ਧੀਆਂ ਕੋਲੇ, ਪੁੱਤਾਂ ਕੋਲੇ ਹੱਕ ਹੁੰਦਾ ਆਪਣੇ ਫਾਦਰ ਦੀ ਡੈਥ ਦਾ ਕਾਜ਼ ਪੁੱਛਣ ਦਾ। ਇਸ ਕਰਕੇ ਤੁਸੀਂ ਤੁਹਾਨੂੰ ਥਾਣੇ ਬੁਲਾ ਕੇ ਸਾਡੇ ਕੰਪਲੇਂਟਾਂ ਕਰੋ, ਉਹ ਵੀ ਗਲਤ ਹੈ। ਤੁਸੀਂ ਗੱਲ ਕਰ ਰਹੇ ਸੀ 3 ਮਹੀਨੇ ਦੀ। ਮੇਰੇ ਫਾਦਰ ਸਾਹਿਬ 18 ਤਰੀਕ ਨੂੰ ਪੂਰੇ ਹੋਏ, 19 ਤਰੀਕ ਨੂੰ ਫਿਨਰਲ ਹੋਇਆ। ਉਸ ਤੋਂ ਬਾਅਦ ਲੋਕਡਾਊਨ ਹੋ ਗਿਆ 22 ਤਰੀਕ ਨੂੰ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਖਿਲਾਫ ਹੀ ਉਲਟਾ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ। ਜਦੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤਾਂ ਦਿੱਤੀਆਂ, ਅਸੀਂ ਸਿਰਫ ਇੱਕ ਕਮੈਂਟ ਕੀਤਾ ਸੀ ਮਰਡਰ ਦਾ। ਠੀਕ ਹੈ ਜੀ।
ਇਹ ਲਗਭਗ ਕਿੰਨੀ ਕੁ ਤਰੀਕ ਦੇ ਆਸ-ਪਾਸ? ਇਹ ਮੈਨੂੰ ਤਰੀਕ ਨਹੀਂ ਯਾਦ, ਲੇਕਿਨ ਇਹਨਾਂ ਦੀ ਇੱਕ ਵੀਡੀਓ 'ਚ ਜਿੱਥੇ ਇਹਨਾਂ ਨੇ ਕਿਹਾ ਕਿ ਬੱਚਿਆਂ ਨੇ ਪੁੱਛਿਆ ਨਹੀਂ ਤੇ ਬੱਚੇ ਸੇਵਾ ਨਹੀਂ ਕਰਦੇ, ਝੂਠੇ ਇਹਨਾਂ ਨੇ ਆਰੋਪ ਲਗਾਏ ਨੇ। ਉਹਦੇ ਥੱਲੇ ਮੈਂ ਲਿਖਿਆ ਕਿ ਤੁਸੀਂ ਸੇਵਾ ਕੀਤੀ ਤੇ ਰਮਲਾ ਸਾਹਿਬ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ, ਤੁਹਾਡੀ ਆਪਦੀ ਬੇਟੀ ਨੂੰ ਉਹਨਾਂ ਨੇ ਫੌਰਨ ਭੇਜਤਾ ਹੈ। ਡੈਥ ਤੋਂ ਇੱਕ ਦਿਨ ਪਹਿਲਾਂ ਦੀ ਬੇਟੀ ਆ ਸਕਦੀ ਹੈ ਫੌਰਨ ਤੋਂ, ਜਿਹੜੀ ਸਗੀ ਬੇਟੀ ਉਹ ਨਹੀਂ ਆ ਸਕਦੀ। ਅਸੀਂ ਕਿਵੇਂ ਮੰਨ ਲਈਏ ਇੱਕ ਡੈਥ ਨੈਚੁਰਲ ਮਰਡਰ ਹੈ ਨਾ। ਫਿਰ 3 ਮਹੀਨੇ ਦੀ ਤੁਸੀਂ ਗੱਲ ਕਰ ਰਹੇ ਸੀ, ਮੈਂ ਕੰਟੀਨਿਊ ਕਰ ਰਹੀ ਹਾਂ। ਲੋਕਡਾਊਨ ਹੋਇਆ, ਲੋਕਡਾਊਨ ਤੋਂ ਬਾਅਦ ਇਹਨਾਂ ਨੇ ਸਾਡੇ ਖਿਲਾਫ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ। ਜਦੋਂ ਅਸੀਂ ਉੱਥੇ ਜਾ ਕੇ ਪੁੱਛਿਆ ਸਾਨੂੰ ਸਾਡੇ ਫਾਦਰ ਦਾ ਪੋਸਟਮਾਰਟਮ ਰਿਪੋਰਟ ਦਿਓ, ਉੱਥੋਂ ਗੱਲ ਵੱਧ ਗਈ। ਫਿਰ ਜਦੋਂ ਮੇਰੇ ਫਾਦਰ ਸਾਹਿਬ ਮੇਰੇ ਬ੍ਰਦਰ ਨੇ ਕਿਹਾ ਕਿ ਸਾਨੂੰ ਤੁੰਬੀ ਦਿਓ, ਉੱਥੋਂ ਗੱਲ ਵੱਧ ਗਈ। ਫਿਰ ਉਦੋਂ ਬਾਅਦ ਸਾਨੂੰ ਸ਼ੋਰ ਹੋ ਗਿਆ ਕਿ ਇਹ ਆਪਣੇ ਆਰੋਪਾਂ ਨੂੰ ਛੁਪਾਉਣ ਕਰਕੇ ਸਾਨੂੰ ਫਸਾ ਰਹੇ ਨੇ, ਕਦੇ ਸਾਡੇ ਖਿਲਾਫ ਦਰਖਾਸਤਾਂ ਦੇ ਰਹੇ ਨੇ। ਸਾਨੂੰ 5-5 ਚੱਕਰ ਫਰੀਦਕੋਟ ਦੇ ਲਗਵਾਏ ਨੇ। ਆਪ ਦਰਖਾਸਤ ਦੇ ਕੇ ਆਉਂਦੇ ਨਹੀਂ ਸੀ, ਅਸੀਂ ਉੱਥੇ ਬੈਠੇ ਰਹਿੰਦੇ ਸੀ, ਅਸੀਂ ਸਵੇਰੇ ਜਾਂਦੇ ਸੀ, ਅਸੀਂ ਉੱਥੋਂ ਸ਼ਾਮ ਨੂੰ ਮੁੜਦੇ ਸੀ। ਠੀਕ ਹੈ ਜੀ। ਤੇ ਉਹਦਾ ਫੈਸਲਾ ਹੋ ਗਿਆ ਉੱਥੇ? ਕੀ ਨਤੀਜਾ ਕੱਢਿਆ? ਫੈਸਲਾ ਹਾਲੇ ਸਾਨੂੰ ਕੁਝ ਨਹੀਂ ਪਤਾ, ਕਿਉਂਕਿ ਸਾਰੇ ਉੱਥੇ ਹੀ ਪਈਆਂ ਨੇ ਜਿੰਨੀਆਂ ਵੀ ਸਾਡੇ ਖਿਲਾਫ ਉਹਨਾਂ ਨੇ ਕੰਪਲੇਂਟਸ ਕੀਤੀਆਂ, ਇਟਸ ਆਲ ਦੇਅਰ, ਉੱਥੇ ਪਈਆਂ ਨੇ। ਉਹ ਹਾਲੇ ਪਤਾ ਨਹੀਂ ਕੀ ਫੈਸਲਾ ਹੋਇਆ ਕੀ ਨਹੀਂ, ਸਾਨੂੰ ਨਹੀਂ ਪਤਾ। ਲੇਕਿਨ ਅਸੀਂ ਆਪਣੇ ਵੱਲੋਂ ਪੂਰੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮਸਲਾ ਫੌਰਨ ਦੀ ਜਿਹੜੀ ਆਡੀਅנס ਹੈ ਮੇਰੇ ਫਾਦਰ ਦੀ, ਜਿੱਥੋਂ ਇਹ ਡੋਨੇਸ਼ਨ ਮੰਗਾ ਰਹੇ ਹੋ, ਪਲੀਜ਼ ਆਪਣੀ ਅੱਖਾਂ ਤੋਂ ਪਰਦੇ ਲਾਓ। ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰ ਰਹੀ ਹਾਂ ਜਿਨ੍ਹਾਂ ਨੇ ਸਾਨੂੰ ਸਿੰਪਥੀ ਦਿੱਤੀ ਹੈ, ਕੰਸੋਲ ਕੀਤਾ, ਸਾਡੇ ਨਾਲ ਖੜੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਰਾਣੀ ਜੀ ਦੇ ਪਿੱਛੇ ਲੱਗ ਕੇ ਗਲਤ ਕਮੈਂਟ ਕਰ ਰਹੇ ਨੇ। 3-4 ਗਲਤ ਕਮੈਂਟ ਨੇ, ਬਾਕੀ ਸਾਰੇ ਸਾਡੇ ਨਾਲ ਨੇ। ਮੈਂ ਉਹਨਾਂ ਲਈ ਵੀ ਬਹੁਤ ਖੁਸ਼ ਹਾਂ ਜਿਹੜੇ ਗਲਤ ਕਮੈਂਟ ਕਰ ਰਹੇ ਨੇ ਜਾਂ ਉਹਨਾਂ ਪਿੱਛੇ ਲੱਗ ਰਹੇ ਨੇ, ਜਿਨ੍ਹਾਂ ਦੀ ਅੱਖਾਂ ਤੇ ਪੜਦਾ ਕਿ ਉਹਨਾਂ ਦੀ ਡੈਥ ਨੈਚੁਰਲ ਸੀ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਇਹ ਡੈਥ ਨੈਚੁਰਲ ਨਹੀਂ ਸੀ। ਇਹ ਉਦੋਂ ਪ੍ਰੂਵ ਹੋਊਗਾ ਨੈਚੁਰਲ ਡੈਥ ਸੀ ਜਾਂ ਨਹੀਂ ਜਦੋਂ ਸਾਨੂੰ ਪੂਰੀਆਂ ਰਿਪੋਰਟਾਂ ਆ ਜਾਣਗੀਆਂ। ਜੇ ਉਹ ਸਹੀ ਹੋਣਗੇ ਅਸੀਂ ਸੌਰੀ ਵੀ ਮੰਗ ਲਾਂਗੇ। ਠੀਕ ਹੈ ਜੀ। ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਤੁਸੀਂ? ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੇਰੇ ਫਾਦਰ ਸਾਹਿਬ ਨੂੰ ਇਨਸਾਫ ਦਿਵਾਇਆ ਜਾਏ। CID CBI ਬ੍ਰਾਂਚ ਮੇਰੇ ਪਾਪਾ ਦੇ ਸਾਰੇ ਅਕਾਊਂਟਸ, ਸਾਰੀਆਂ ਡਿਟੇਲਸ, ਉਹਨਾਂ ਦੇ ਫੋਨ ਨੰਬਰ ਨੂੰ ਖੰਗਾਲਣ, ਉਹਨਾਂ 'ਚੋਂ ਦੇਖਿਆ ਜਾਵੇ ਕਿ ਮੇਰੇ ਫਾਦਰ ਦੀ, ਉਹ ਕਹਿੰਦੇ ਨਾ ਸਾਡੇ ਨਾਲ ਇਨ ਟੱਚ ਨਹੀਂ ਸੀ, ਉਹ ਸਾਡੇ ਤੋਂ ਕਦੇ ਦੂਰ ਹੀ ਨਹੀਂ ਸੀ। ਕਦੇ ਧੀ ਪਿਓ ਤੋਂ ਦੂਰ ਨਹੀਂ ਹੁੰਦੀ। ਫੌਰਨ ਵਿਆਹ ਕੇ ਚਲੀ ਜਾਂਦੀ ਹੈ, 6-6 ਸਾਲ ਆਪਣੇ PR ਤੋਂ ਬਾਅਦ ਆਪਣੇ ਪੇਰੈਂਟਸ ਕੋਲੇ ਆਉਂਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਪਿਓ ਤੋਂ ਦੂਰ ਹੋਗੀ। ਠੀਕ ਹੈ, ਉਹਨਾਂ ਦੀਆਂ ਮੇਰੇ ਫਾਦਰ ਦੇ ਫੋਨ ਡਿਟੇਲਸ ਨੂੰ ਖੰਗਾਲਿਆ ਜਾਵੇ, ਮੇਰੇ ਫਾਦਰ ਦੇ ਅਕਾਊਂਟ ਡਿਟੇਲਸ ਨੂੰ ਖੰਗਾਲਿਆ ਜਾਵੇ, ਮੇਰੇ ਫਾਦਰ ਦੇ ਡੈਥ ਤੋਂ ਬਾਅਦ ਕਿੰਨੇ ਪੈਸੇ ਵਿਡਰੋਲ ਹੋਏ ਕਢਾਏ ਇਹਨੂੰ ਖੰਗਾਲਿਆ ਜਾਵੇ, ਮੇਰੇ ਫਾਦਰ ਦੀ ਡੈਥ ਤੇ ਇਨਕੁਆਇਰੀ ਲਾਈ ਜਾਵੇ। ਆਈ ਵਾਂਟ ਜਸਟਿਸ ਫॉर ਕਰਤਾਰ ਰਮਲਾ ਜੀ। ਇੱਕ ਤੁਹਾਡੇ ਫਾਦਰ ਸਾਹਿਬ ਦਾ ਜਿਹੜਾ ਨੰਬਰ ਮਿਸਯੂਜ਼ ਹੋ ਰਿਹਾ, ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਡੈਥ ਤੋਂ ਪਹਿਲਾਂ ਉਹਨਾਂ ਦੇ ਨਾਮ ਤੇ ਸੀਗਾ, ਬਾਅਦ ਵਿੱਚ ਉਹਨਾਂ ਨੇ ਰੀਸੈਂਟਲੀ ਉਹਨਾਂ ਨੇ ਆਪਣੇ ਨਾਮ ਤੇ ਕਰਵਾ ਲਿਆ, ਤੇ ਇਹਦੀ ਵੀ ਕਿਤੇ ਨਾ ਕਿਤੇ ਕੰਪਲੇਂਟ ਦਾਇਰ ਕਰੋਗੇ? ਦੇਖੋ ਇਹ ਤਾਂ ਸਾਫ਼ ਠੱਗੀ ਹੈ ਨਾ। ਇੱਕ ਤਾਂ ਤੁਸੀਂ ਕਹਿੰਦੇ ਹੋ ਕਿ ਜਿਉਂਦੇ ਜੀ ਬੰਦੇ ਤੋਂ ਧੱਕੇ ਨਾਲ ਅਸੀਂ ਲੈ ਲਿਆ, ਜਾਂ ਉਹਨਾਂ ਦੀ ਅਮਾਨਤ ਤੁਸੀਂ ਲੈ ਲਈ ਵੀ ਪ੍ਰਾਪਰਟੀ ਮੇਰੇ ਨਾਮ ਕਰ ਦਿਓ, ਨਹੀਂ ਤਾਂ ਤੁਹਾਡੇ ਮੁੰਡੇ ਸੀਲ ਕਰਾ ਦੇਣਗੇ ਜਾਂ ਲੈ ਜਾਣਗੇ। ਉਹ ਤਾਂ ਚਲੋ ਤੁਸੀਂ ਲੈ ਲਈ ਧੱਕੇ ਨਾਲ, ਤੁਸੀਂ ਨੰਬਰ ਕਿਉਂ ਲਿੱਤਾ? ਠੀਕ ਹੈ, ਤੁਸੀਂ ਕਦੀ ਨਾ ਕਦੀ ਨੰਬਰ ਦੀ ਮੰਗ ਕੀਤੀ? ਉਹ ਹੋ ਸਕਦਾ ਆਪਣੀ ਗੱਲ ਸੁਣ ਕੇ ਕਹਿਣ ਕਿ ਇਹਨਾਂ ਨੇ ਨੰਬਰ ਮੰਗਿਆ ਨਹੀਂ, ਬੰਦ ਹੋ ਅਸੀਂ ਰਿਹਾ ਥਾਣੇ 'ਚ ਨੰਬਰ ਮੰਗਿਆ ਜੀ। ਉਦੋਂ ਤਾਂ ਇਹਨਾਂ ਦੇ ਬੇਟੇ ਨੇ ਸਾਡੇ ਨਾਲ ਹੱਥਾ ਪਾਈ ਤੇ ਗਾਲੀ ਗਲੋਚ ਕੀਤਾ। ਮੇਰੇ ਬ੍ਰਦਰ ਤੁਹਾਨੂੰ ਹੁਣੇ ਦੱਸਣਗੇ ਕਿ ਉਹਨਾਂ ਨੇ ਕਿੰਨਾ ਸਾਡੇ ਨਾਲ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸਾਨੂੰ ਕਹਿੰਦੇ ਤੂੰ ਨੰਬਰ ਦੀ ਗੱਲ ਕਰਦੀ, ਤੁਹਾਨੂੰ ਅਸੀਂ ਤੁੰਬੀ ਨਹੀਂ ਦੇਣੀ। ਹੁਣ ਤੁੰਬੀ ਸਾਡੀ ਵਿਰਾਸਤ ਉੱਤੇ ਖਤਰੇ 'ਚ ਪਈ ਹੋਈ ਹੈ। ਅੱਛਾ, ਇਹ ਵਰਡ ਉਹਨਾਂ ਨੇ ਯੂਜ਼ ਕੀਤੇ ਕਿ ਅਸੀਂ ਤੁਹਾਨੂੰ ਦੇਣਾ, ਇਦਾਂ ਕੁਝ ਨਹੀਂ? ਉਹ ਕਹਿੰਦੇ ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਅਸੀਂ ਕਿ ਅਸੀਂ ਕੁਝ ਨਹੀਂ ਲੈਣਾ, ਸਾਡੀ ਇੱਕੋ ਵਿਰਾਸਤ ਹੈ ਤੁੰਬੀ, ਮਾਤਰ ਉਹਦੀ ਕੀਮਤ 2000, ਹੱਦ ਮਹਿੰਗੀ ਤੋਂ ਮਹਿੰਗੀ 10-15 ਹਜ਼ਾਰ ਦੀ ਹੋਊਗੀ। ਸਾਡੀ ਇਹੀ ਪ੍ਰਾਪਰਟੀ, ਅਸੀਂ ਇਹਦੇ ਲਈ ਲੜ ਰਹੇ ਹਾਂ। ਇਹ ਸਾਡਾ ਕਾਨੂੰਨੀ ਹੱਕ ਬਣਦਾ ਕਿ ਸਾਡੇ ਦਾਦਾ ਜੀ ਦੇ ਡੇਰੇ 'ਚ ਸਾਡੀ ਤੁੰਬੀ ਹੋਣੀ ਚਾਹੀਦੀ, ਉੱਥੇ ਸਾਡੀ ਤੁੰਬੀ ਨਹੀਂ ਹੋਣੀ ਚਾਹੀਦੀ। ਮੇਰੇ ਫਾਦਰ ਦਾ ਖੁੱਸਾ, ਉਹਨਾਂ ਦਾ ਤੁੱਲਾ, ਇਹ ਤਾਂ ਅਸੀਂ ਡਿਜ਼ਰਵ ਕਰਦੇ ਹਾਂ ਨਾ। ਉਹਨਾਂ ਦੇ ਪੈਨ ਕਾਰਡ, ਆਧਾਰ ਕਾਰਡ, ਉਹਨਾਂ ਦੀਆਂ ਬੈਂਕ ਡਿਟੇਲਸ ਤਾਂ ਅਸੀਂ ਡਿਜ਼ਰਵ ਕਰਦੇ ਹਾਂ ਨਾ। ਕੁਝ ਲੋਕ ਕਹਿੰਦੇ ਤੁਸੀਂ ਪ੍ਰਾਪਰਟੀ ਲਈ ਲੜ ਰਹੇ ਹੋ, ਕਿਉਂ? ਅਸੀਂ ਲੜ ਨਹੀਂ ਸਕਦੇ ਆਪਣੇ ਪਾਪਾ ਦੀ ਤੁੰਬੀ ਲਈ ਕਿ ਸਾਡੀ ਉਹ ਪ੍ਰਾਪਰਟੀ ਨਹੀਂ ਹੈ? ਮੇਰੀ ਸਿਸਟਰ ਆਵਾਜ਼ ਪੰਜਾਬ ਦੀ ਸੈਂਡੀ ਹੈ, ਉਹ ਸਿੰਗਰ ਹੈ, ਉਹ ਵਿਰਾਸਤ ਨੂੰ ਅੱਗੇ ਲੈ ਕੇ ਜਾਊਗੀ। ਮੈਂ ਸਿੰਗਰ ਹਾਂ, ਮੈਂ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਜਾਊਂਗੀ। ਸਾਡੀ ਤੁੰਬੀ ਡੇਰੇ 'ਚ ਹੋਊਗੀ, ਸਾਡੀ ਵਿਰਾਸਤ ਅੱਗੇ ਵਧੂਗੀ, ਉੱਥੇ ਵੱਜਦੀ ਰਹੂਗੀ, ਉੱਥੇ ਉਹਨਾਂ ਨੂੰ ਅਮਰ ਰੱਖਿਆ ਜਾਊਗਾ। ਇਹਨਾਂ ਕੋਲੇ ਮੇਰੇ ਪਾਪਾ ਦੀ ਤੁੰਬੀ ਅਲੱਗ-ਅਲੱਗ ਮੁਲਾਜ਼ਮ ਵਜਾਉਣਗੇ ਆ ਕੇ, ਤਰ੍ਹਾਂ ਦੇ ਲੋਕਾਂ ਨੂੰ ਫੜਾ ਰਹੇ ਨੇ, ਹੈਂਡਓਵਰ ਕਰ ਰਹੇ ਨੇ, ਲੋਕਾਂ ਨੂੰ ਲਾਲਚ ਦਿੰਦੇ ਨੇ ਮੈਂ ਤੁਹਾਨੂੰ ਤੁੰਬੀ ਦਊਂਗੀ, ਮੈਂ ਤੁਹਾਨੂੰ ਖੁੱਸਾ ਦਊਂਗੀ, ਮੈਂ ਤੁੱਲਾ ਦਊਂਗੀ। ਡੋਨੇਸ਼ਨ ਬਾਕਸ ਬਣ ਗਿਆ ਮੇਰੇ ਫਾਦਰ ਸਾਹਿਬ ਦੀ ਤੁੰਬੀ। ਇਹ ਤਾਂ ਮਿਸਯੂਜ਼ ਹੈ। ਇਹ ਤਾਂ ਕਰਤਾਰ ਰਮਲਾ ਜੀ ਦੀ ਆਤਮਾ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਕਿ ਤੁਸੀਂ ਜਿਹੜੀ ਤੁੰਬੀ ਜਿਉਂਦੇ ਜੀ ਉਹਨਾਂ ਦੇ ਬੱਚੇ ਨਹੀਂ ਸੀ ਫੜ ਸਕਦੇ, ਉਹ ਹੁਣ ਅੱਜ ਮੁਲਾਜ਼ਮ ਉੱਥੇ ਬੈਠ ਕੇ ਵਜਾ ਰਿਹਾ। ਕਿਉਂ? ਕੀ ਹੱਕ ਹੈ? ਉਹ ਬਲੱਡ ਰਿਲੇਸ਼ਨ 'ਚ ਨੇ, ਉਹਨਾਂ ਦਾ ਬੇਟਾ। ਮੁਲਾਜ਼ਮ ਰਮਲਾ ਸਾਹਿਬ ਦੇ ਘਰ ਬੈਠ ਕੇ ਵਜਾ ਰਹੇ ਨੇ ਜਾਂ ਫਿਰ ਕਿਤੇ ਜੀ ਉਹਨਾਂ ਦੇ ਕਬੂਤਰ ਨੂੰ ਨਚਾ ਰਹੇ ਨੇ। ਹਲੇ ਮੌਤ ਨੂੰ 15-20 ਦਿਨ ਨਹੀਂ ਹੋਏ, ਸਿਵਾ ਠੰਡਾ ਨਹੀਂ ਹੋਇਆ, ਉਹਨਾਂ ਨੇ ਘਰੇ ਮਹਿਫਲਾਂ ਲਾਉਣੀਆਂ ਸ਼ੁਰੂ ਕਰ ਲਈਆਂ ਆਪਣੇ। ਦੱਸੋ ਮੈਨੂੰ। ਤੇ ਇਹਦੇ ਵਿੱਚ ਪੰਜਾਬ ਪੁਲਿਸ ਮੁਲਾਜ਼ਮ ਇਨਵੋਲਵ ਹੈ ਕਿਤੇ ਨਾ ਕਿਤੇ? ਹਾਂਜੀ, ਮੁਲਾਜ਼ਮ ਹੀ ਨੇ, ਕਿਉਂਕਿ ਜਦੋਂ ਤੁਸੀਂ ਦੇਖੋ ਵੀਡੀਓ ਵਾਇਰਲ ਹੋਈ ਹੈ, ਵਰਦੀ 'ਚ ਹੀ ਵਜਾ ਰਹੇ ਨੇ। ਤੇ ਉਹਦੇ ਨਾਲ ਕੀ ਹੋ ਸਕਦਾ? ਵਰਦੀ ਸਾਨੂੰ ਡਰਾ ਤਾਂ ਨਹੀਂ ਸਕਦੀ, ਵਰਦੀ ਸਾਡੇ ਤੋਂ ਵਿਰਾਸਤ ਤਾਂ ਨਹੀਂ ਖੋਲੂਗੀ, ਸਾਡਾ ਕਾਨੂੰਨੀ ਤੇ ਖੂਨੀ ਹੱਕ ਤਾਂ ਨਹੀਂ ਖੋਲੂਗੀ ਵਰਦੀ। ਤੁਸੀਂ ਸਾਨੂੰ ਦੇਣ ਨੂੰ ਤਾਂ ਮਗਰ ਪੈ ਗਏ, ਤੁਸੀਂ ਉਹਨਾਂ ਨੂੰ ਕਿਵੇਂ ਫੜਾਤੀ ਫਿਰ ਹੈਂਡਓਵਰ ਕਰਤੀ? ਅਸੀਂ ਚਾਹੁੰਦੇ ਸਾਡੀ, ਮੇਰੇ ਫਾਦਰ ਦੀ ਇੱਕ ਤੁੰਬੀ, 2-3, ਤਿੰਨੋਂ ਡੇਰੇ 'ਚ ਆ ਜਾਣ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਦੇ ਦਿਓ, ਸਾਨੂੰ ਹੈਂਡਓਵਰ ਕਰ ਦਿਓ। ਸਾਡਾ ਕਾਨੂੰਨੀ ਤੇ ਖੂਨੀ ਹੱਕ ਬਣਦਾ ਮੇਰੇ ਫਾਦਰ ਸਾਹਿਬ ਦੀ ਤੁੰਬੀ ਮੇਰੇ ਦਾਦਾ ਗੁਰੂ ਜੀ ਦੇ ਡੇਰੇ 'ਚ ਆ ਜਾਵੇ।
ਮੈਂਡੀ ਜੀ ਹੁਣ ਤੁਹਾਡੀ ਪ੍ਰਾਪਰਟੀ ਨੂੰ ਲੈ ਕੇ ਫਾਈਟ ਹੈ ਜਾਂ ਫਿਰ ਕੱਲੀ ਤੂੰਬੀ ਨੂੰ ਲੈ ਕੇ ਫਾਈਟ ਹੈ ਜੀ? ਇੱਕੋ ਫਾਈਟ ਚੱਲ ਰਹੀ ਹੈ, ਚੱਲਦੀ ਰਹੂਗੀ ਜਿੰਨਾ ਚਿਰ ਮੈਨੂੰ ਮੇਰੇ ਦਾਦਾ ਗੁਰੂ ਜੀ ਦੇ ਜਾਂ ਮੇਰੇ ਭਰਾਵਾਂ ਕੋਲੇ ਤੁੰਬੀ ਨਹੀਂ ਆ ਜੂਗੀ। ਇਹ ਫਾਈਟ ਹੁਣ ਤੁੰਬੀ ਖੁੱਸਾ ਤੁੱਲਾ ਇਹ 3 ਚੀਜ਼ਾਂ ਦੀ ਚੱਲ ਰਹੀ ਹੈ। ਮੈਨੂੰ ਇਹ ਨਹੀਂ ਚਾਹੀਦਾ ਕਿ ਉਹ ਪ੍ਰਾਪਰਟੀ ਜਿਹੜੀ ਸਾਨੂੰ ਮਿਲਣੀ ਹੈ ਨਾ ਉਹ ਸਾਨੂੰ ਮਿਲ ਹੀ ਜਾਣੀ ਹੈ। ਪਹਿਲਾਂ ਸਾਡੀ ਆਪਣੀ ਪ੍ਰਾਪਰਟੀ ਆ ਕੇ ਦੇਖੋ, ਰੱਬ ਨੇ ਸਾਨੂੰ ਬਹੁਤ ਅੱਛੀਆਂ ਚੀਜ਼ਾਂ ਨਾਲ ਨਵਾਜ਼ਿਆ। ਅਸੀਂ ਬਹੁਤ ਭਰਪੂਰ ਖਾਨਦਾਨ ਦੇ ਬੱਚੇ ਆ, ਸਾਨੂੰ ਸਾਡੇ ਫਾਦਰ ਦਾ ਨਾਮ ਮਿਲਿਆ, ਸਾਡੀ ਇਹੀ ਪ੍ਰਾਪਰਟੀ ਹੈ। ਇਹ ਨਾਮ ਉਹਨਾਂ ਕੋਲੇ ਨਹੀਂ ਹੈਗਾ, ਜਿਹੜੇ ਉਹਨਾਂ ਦੀਆਂ ਚੀਜ਼ਾਂ ਦੇ ਹੱਕਦਾਰ ਅੱਜ ਬਣੇ ਬੈਠੇ ਨੇ ਝੂਠੇ, ਉਹਨਾਂ ਕੋਲੇ ਇਹ ਨਾਮ ਨਹੀਂ ਹੈਗਾ। ਅਸੀਂ ਪ੍ਰਾਊਡਲੀ ਕਹਿੰਦੇ ਹਾਂ, ਮੈਂ ਡਾਟਰ ਆਫ ਕਰਤਾਰ ਰਮਲਾ, ਹੀ ਇਜ਼ ਅ ਸਨ ਆਫ ਕਰਤਾਰ ਸਿੰਘ ਰਮਲਾ। ਇਹਨਾਂ ਕੋਲੇ ਇਹ ਅਥਾਰਟੀਜ਼ ਨਹੀਂ ਹੈਗੀਆਂ। ਇਹਨਾਂ ਕੋਲੇ ਉਹਨਾਂ ਦਾ ਸਮਾਨ ਪਿਆ, ਉਹਨਾਂ ਦੇ ਆਧਾਰ ਕਾਰਡ ਦਾ ਅਸੀਂ ਜਿਹੜੀ ਮੰਗ ਕੀਤੀ ਆਧਾਰ ਕਾਰਡ ਦਿੱਤਾ ਜਾਵੇ। ਮੇਰੇ ਫਾਦਰ ਦੇ ਆਧਾਰ ਕਾਰਡ ਦਾ ਮਿਸਯੂਜ਼ ਹੋ ਸਕਦਾ ਹੈ ਕੱਲ ਨੂੰ। ਅਸੀਂ ਤਾਂ ਕੁਆਰੇ ਬੱਚੇ ਆ, ਸਾਨੂੰ ਕਿੰਨੀ ਲੋੜ ਹੈ ਮੇਰੇ ਫਾਦਰ ਸਾਹਿਬ ਦੇ ਡੈਥ ਸਰਟੀਫਿਕੇਟ ਦੀ। ਇਹਨਾਂ ਕੋਲੇ ਕੀ ਕਰ ਰਿਹਾ ਦੱਸੋ ਮੈਨੂੰ? ਸਾਡੇ ਹੱਕ ਬਣਦੇ ਆ ਨਾ। ਅਸੀਂ ਇਹ ਤਾਂ ਨਹੀਂ ਕਿਹਾ ਵੀ ਆ ਪਲਾਟ ਸਾਨੂੰ ਦੇ ਦਿਓ, ਰੱਖ ਲਵੇ ਪਲਾਟ। ਤੇ ਡੈਥ ਸਰਟੀਫਿਕੇਟ ਮਿਲ ਗਿਆ ਤੁਹਾਨੂੰ ਰਮਲਾ ਸਾਹਿਬ ਦਾ? ਦੇਖੋ ਸਾਨੂੰ ਨਾ ਡੈਥ ਸਰਟੀਫਿਕੇਟ ਮਿਲਿਆ। ਜਦੋਂ ਅਸੀਂ ਡੈਥ ਸਰਟੀਫਿਕੇਟ ਲੈਣ ਗਏ ਆ, ਫਾਈਲ ਲੈਣ ਗਏ ਆ, ਜਿਹੜੇ ਫਰੀਦਕੋਟ ਦੇ ਹਸਪੀਟਲ ਦੇ ਲੋਕਾਂ ਨੇ ਸਾਨੂੰ ਅਪੋਲੋਜਾਈਜ਼ ਕੀਤਾ ਕਿ ਫਾਈਲ ਮਿਸਿੰਗ ਹੈ ਜੀ, ਅਸੀਂ ਲੱਭਾਂਗੇ। 15 ਜੂਨ ਨੂੰ ਅਪਲਾਈ ਕੀਤੀ ਸੀ, ਹੁਣ ਤੁਸੀਂ ਦੇਖ ਲਓ 1.5 ਮਹੀਨੇ ਤੋਂ ਇੱਕ ਫਾਈਲ ਮਿਸਿੰਗ ਹੈ। ਸਾਰੀਆਂ ਫਾਈਲਸ ਉੱਥੇ ਮੌਜੂਦ ਨੇ। ਕੀ ਇਹਨਾਂ ਨੇ ਫਾਈਲ ਨੂੰ ਛੇੜਛਾੜ ਨਹੀਂ ਕਰਾਈ ਤੇ ਫਿਰ ਇਹ ਪਲੈਨਡ ਮਰਡਰ ਨਹੀਂ ਹੈ? ਠੀਕ ਹੈ ਜੀ। ਤੁਹਾਨੂੰ ਲੱਗਦਾ ਕਿ ਹਸਪੀਟਲ 'ਚੋਂ ਤੁਹਾਡੇ ਫਾਦਰ ਸਾਹਿਬ ਦੀ ਫਾਈਲ ਨਾ ਮਿਲਣਾ ਕਿਤੇ ਨਾ ਕਿਤੇ ਮਰਡਰ ਹੈ? ਹਾਂਜੀ, ਜੇ ਮੈਨੂੰ ਫਾਈਲਾਂ ਮਿਲ ਜਾਂਦੀਆਂ, ਕਾਜ਼ ਆਫ ਡੈਥ ਮਿਲ ਜਾਂਦਾ, ਇਹ ਗੱਲ ਸ਼ਟ ਡਾਊਨ ਹੋ ਜਾਂਦੀ, ਮੈਂ ਇੰਨਾ ਵੱਡਾ ਆਰੋਪ ਨਾ ਲਾਉਂਦੀ। ਮੈਂ ਤਾਂ ਲੋਕਾਂ ਸਾਹਮਣੇ ਇਹ ਮੀਡੀਆ 'ਚ ਗੱਲ ਲੈ ਕੇ ਆਈ ਹਾਂ ਕਿ ਇਹ ਮਰਡਰ ਹੈ, ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ, ਕਿਉਂਕਿ ਨੈਚੁਰਲ ਡੈਥ ਨਹੀਂ ਹੈ। ਫਾਈਲ ਗੁੰਮਣ ਦਾ ਕਾਰਨ ਕੀ ਹੈ? ਇੱਕ ਇੰਨੇ ਵੱਡੇ ਬਾਬਾ ਫਰੀਦ ਮੈਡੀਕਲ ਕਾਲਜ ਜਿੱਥੇ ਲੋਕ ਫੋਰਨ ਤੋਂ ਪੜ੍ਹਨ ਆਉਂਦੇ ਨੇ, ਉੱਥੋਂ ਫਾਈਲ ਮਿਸਿੰਗ ਹੋਣ ਦਾ ਕਾਰਨ ਕੀ ਹੈ? ਮੇਰੇ ਫਾਦਰ ਨੂੰ ਡੈੱਡ ਬੋਡੀ ਨੂੰ ਹਸਪੀਟਲ 'ਚ ਜਾ ਕੇ ਬਾਈਟ ਬਣਾਉਣਾ ਜਾਂ ਮੀਡੀਆ 'ਚ ਫੈਲਾਉਣਾ, ਝੂਠੀ ਇੱਕ ਅਫਵਾਹ ਫੈਲਾਉਣਾ ਕਿ ਇਹ ਡੈਥ ਹਸਪੀਟਲ ਦੇ ਵਿੱਚ ਹੋਈ ਹੈ, ਤਾਂ ਇਹ ਨੈਚੁਰਲ ਡੈਥ ਤਾਂ ਨਹੀਂ ਹੋਈ ਨਾ। ਇਹ ਦਿਖਾਉਣਾ ਕਿ ਇਹ ਨੈਚੁਰਲ ਡੈਥ ਹੈ, ਹਸਪੀਟਲ ਦਾ ਚੱਕਰ ਲਵਾਉਣਾ, 19 ਮਿੰਟ ਦੀ ਐਂਟਰੀ ਪਵਾਉਣਾ, ਮੀਡੀਆ 'ਚ ਝੂਠ ਫੈਲਾਉਣਾ ਕਿ ਇਹ ਹਾਰਟ ਅਟੈਕ ਨਾਲ ਮੌਤ ਹੋਈ, ਇਹ ਸੀ ਮਰਡਰ ਨੂੰ ਛੁਪਾਉਣ ਦੇ ਅੱਛੇ ਤਰੀਕੇ ਜਿਹੜੇ ਲੀਗਲ ਲਾਅ ਉਸ ਮੁਲਾਜ਼ਮ ਨੇ ਇਹਨਾਂ ਨੂੰ ਦੱਸੇ, ਉਹਨਾਂ ਨੇ ਉਸੇ ਤਰੀਕੇ ਤੇ ਕੰਮ ਕੀਤਾ। ਅੱਛਾ ਮੈਂਡੀ ਜੀ, ਇੱਕ ਉਹਨਾਂ ਦੀ ਵੀਡੀਓ ਦੇਖੀ ਸੀ, ਉਹ 'ਚ ਨਵਜੋਤ ਰਾਣੀ ਜੀ ਕਹਿੰਦੇ ਨੇ ਕਿ ਮੈਂ ਕਈ ਸਾਲਾਂ ਤੋਂ ਉਹਨਾਂ ਦੀ ਸੇਵਾ ਕੀਤੀ ਹੈ ਰਮਲਾ ਸਾਹਿਬ ਦੀ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਅਸੀਂ ਕਿਸੇ ਦੇ ਕਰੈਕਟਰ ਬਾਰੇ ਤਾਂ ਨਹੀਂ ਗੱਲ ਕਰਦੇ, ਪਰ ਮੈਂ ਦੱਸਣਾ ਚਾਹੂੰਗੀ ਕਿ ਉਹਨਾਂ ਦੀ ਪਹਿਲੀ ਮੈਰਿਜ ਬੱਲਮਗੜ੍ਹ ਹੋਈ ਨਵਜੋਤ ਰਾਣੀ ਜੀ ਦੀ, ਦੂਜੀ ਬਲਜੀਤ ਬਾਦਸ਼ਾਹ ਜੀ ਨਾਲ ਜੀਰੇ ਹੋਈ, ਜਿਨ੍ਹਾਂ ਦਾ ਕੋਈ ਐਕਸੀਡੈਂਟ ਵਗੈਰਾ ਹੋਇਆ ਤੇ ਉਹ ਬੈੱਡ ਤੇ ਸੀ। ਤੀਜੇ ਮੈਰਿਜ ਉਹਨਾਂ ਦੀ ਗੁਰਮੇਲ ਸਿੰਘ ਨਾਲ ਹੋਈ ਤੇ ਫਿਰ ਉਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੇ 3 ਹਸਬੈਂਡਸ ਦੀ ਸੇਵਾ ਕਿਉਂ ਨਹੀਂ ਕੀਤੀ? ਇਹ ਕੁਐਸਚਨ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ। ਜੇ ਤੁਸੀਂ ਸੇਵਾ ਕੀਤੀ, ਮੇਰੇ ਫਾਦਰ 10 ਸਾਢੇ 10 ਘਬਰਾਉਣ ਲੱਗ ਗਏ, ਤੁਸੀਂ 12 ਵਜੇ ਤੱਕ ਵੇਟ ਕੀਤੀ, 4 ਵਜੇ ਤੱਕ ਵੇਟ ਕੀਤੀ। ਜੇ ਸੇਵਾ ਕੀਤੀ ਸੀ ਤਾਂ ਤੁਸੀਂ ਤੁਰੰਤ ਲੈ ਕੇ ਜਾਂਦੇ ਉਹਨਾਂ ਨੂੰ ਹਸਪੀਟਲ, ਜਾਂ ਸਾਨੂੰ ਕੰਪਲੇਂਟ ਦੇ ਕੇ ਥਾਣੇ ਤਾਂ ਬੁਲਾ ਸਕਦੇ ਆ, ਸਾਡੇ ਖਿਲਾਫ ਕੰਪਲੇਂਟਾਂ ਦੇ ਕੇ ਥਾਣੇ ਬੁਲਾ ਸਕਦੇ ਆ। ਮੇਰੇ ਪਾਪਾ ਬਿਮਾਰ ਹੋਏ, ਇਹਨਾਂ ਨੇ ਨਹੀਂ ਬੁਲਾਇਆ। ਸਾਨੂੰ ਫਰੀਦਕੋਟ ਤੋਂ 2.5 ਘੰਟੇ ਲੱਗ ਜਾਂਦੇ। ਜੇ 10 ਵਜੇ ਵੀ ਕਾਲ ਕਰਦੇ ਮੈਂ ਤਾਂ ਵੀ 12 ਵਜੇ ਪਹੁੰਚਦੀ, ਜੇ 12 ਵਜੇ ਵੀ ਕਾਲ ਕਰਦੇ ਸਾਨੂੰ ਮੈਂ ਤਾਂ ਵੀ 2 ਵਜੇ ਪਹੁੰਚਦੀ। ਜੇ ਮੇਰੇ ਫਾਦਰ ਮੇਰੇ ਹੱਥਾਂ 'ਚ ਮਰਦੇ ਤਾਂ ਮੈਂ ਇਸ ਨੂੰ ਕਦੇ ਮਰਡਰ ਨਾ ਕਹਿੰਦੀ। ਮੇਰੇ ਫਾਦਰ ਦੀ ਮੌਤ ਅਚਾਨਕ ਹੋਈ ਕਿਉਂਕਿ 15 ਤਰੀਕ ਨੂੰ ਉਹਨਾਂ ਨੇ ਖਾੜਾ ਲਾਇਆ, 17 ਤਰੀਕ ਨੂੰ ਉਹ ਘੱਲ ਕਲਾ ਆਏ, ਆਪਣੇ ਦੋਸਤਾਂ ਕੋਲ ਆਏ, ਆਪਣੇ ਉਸਤਾਦਾਂ ਦੇ ਬੁੱਤ ਨੂੰ ਮੱਥਾ ਟੇਕਿਆ ਆ, ਉਸਤਾਦ ਯਮਲਾ ਜੀ ਦੇ ਬੁੱਤ ਨੂੰ ਮੱਥਾ ਟੇਕਿਆ। ਉਹਨਾਂ ਦੀਆਂ ਫੋਟੋਆਂ ਵੀ ਪਈਆਂ ਨੇ ਨੈੱਟ ਤੇ, ਤੁਸੀਂ ਚੈੱਕ ਕਰੋ ਜ਼ਰੂਰ। ਮੇਰੇ ਫਾਦਰ 10-10 ਕਿਲੋਮੀਟਰ ਸੈਰ ਕਰਨ ਵਾਲੇ, ਜੋ ਕਿ ਕਦੇ ਬੈੱਡ ਤੇ ਨਹੀਂ ਪਏ, ਜੋ ਕਿ ਖੁਦਗਰਜ਼ ਆਦਮੀ, ਜੋ ਕਿ ਈਗੋਇਸਟ ਪਰਸਨ, ਜੋ ਕਿ ਫੁੱਲ ਆਫ ਐਟੀਟਿਊਡ, ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕੀਤੀ। ਕਈ ਕੁੜੀਆਂ ਦੇ ਵਿਆਹ ਕਰਤੇ, ਕਈ ਕੁੜੀਆਂ ਨੂੰ ਸ਼ਗਨ ਪਾਤੇ, ਕਈ ਲੋਕਾਂ ਨੂੰ ਰਾਸ਼ਨ ਲੈਤੇ, ਕਈ ਲੋਕਾਂ ਦੇ ਘਰ ਬਣਵਾਤੇ, ਕਈਆਂ ਨੂੰ ਇੱਟਾਂ ਸਟਾਤੀਆਂ। ਉਹ ਬੰਦਾ ਸੇਵਾ ਕੀ ਕਰਵਾਊਗਾ? ਮੇਰੇ ਫਾਦਰ ਸਾਹਿਬ ਨੇ ਇਹਨਾਂ ਦੀ ਬੇਟੀ ਨੂੰ ਫੋਰਨ ਭੇਜਤਾ, ਇਹਨਾਂ ਦੇ ਬੱਚਿਆਂ ਦੀ ਕੁਆਲੀਫਿਕੇਸ਼ਨ ਕਰਾਤੀ, ਇਹਨਾਂ ਨੂੰ ਕਾਰ ਲੈਣ 'ਚ ਮਦਦ ਕੀਤੀ, ਤੇ ਮੇਰੇ ਫਾਦਰ ਨੇ ਸੇਵਾ ਕਰਾਈ ਹੀ ਕਿੱਥੇ ਹੈ? ਮੈਨੂੰ ਇਹ ਦੱਸੋ। ਉਹ ਤਾਂ ਸੇਵਾ ਕਰ ਰਹੇ ਸੀ। ਠੀਕ ਹੈ ਜੀ। ਮੈਂਡੀ ਜੀ, ਮੈਂ ਇੱਕ ਗੱਲ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਕਿਤੇ ਨਾ ਕਿਤੇ ਉਸ ਫੈਮਿਲੀ ਦੇ ਨਾਲ, ਨਵਜੋਤ ਰਾਣੀ ਦੇ ਨਾਲ ਬੈਠ ਕੇ ਕਿਤੇ ਨਾ ਕਿਤੇ ਡਿਸਕਸ਼ਨ ਕਰਕੇ ਦੇਖਣੀ ਸੀਗੀ, ਕਿਤੇ ਨਾ ਕਿਤੇ ਤੁਹਾਨੂੰ ਕਿਤੇ ਤੁਹਾਡੇ ਫਾਦਰ ਦੀ ਡੈਥ ਬਾਰੇ ਕੋਈ ਨਾ ਕੋਈ ਚੀਜ਼ ਐਕਸਪਲੇਨ ਕਰਨ, ਸ਼ਾਇਦ ਤੁਹਾਡੇ ਮਨ ਦਾ ਕੋਈ ਡਾਊਟ ਦੂਰ ਹੋ ਜਾਵੇ, ਜਾਂ ਕੁਝ ਇਸ ਤਰ੍ਹਾਂ ਦਾ ਕਰਨ ਦੀ ਤੁਸੀਂ ਸੋਚ ਰਹੇ ਹੋ ਕਿ ਤੁਹਾਡਾ ਮਨ ਦਾ ਹੋ ਸਕਦਾ ਕਿਤੇ ਨਾ ਕਿਤੇ ਵਹਿਮ ਹੀ ਹੋਵੇ? ਜਿਵੇਂ ਕਿ ਮੈਂ ਹਰ ਲਾਈਵ 'ਚ, ਹਰ ਰਿਕਾਰਡਿੰਗ 'ਚ, ਹਰ ਮੀਡੀਆ ਤੇ, ਹਰ ਮੀਡੀਆ ਚੈਨਲ ਤੇ, ਹਰ ਵੈਬ ਚੈਨਲ ਤੇ ਹੀ ਕਹਿ ਰਹੀ ਹਾਂ ਕਿ ਜੇ ਇਹਨਾਂ ਨੇ ਮਰਡਰ ਨਹੀਂ ਕੀਤਾ, ਮੈਨੂੰ ਪ੍ਰੂਫ ਦੇਣ, ਮੈਨੂੰ ਐਵੀਡੈਂਸਿਸ ਦੇਣ, ਔਰ ਮੇਰੇ ਨਾਲ ਗੱਲ ਕਰਨ, ਮੈਨੂੰ ਪੂਰੇ ਪੁਖਤਾ ਸਬੂਤ ਦੇਣ ਕਿ ਮੇਰੇ ਪਾਪਾ ਦੀ ਡੈਥ ਕਿਉਂ ਹੋਈ,
ਕਿਸ ਵਜ੍ਹਾ ਨਾਲ ਹੋਈ, ਕਿਸ ਕਾਰਨ ਕਰਕੇ ਹੋਈ, ਕਿਹੜੀ ਲਾਸਟ ਮੈਡੀਸਨ ਦਿੱਤੀ, ਕਿਹੜੀ ਉਹਨਾਂ ਨੂੰ ਡਾਕਟਰ ਨੇ ਦਿੱਤੀ। ਉੱਥੋਂ ਬੰਦਾ ਜੱਜ ਤਾਂ ਕਰਦਾ ਨਾ ਕਿ ਚਲੋ ਨੈਚੁਰਲ ਡੈਥ ਹੈ। ਮੈਨੂੰ ਪੂਰਾ ਬਿਊਰਾ ਦੇਣ, ਅਸੀਂ ਬੈਠਾਂਗੇ, ਜੇ ਉਹ ਸਹੀ ਹੋਏ ਇੱਦਾਂ ਹੀ ਮੀਡੀਆ ਤੇ ਜਿਵੇਂ ਮੈਂ ਲਾਈਵ ਹੋਈ ਹਾਂ ਜਾਂ ਜਿਵੇਂ ਮੈਂ ਇੰਟਰਵਿਊਜ਼ ਕਰ ਰਹੀ ਹਾਂ ਜਾਂ ਮੈਂ ਜਿਵੇਂ ਲੋਕਾਂ ਦੇ ਅੱਗੇ ਅਪੀਲ ਕਰ ਰਹੀ ਹਾਂ ਮੀਡੀਆ ਤੋਂ ਕਿ CBI ਤੱਕ ਮਾਮਲਾ ਲੈ ਕੇ ਜਾਓ, ਉੱਦਾਂ ਹੀ ਅਸੀਂ ਬਹਿ ਕੇ ਸੌਰੀ ਵੀ ਮੰਗਾਂਗੇ ਮੀਡੀਆ ਤੇ। ਮੈਨੂੰ ਐਵੀਡੈਂਸਿਸ, ਪ੍ਰੂਫ, ਬਿਊਰਾ, ਡਿਟੇਲਸ, ਪਾਪਾ ਦੀਆਂ ਰਿਪੋਰਟਸ ਤਾਂ ਦਿਓ। ਮਾਮੂਲੀ ਇਫੈਕਟ ਸਭ 'ਚ ਹੁੰਦਾ। ਉਹਨਾਂ ਨੂੰ ਸ਼ੂਗਰ ਸੀ, ਉਹਨਾਂ ਨੇ ਸ਼ੂਗਰ ਲੋ ਕਰਨ ਦੇ ਟੀਕੇ ਲਾ ਦੋ ਤਾਂ ਬੰਦਾ ਤਾਂ ਮਰ ਜਾਂਦਾ। ਤਕਰੀਬਨ ਜਿਹੜੇ ਫੱਟੜ ਜਾਨਵਰ ਹੁੰਦੇ ਨੇ ਜਾਂ ਮਰਨ ਦੇ ਕਿਨਾਰੇ ਹੁੰਦੇ ਨੇ, ਜਿਨ੍ਹਾਂ ਨੂੰ ਡਾਕਟਰ ਇਨਸੂਲਿਨ ਘਟਾਉਂਦੇ ਨੇ ਉਹਨਾਂ ਦਾ ਬੋਡੀ 'ਚ ਲੋ ਸ਼ੂਗਰ ਦਾ ਟੀਕਾ ਲਾ ਦਿੰਦੇ ਤਾਂ ਮਰ ਜਾਂਦਾ ਘੰਟੇ 'ਚ। ਅਸੀਂ ਉਹਨਾਂ ਚਿਰ ਇਹ ਮਰਡਰ ਹੈ ਜਿੰਨਾ ਚਿਰ ਮੇਰੇ ਕੋਲ ਸਬੂਤ ਨਹੀਂ। ਠੀਕ ਹੈ ਜੀ। ਅਗਰ ਤੁਹਾਨੂੰ ਨਵਜੋਤ ਰਾਣੀ ਜੀ ਕਿਤੇ ਨਾ ਕਿਤੇ ਐਕਸਪਲੇਨ ਕਰ ਦਿੰਦੇ ਨੇ ਜਾਂ ਤੂੰ ਵੀ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਮਨ ਨੂੰ ਸ਼ਾਂਤੀ ਮਿਲੇਗੀ ਜੇ ਤੁਹਾਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰਦੇ ਨੇ, ਬਹਿ ਕੇ ਤੁਸੀਂ ਚਰਚਾ ਚਾਹੋਗੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ? ਅਸੀਂ ਉਦੋਂ ਵੀ ਬੈਠੇ ਸੀ, ਸਾਡੇ ਨਾਲ ਉਹਨਾਂ ਨੇ ਗਾਲੀ ਗਲੋਚ ਕੀਤੀ। ASI ਸਾਹਿਬ ਦੇ ਸਾਹਮਣੇ ਕਿਹਾ ਕਿ ਨਾ ਤਾਂ ਤੁਹਾਨੂੰ ਤੁੰਬੀ ਮਿਲਣੀ ਹੈ ਤੇ ਨਾ ਤੁਹਾਨੂੰ ਸਿਮ ਮਿਲਣਾ ਹੈ, ਤੇ ਤੁਹਾਨੂੰ ਲੱਗਦਾ ਕਿ ਸਾਨੂੰ ਤੁੰਬੀ ਦੇ ਸਿਮ ਜਾਂ ਕੋਈ ਡਿਟੇਲਸ ਉਹ ਦੇ ਸਕਦੇ ਨੇ? ਜੇ ਦੇ ਸਕਦੇ ਨੇ ਆਉਣ, ਮੀਡੀਆ ਦੇ ਸਾਹਮਣੇ ਆਉਣ। ਕੁਝ ਕੁਐਸਚਨ ਮੀਡੀਆ ਪੁੱਛੂਗਾ, ਕੁਝ ਅਸੀਂ ਪੁੱਛਾਂਗੇ। ਉਹ ਖਰੇ ਉੱਤਰਦੇ ਨੇ, ਅਸੀਂ ਮਾਫੀ ਮੰਗ ਲਾਂਗੇ। ਠੀਕ ਹੈ ਜੀ। ਤੇ ਹੋ ਸਕਦਾ ਕਿਤੇ ਨਾ ਕਿਤੇ ਵਿਚਾਰਕ ਮਤਭੇਦ ਹੋਵੇ, ਇਹਨਾਂ ਨੂੰ ਦੂਰ ਕਰਦੇ ਹੋਏ ਕਿਤੇ ਨਾ ਕਿਤੇ ਤੁਸੀਂ ਸੋਚਦੇ ਹੋ ਕਿ ਕਿਤੇ ਨਾ ਕਿਤੇ ਵਿਚਾਰ ਤੁਹਾਡੇ ਅੱਗੇ ਵੱਧ ਸਕਦੇ ਨੇ, ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਅਗਰ ਕਰਨਾ ਚਾਹੋਗੇ ਤੁਸੀਂ? 3-4 ਵਾਰ ਉਹ ਮੇਰੇ ਫਾਦਰ ਸਾਹਿਬ ਨਾਲ ਖੁਦ ਆਇਆ ਮੇਰੇ ਮਦਰ ਨੂੰ ਤੇ ਸਾਨੂੰ ਮਿਲਣ। ਪੁੱਛੋ ਉਹਨਾਂ ਨੂੰ, ਉਹ ਖੁਦ ਗਵਾਹ ਨੇ ਇਸ ਗੱਲ ਦੇ। ਮੇਰੇ ਪਾਪਾ ਮੈਨੂੰ ਜੇਬ ਖਰਚੀ ਭੇਜਦੇ ਰਹਿੰਦੇ ਸੀ। ਉਹ ਨਵਜੋਤ ਰਾਣੀ ਆਂਟੀ 3 ਵਾਰ ਮੈਨੂੰ ਆ ਕੇ ਖੁਦ ਫੜਾ ਕੇ ਵੀ ਗਏ ਨੇ। ਬਹੁਤ ਅੱਛੇ ਗੱਲ ਕਰਦੇ ਸੀ, ਕਈ ਵਾਰ ਵੌਇਸ ਨੋਟ ਤੇ ਵੀ ਗੱਲ ਕਰਦੇ ਸੀ। ਪਾਪਾ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਦਲਣਾ ਸਾਡੇ ਲਈ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ। ਕਿਉਂ ਬਦਲੇ? ਪਾਪਾ ਦੀ ਡੈਥ ਤੋਂ ਬਾਅਦ ਸਾਨੂੰ ਥਾਣੇ ਦਿਖਾਉਣ ਦਾ ਕਾਰਨ ਮੈਨੂੰ ਸਮਝ ਨਹੀਂ ਆਇਆ। ਪਾਪਾ ਦੀ ਡੈਥ ਤੋਂ ਬਾਅਦ ਇੱਕ ਇਗਨੋਰੈਂਸ ਕਰਨਾ ਤੇ ਬਾਰ-ਬਾਰ ਕਹਿਣਾ ਕਿ ਬੱਚਿਆਂ ਨੇ ਪੁੱਛਿਆ ਨਹੀਂ, ਲੋਕ ਕਹਿੰਦੇ ਤੁਸੀਂ 7-8 ਸਾਲ ਆਏ ਨਹੀਂ। ਇਹ ਲੋਕ ਪ੍ਰੂਵ ਕਰ ਸਕਦੇ ਨੇ ਅਸੀਂ ਪਾਪਾ ਨੂੰ ਨਹੀਂ ਮਿਲੇ। ਇਹ ਲੋਕਾਂ ਕੋਲੇ ਅਥਾਰਟੀ ਹੈ। ਕਦੇ ਨੌਂ ਨਾਲੋਂ ਮਾਸ ਲੱਗ ਹੁੰਦਾ, ਕਦੇ ਪੁੱਤ ਧੀਆਂ, ਧੀ ਤੇ ਪਿਓ ਕਦੇ ਇੱਕ ਦੂਜੇ ਤੋਂ ਦੂਰ ਹੋਏ ਨੇ। ਹੁਣ ਆਂਟੀ ਆਪਣੇ 3 ਘਰ ਵਾਲਿਆਂ ਤੋਂ ਅਲੱਗ ਰਹਿ ਰਹੇ ਨੇ। ਕੀ ਇਹ ਆਪਣੇ ਬੱਚਿਆਂ ਨੂੰ ਆਪਣੇ ਪਹਿਲੇ ਪਤੀ ਨਾਲ ਬੱਚਿਆਂ ਨੂੰ ਆਪਣੇ ਪਹਿਲੇ ਪਤੀ ਜਾਂ ਉਹਨਾਂ ਦੇ ਫਾਦਰ ਨਾਲ ਮਿਲਾਉਣ ਨਹੀਂ ਲੈ ਕੇ ਜਾਂਦੇ? ਕਦੇ ਵੀ ਕੋਈ ਧੀ ਮਾਂ ਪਿਓ ਦਾ ਤਲਾਕ ਹੁੰਦਾ, ਲੇਕਿਨ ਬੱਚੇ ਕਦੇ ਵੀ ਨਹੀਂ ਲੱਗ ਹੁੰਦੇ। ਨਾਲੇ ਤੁਹਾਡੀ ਨੌਲੇਜ ਲਈ ਦੱਸਦਾ, ਨਾ ਮੇਰੇ ਵੱਡੇ ਮਦਰ ਨਾਲ ਮੇਰੇ ਫਾਦਰ ਦਾ ਤਲਾਕ ਹੋਇਆ ਤੇ ਨਾ ਮੇਰੇ ਮਦਰ ਨਾਲ ਉਹਨਾਂ ਦਾ ਤਲਾਕ ਹੋਇਆ। ਇਹਨਾਂ ਦੀ ਸੈਪਰੇਸ਼ਨ ਸੀ, ਮਤਭੇਦ ਸੀ। ਮਤਭੇਦ ਨਾਲ ਬਹੁਤ ਲੋਕ ਖਰਾਬ ਹੁੰਦੇ ਨੇ, ਲੇਕਿਨ ਇਹ ਦੋਸਤਾਂ ਵਰਗਾ ਰਿਲੇਸ਼ਨ ਸੀ। ਮੇਰੇ ਪਾਪਾ ਸਾਰਾ ਦੁੱਖ ਸੁੱਖ ਮੇਰੀ ਮਦਰ ਨਾਲ ਕਰਦੇ ਸੀ। ਅਸੀਂ ਕਿਉਂ ਡਿਟੇਲਸ ਦੀ ਮੰਗ ਕੀਤੀ, ਤੁਹਾਨੂੰ ਪਤਾ ਲੱਗ ਜੂਗਾ ਕਿ ਮੇਰੇ ਫਾਦਰ ਮੇਰੀ ਮਦਰ ਨਾਲ ਕਿੰਨੇ ਕਲੋਜ਼ ਸੀ। ਹੁਣ ਕੀ ਹੋਇਆ, ਉਹਨਾਂ ਕੋਲੇ ਨਵਜੋਤ ਆਂਟੀ ਨੇ 10 ਸਾਲ ਨਰਸਿੰਗ ਕੀਤੀ ਹੈ। ਉਹਨਾਂ ਕੋਲੇ ਕਹਿੰਦੇ ਡਾਕਟਰੀ ਪੈਂਤਰੇ ਬਹੁਤ ਸੀ ਤੇ ਉਹਨਾਂ ਨੂੰ ਜਿਹੜੇ ਨੌਲੇਜ ਦੇ ਰਹੇ ਸੀ, ਲਾਅ ਦੀ ਨੌਲੇਜ ਦੇ ਰਹੇ ਸੀ, ਉਹ ਮੁਲਾਜ਼ਮ ਸੀਗੇ, ਇੱਕ ਪੁਲਿਸ ਮੁਲਾਜ਼ਮ। ਠੀਕ ਹੈ, ਇਹ ਟੀਮ ਵਰਕ, ਇਹਨਾਂ ਦੀ ਫੈਮਿਲੀ ਇਨਵੋਲਵਡ ਹੈ। ਉਹਨਾਂ ਦੀ ਮਦਰ ਦਾ ਇੱਕ ਬਿਆਨ ਮੈਨੂੰ ਆਇਆ, ਅਸੀਂ ਪੁੱਛਿਆ ਆਂਟੀ ਤੁਸੀਂ ਫੋਨ ਕਰ ਦਿੰਦੇ? ਕਹਿੰਦੇ ਅਸੀਂ 100 ਲੋਕਾਂ ਨੂੰ ਫੋਨ ਕਰਤਾ, ਅਸੀਂ 20 ਨੂੰ ਫੋਨ ਕਰਤੇ, ਬੇਟੀਆਂ ਨੂੰ ਨਹੀਂ ਕੀਤਾ, ਬੇਟਿਆਂ ਨੂੰ ਨਹੀਂ ਕੀਤਾ। ਇੱਥੋਂ ਸਾਨੂੰ ਲੱਗਿਆ ਕਿ ਦਾਲ 'ਚ ਕੁਝ ਕਾਲਾ। ਅਸੀਂ ਡੈਥ ਸੰਸਕਾਰ ਤੇ ਗਏ ਹਾਂ। ਅਸੀਂ ਪੁੱਛਿਆ ਕਿ ਪਾਪਾ ਨੂੰ ਕੀ ਪ੍ਰੋਬਲਮ ਹੋਈ, ਮੇਰੇ ਮਦਰ ਨੇ ਪੁੱਛਿਆ ਤਾਂ ਨਵਜੋਤ ਆਂਟੀ ਦਾ ਆਨਸਰ ਸੀ ਕਿ ਮੇਰੇ ਕੋਲੇ ਸਾਰੀਆਂ ਰਿਪੋਰਟਾਂ ਪਈਆਂ ਨੇ, ਹਸਪਤਾਲ 'ਚ ਮੌਤ ਹੋਈ ਹੈ, ਮੈਂ ਤੁਹਾਨੂੰ ਰਮਲੇ ਨੇ ਨਹੀਂ ਆਉਣਾ, ਇਸ ਬੰਦੇ ਨੇ ਮੁੜ ਕੇ ਨਹੀਂ ਆਉਣਾ, ਸੰਸਕਾਰ ਤੋਂ ਬਾਅਦ ਤੁਹਾਨੂੰ ਡਿਟੇਲਸ ਦਿਖਾ ਦੂੰਗੀ। ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ 2 ਦਿਨਾਂ ਬਾਅਦ ਲੋਕਡਾਊਨ ਹੋ ਗਿਆ। ਇਹਨਾਂ ਨੇ ਸਾਨੂੰ ਕੋਈ ਫੋਨ ਨਹੀਂ ਕੀਤਾ। ਇਹਨਾਂ ਨੇ ਅਸਥੀਆਂ ਆਪਣੀ ਮਰਜ਼ੀ ਨਾਲ ਪ੍ਰਵਾਹ ਕਰਕੇ ਸਾਨੂੰ ਇੱਕ ਵਾਰ ਦੱਸਿਆ ਵੀ ਨਹੀਂ। ਬੰਦਾ ਫੋਨ ਤੇ ਜਾਂ ਵੀਡੀਓ ਕਾਲ ਤੇ ਅਸਥੀਆਂ ਦੇ ਦਰਸ਼ਨ ਕਰਾਉਂਦਾ, ਇਹਨਾਂ ਨੇ ਨਹੀਂ ਕਰਾਈ। ਚਲੋ ਇੱਥੋਂ ਡਾਊਟ ਹੋਇਆ। ਉਸ ਤੋਂ ਬਾਅਦ ਕੀ ਹੁੰਦਾ ਜੀ, ਅਸਥੀਆਂ ਵੀ ਪ੍ਰਭਾਵਿਤ ਕਰ ਲਈਆਂ, ਉੱਥੋਂ ਡੈਥ ਸਰਟੀਫਿਕੇਟ ਵੀ ਆਪ ਲੈ ਆਏ, ਭੋਗ ਵੀ ਇਹਨਾਂ ਨੇ ਆਪ ਪਾਤਾ। ਫਿਰ ਇਹਨਾਂ ਨੇ ਕੰਪਲੇਂਟ ਵੀ ਸਾਡੇ ਖਿਲਾਫ ਆਪ ਹੀ ਕਰਤੀ। ਠੀਕ ਹੈ, ਫਿਰ 19 ਮਿੰਟ ਮੇਰੇ ਫਾਦਰ ਨੂੰ ਤੁਸੀਂ ਰੱਖ ਰਹੇ ਹੋ, ਜਿਹਦੇ 'ਚੋਂ 10-20 ਮਿੰਟ ਤਾਂ ਕਈ ਵਾਰ ਫਾਈਲ ਬਣਨ ਤੇ ਲੱਗ ਜਾਂਦੇ ਨੇ। ਕਾਜ਼ ਆਫ ਡੈਥ ਦੀ ਫਾਈਲ ਲੋਸਟ ਹੋਣਾ, ਜਿੱਥੋਂ ਲੱਗਦਾ ਕਿ ਇਹ ਮਰਡਰ ਹੈ। ਠੀਕ ਹੈ, ਮੁਲਾਜ਼ਮ ਨੇ ਇਹਨਾਂ ਨੂੰ ਦਿਮਾਗ ਦਿੱਤਾ, ਤੁਸੀਂ ਹਸਪੀਟਲ ਦੀ ਐਂਟਰੀ, ਡੈੱਡ ਬੋਡੀ ਨੂੰ ਤੁਸੀਂ ਹਸਪੀਟਲ ਲੈ ਕੇ ਗਏ ਹੋ, ਜਿਉਂਦੇ ਬੰਦੇ ਨੂੰ ਲੈ ਕੇ ਜਾਂਦੇ। ਉਹ ਜਿਉਂਦਾ, ਉਹ ਦੱਸਦਾ ਮੈਨੂੰ ਕੀ ਦਿੱਤਾ ਗਿਆ, ਉਹ ਭੇਦ ਖੋਲਦਾ, ਇਸ ਲਈ ਇਹਨਾਂ ਨੇ ਵੇਟ ਕੀਤੀ ਉਹ ਮਰ ਜਾਊਗਾ ਤਾਂ ਹਸਪੀਟਲ ਲੈ ਕੇ ਜਾਵਾਂਗੇ। ਹਸਪੀਟਲ ਦੀ ਐਂਟਰੀ ਪਵਾ ਕੇ ਮੀਡੀਆ 'ਚ ਫੈਲਾਉਣ ਦੀ ਗੱਲ ਸੀ। ਮੁਲਾਜ਼ਮ ਦਾ ਦਿਮਾਗ ਸੀ, ਕਿਤੇ ਲਾਅ ਨੌਲੇਜ ਸੀ ਤੇ ਕਿਤੇ ਇਹਨਾਂ ਨੂੰ ਆਪਣੀ ਮੈਡੀਕਲ ਨੌਲੇਜ ਸੀ। ਇਹ ਮਿਕਸ ਹੋ ਕੇ ਇਹ ਪਲੈਨਡ ਮਰਡਰ ਹੋ ਗਿਆ। ਫਿਰ ਇਹਨਾਂ ਨੇ ਐਂਟਰੀ ਪਵਾ ਕੇ ਲੋਕਾਂ 'ਚ ਮੀਡੀਆ 'ਚ ਗੱਲ ਫੈਲਾਤੀ ਜੀ, ਦਿਲ ਦਾ ਦੌਰਾ, ਹਾਰਟ ਅਟੈਕ, ਹਸਪੀਟਲ 'ਚ ਮੌਤ ਹੋਈ, ਜਦਕਿ ਹਸਪੀਟਲ 'ਚ ਮੌਤ ਹੋਈ ਨਹੀਂ, ਘਰੇ ਹੋ ਗਈ ਸੀ। ਉਹਨਾਂ ਦੀ ਕੰਮ ਵਾਲੀ ਦੇ ਬਿਆਨ ਨੇ ਕਿ 10-10:30 ਵਜੇ ਢਿੱਲੇ ਹੋਏ, 12:30 ਵਜੇ ਮੈਂ ਇਨੋ ਦਿੱਤਾ, ਯਾਨੀ ਕਿ ਬੰਦਾ ਬਿਮਾਰ 10 ਵਜੇ ਤੋਂ ਹੋ ਰਿਹਾ, ਤੁਸੀਂ 4 ਵਜੇ ਤੱਕ ਦੀ ਵੇਟ ਕਰ ਰਹੇ ਹੋ। ਫਿਰ ਤੁਸੀਂ ਕਹਿੰਦੇ ਮੈਂ ਸੇਵਾ ਕੀਤੀ। ਜੇ ਇੰਨੇ ਵੱਡੇ ਸੇਵਾਦਾਰ ਸੀ, ਬਹੁਤ ਵਾਰੀ ਪਹਿਲਾਂ ਵੀ ਬਿਮਾਰ ਹੋਏ ਹੋਣਗੇ, ਤੁਸੀਂ ਦਵਾਈ ਦਵਾਈ ਹੈ, ਤੁਸੀਂ ਇਸ ਵਾਰ ਕਿਉਂ ਨਹੀਂ ਦਵਾਈ? ਕਿਉਂਕਿ ਮੇਰੇ ਫਾਦਰ ਨੇ ਕੇਸ ਜਿੱਤਣ ਤੋਂ ਬਾਅਦ ਚੀਜ਼ਾਂ ਮੰਗੀਆਂ ਨੇ। ਇਹਨਾਂ ਨੂੰ ਉਸ ਚੀਜ਼ ਦਾ ਰੋਸ ਸੀਗਾ ਵੀ ਮੈਂ ਚੀਜ਼ਾਂ ਨਹੀਂ ਦੇਣੀਆਂ, ਇਸ ਬੰਦੇ ਨੂੰ ਹੀ ਮਾਰ ਦਿੱਤਾ ਜਾਵੇ। ਐਗਜ਼ੈਕਟ ਡੈਥ ਦਾ ਟਾਈਮ ਪਤਾ ਲੱਗਾ ਜੀ ਤੁਹਾਨੂੰ, ਕਦੋਂ ਐਗਜ਼ੈਕਟ ਡੈਥ ਹੋਈ? ਦੇਖੋ ਜੀ, ਉਹਨਾਂ ਦੀ ਕੰਮ ਵਾਲੀ ਦੇ ਬਿਆਨ ਨੇ 10:30, ਥੋੜ੍ਹੇ ਜਿਹਾ ਉਹਨਾਂ ਨੂੰ ਘਬਰਾਹਟ ਪਈ ਹੈ, 12:30 ਅਸੀਂ ਇਨੋ ਦੇਤਾ। ਠੀਕ ਹੈ ਜੀ, ਜਦੋਂ ਇਨੋ ਦੇਤਾ ਉਹ ਕਹਿੰਦੀ ਜੀ 4 ਵਜੇ ਡੈਥ ਦਾ ਫੋਨ ਆ ਗਿਆ ਤੇ 4:26 ਤੇ ਐਂਟਰੀ ਪਵਾਈ ਜਾ ਰਹੀ ਹੈ।
ਅੱਛਾ, ਇਹ ਟਾਈਮਿੰਗ ਦਾ ਐਰਰ ਹੈਗਾ ਜੀ, ਤੁਸੀਂ ਦੇਖਿਆ ਖੁਦ? ਮੇਰੇ ਕੋਲੇ ਆ ਦੇਖੋ ਜੀ, ਮੈਂ ਫੇਰ ਕਹਿੰਦੀ ਹਾਂ ਤੁਹਾਨੂੰ, ਮੈਂ ਪ੍ਰੂਫ ਦਿਖਾ ਦਿੰਨੀ ਆ, ਕਿਉਂਕਿ ਕੋਈ ਵੀ ਗੱਲ ਆਪਾਂ ਕਿਸੇ ਤੇ ਇਲਜ਼ਾਮ ਇਦਾਂ ਨਹੀਂ ਲਗਾ ਸਕਦੇ। 4 ਵਜੇ ਦੀ ਡੈਥ ਹੈ, ਐਡਮਿਸ਼ਨ ਟਾਈਮ 4:26 ਤੇ ਡਿਸਚਾਰਜ ਟਾਈਮ 4:45। ਜੀ ਇਹਨਾਂ ਕਾਰਨਾਂ ਕਰਕੇ ਹੀ ਸਾਨੂੰ ਇਹ ਮੌਤ ਸੁਭਾਵਿਕ ਨਹੀਂ ਲੱਗਦੀ। ਠੀਕ ਹੈ ਜੀ। ਫਿਰ ਇਹਨਾਂ ਨੇ ਫਾਈਲ ਦੇ ਵਿੱਚ ਇੱਕ ਐਰਰ ਕਰਤਾ। ਇਹਨਾਂ ਨੇ ਮੇਰੇ ਫਾਦਰ ਦਾ ਨਾਮ ਕਰਤਾਰ ਰਮਲਾ, ਉਹਨਾਂ ਦੀ ਆਇਡੈਂਟੀਟੀਆਂ ਵੀ ਕਰਤਾਰ ਰਮਲੇ ਤੋਂ ਬਣੀਆਂ ਨੇ। ਸਾਡੇ ਆਈਡੀ ਕਾਰਡ ਤੇ ਵੀ ਕਰਤਾਰ ਰਮਲਾ, ਉੱਥੇ ਕਰਤਾਰ ਸਿੰਘ ਲਿਖਾਤਾ। ਉਹਨਾਂ ਦਾ ਫਾਦਰ ਨਾਮ ਪਿਆਰਾ ਸਿੰਘ, ਉੱਥੇ ਤਾਰਾ ਸਿੰਘ ਲਿਖਾਤਾ, ਜਦਕਿ ਨਵਜੋਤ ਰਾਣੀ ਆਂਟੀ ਦੇ ਕੋਲੇ ਮੇਰੇ ਫਾਦਰ ਦੀਆਂ ਸਾਰੀਆਂ ਆਈਡੀਜ਼ ਨੇ। 7 ਸਾਲ ਤੋਂ ਉਹਨਾਂ ਨਾਲ ਰਹਿ ਰਹੇ ਨੇ, ਉੱਥੇ ਨਾਮ ਦਾ ਐਰਰ ਆ ਗਿਆ। ਇਹਨਾਂ ਨੇ ਇਦਾਂ ਕਿਉਂ ਕੀਤਾ? ਤਾਂ ਕਿ ਅਸੀਂ ਡਿਟੇਲਸ ਨਾ ਕਢਾ ਸਕੀਏ। ਇਸ ਕਰਕੇ ਇਹ ਕਥਿਤ ਮਰਡਰ ਲੱਗ ਰਿਹਾ ਜੀ, ਇਹ ਸਾਜ਼ਿਸ਼ ਲੱਗ ਰਹੀ ਹੈ। ਇਹ ਕਿਸੇ ਵੀ ਪਾਸੇ ਤੋਂ ਨੈਚੁਰਲ ਡੈਥ ਨਹੀਂ ਲੱਗ ਰਹੀ। 4 ਵਜੇ ਡੈਥ ਦਾ ਕਿੱਦਾਂ ਪਤਾ ਲੱਗਾ ਕਿ 4 ਵਜੇ ਡੈਥ ਹੋਈ? ਤੁਹਾਡੇ ਕੋਲ ਕੀ ਇਹਦੇ ਪ੍ਰੂਫ ਆਏ ਨੇ? ਦੇਖੋ ਜੀ, ਵੀਡੀਓ ਪ੍ਰੂਫ ਪਿਆ, ਉਹਨਾਂ ਦੀ ਕੰਮ ਵਾਲੀ ਖੁਦ ਐਡਮਿਟ ਕਰ ਰਹੀ ਹੈ ਇਸ ਚੀਜ਼ ਨੂੰ। ਆਪਾਂ ਉਸ ਵੀਡੀਓ ਨੂੰ ਦਿਖਾ ਤਾਂ ਨਹੀਂ ਸਕਦੇ, ਲੇਕਿਨ ਆਡੀਓ ਆਪਾਂ ਸੁਣਾ ਦਿੰਨੇ ਆ, ਕਿਉਂਕਿ ਉਹ ਵੀਡੀਓ ਕਰਤਾਰ ਰਮਲਾ ਜੀ ਦੀ ਮੌਤ ਕਿਵੇਂ ਹੋਈ ਉਹ ਆਖਰੀ ਪਲ ਸੁਣੋ ਇਹਨਾਂ ਦੀ ਜ਼ੁਬਾਨੀ। ਆ ਤੁਸੀਂ ਸੁਣ ਲਓ। ਕਹਿੰਦਾ ਪੰਜ ਆ, 4-5 ਜਣੇ ਗੱਡੀ ਤੇ ਲੈ ਕੇ ਬਾਜ਼ਾਰ ਆ ਗਏ। ਉਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਨਹੀਂ ਸੀਗੀ। ਫਿਰ ਮੈਂ 4 ਵਜੇ ਇਹਨਾਂ ਘਰ ਆਈ ਆ। 4 ਵਜੇ ਡੈਥ, ਮੈਨੂੰ ਫੋਨ ਲਾਇਆ, ਮੈਂ ਕਿਹਾ ਵੀ ਆ ਗਏ ਆ, ਕਹਿੰਦੇ ਵੀ ਡੈਥ ਹੋ ਗਈ ਆ। ਹੁਣ ਤੁਸੀਂ ਦੇਖੋ, 4 ਵਜੇ ਉਹਨਾਂ ਦੇ ਆਪਣੀ ਜ਼ੁਬਾਨੀ ਹੈ ਕਿ 4 ਵਜੇ ਮੌਤ ਹੋਈ ਹੈ। ਤੁਸੀਂ 4:26 ਤੇ ਐਂਟਰੀ ਪਾਉਣ ਲਈ, ਮੀਡੀਆ 'ਚ ਅੱਛੇ ਬਣਨ ਲਈ ਤੁਸੀਂ ਉਹਨੂੰ ਲੈ ਕੇ ਆਏ ਹੋ। ਇਸ ਕਰਕੇ ਅਸੀਂ ਕਿਸੇ ਤੇ ਬਲੇਮ ਨਹੀਂ ਲਾ ਰਹੇ, ਅਸੀਂ ਐਵੀਡੈਂਸਿਸ ਦੇ ਆਧਾਰ ਤੇ ਹੀ ਇਸ ਨੂੰ ਲੜਾਈ ਨੂੰ ਸ਼ੁਰੂ ਕੀਤਾ ਹੈ। ਔਰ ਮੈਨੂੰ ਉਮੀਦ ਹੈ ਮੈਨੂੰ ਇਸ ਚੀਜ਼ 'ਚ ਮੈਨੂੰ ਮੇਰੇ ਫਾਦਰ ਨੂੰ ਇਨਸਾਫ ਮਿਲੂਗਾ, ਸਾਨੂੰ ਸਾਡੇ ਹੱਕ ਮਿਲਣਗੇ, ਸਾਨੂੰ ਸਾਡੀ ਪਾਪਾ ਦੀ ਤੁੰਬੀ ਮਿਲੂਗੀ, ਜਿਨ੍ਹਾਂ ਨੂੰ ਕਦੇ ਵੀ ਉਹਨਾਂ ਨੇ ਆਪਣੇ ਤੋਂ ਵਿਛੋੜਿਆ ਨਹੀਂ। ਤਾਂ ਹੀ ਮੇਰੇ ਫਾਦਰ ਦੀ ਰੂਹ ਨੂੰ ਸ਼ਾਂਤੀ ਮਿਲੂਗੀ। ਜਸਟਿਸ ਫॉर ਕਰਤਾਰ ਰਮਲਾ। ਮੈਂ CID ਬ੍ਰਾਂਚ, CBI ਬ੍ਰਾਂਚ, ਮੀਡੀਆ, ਪੁਲਿਸ ਜੀ ਨੂੰ, ਪੁਲਿਸ ਕਰਮਚਾਰੀਆਂ ਨੂੰ, ਪੂਰੇ ਪੰਜਾਬ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ। ਹਮੇਸ਼ਾ ਮੈਂ ਉਹਨਾਂ ਨੂੰ ਟੈਗ ਵੀ ਕਰਦੀ ਹਾਂ, ਸਾਨੂੰ ਤੁਹਾਡੇ ਤੋਂ ਇਨਸਾਫ ਦੀ ਮੰਗ ਹੈ। ਮੇਰੇ ਪਿਤਾ ਜੀ ਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕਿ ਅੱਧੀ ਪੁਲਿਸ, ਪੰਜਾਬ ਪੁਲਿਸ ਮੇਰੇ ਫਾਦਰ ਸਾਹਿਬ ਦੀ ਬਹੁਤ ਫੈਨ ਹੈ। ਮੈਂ ਅਕਸਰ ਦੇਖਿਆ ਪੰਜਾਬ ਪੁਲਿਸ ਨੂੰ ਮੇਰੇ ਫਾਦਰ ਸਾਹਿਬ ਦੇ ਗਾਣੇ ਸੁਣਦੇ ਹੋਏ। ਮੈਂ ਇਸ ਕਰਕੇ ਉਹਨਾਂ ਨੂੰ ਅਪੀਲ ਕਰਦੀ ਹਾਂ, ਆਪਣੇ ਇਸ ਲੋਕ ਗਾਇਕ ਨੂੰ ਇਨਸਾਫ ਦਿਵਾਓ। ਇੱਕ ਬੇਟੀ ਦੀ ਗੁਹਾਰ ਹੈ, ਸਾਨੂੰ ਕੁਝ ਨਹੀਂ ਚਾਹੀਦਾ, ਪਹਿਲਾਂ ਸਾਨੂੰ ਸਾਡੇ ਫਾਦਰ ਦਾ ਇਨਸਾਫ ਚਾਹੀਦਾ, ਜਾਂ ਸਾਨੂੰ ਉਹਨਾਂ ਦੀ ਆਈਡੀ ਪ੍ਰੂਫ ਤੇ ਵੱਧ ਤੋਂ ਵੱਧ ਉਹਨਾਂ ਦੀ ਤੁੰਬੀ। ਹਾਂਜੀ ਮੈਡਮ ਜੀ, ਨਵਜੋਤ ਕੌਰ ਜੀ ਦੇ ਨਾਲ ਕੀ ਇਸ਼ੂ ਚੱਲ ਰਿਹਾ ਜੀ ਆਪਣਾ? ਦੇਖੋ, ਜਦੋਂ ਮੈਂ ਰਮਲਾ ਸਾਹਿਬ ਨਾਲ ਗਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਪਹਿਲਾਂ ਵੀ ਉਹਨਾਂ ਦੀ ਪੂਰੀ ਚੜ੍ਹਾਈ ਸੀ ਤੇ ਉਹਨਾਂ ਨਾਲ ਸੁਖਵੰਤ ਜੀ ਗਾਉਂਦੇ ਸੀਗੇ। ਉਸ ਤੋਂ ਬਾਅਦ ਕੁਲਦੀਪ ਜੀ ਨੇ ਗਾਇਆ, ਉਸ ਤੋਂ ਬਾਅਦ ਹਰਨੀਤ ਜੀ ਨੇ ਗਾਇਆ, ਤੇ ਹੋਰ ਵੀ ਕਈ ਸਿੰਗਰ ਜਿਨ੍ਹਾਂ ਦੇ ਮੈਨੂੰ ਵਿੱਚ ਨਾਮ ਨਹੀਂ ਯਾਦ ਗਏ। ਤੇ ਉਸ ਤੋਂ ਬਾਅਦ ਮੈਂ ਗਾਇਆ ਉਹਨਾਂ ਨਾਲ, ਤੇ ਬਹੁਤ ਵਧੀਆ ਸਿੰਗਰ ਸੀ ਉਹ ਇਨਸਾਨ। ਜਿੰਨਾ ਸਿੰਗਰ ਵਧੀਆ ਸੀ, ਉਨਾ ਹੀ ਉਹ ਇਨਸਾਨ ਵਧੀਆ ਸੀ। ਉਹਦੇ ਨਾਲ ਮਤਲਬ ਕਿ ਜੇ ਕੋਈ ਅਣਜਾਣ ਸਿੰਗਰ ਵੀ ਹੈ ਨਾ, ਤੇ ਉਹ ਵੀ ਕਾਮਯਾਬ ਹੋਈ ਹੈ। ਲਾਲ ਚੰਦ ਜਮਲਾ ਜੱਟ ਜੀ ਦੇ ਸ਼ਾਗਿਰਦ ਸੀਗੇ, ਤੇ ਉਹਨਾਂ ਨੇ ਹੀ ਉਹਨਾਂ ਦਾ ਨਾਮ ਰਮਲਾ ਰੱਖਿਆ ਸੀ। ਤੇ ਉਸ ਤੋਂ ਬਾਅਦ ਜਦੋਂ ਮੈਂ ਗਾਇਆ ਉਹਨਾਂ ਦੇ ਨਾਲ, ਤੇ ਮੈਂ ਵੀ ਬਹੁਤ ਵਧੀਆ ਕੰਮ ਕੀਤਾ ਹੈ। ਕਿ ਤੂੰ ਵੀ ਜਿਹੜੀ ਆ ਉਹਦੇ ਲਈ ਫਾਈਟ ਕੀਤੀ ਜਾ ਰਹੀ ਹੈ, ਤੇ ਤੁਹਾਡਾ ਕੀ ਕਹਿਣਾ ਇਹਦੇ? ਮੇਰਾ ਕਹਿਣਾ ਇਹ ਹੈ ਕਿ ਉਹ ਇੱਕ ਟਾਈਮ ਪਰਿਵਾਰ ਤਾਂ ਛੱਡ ਦੂਗਾ, ਤੂੰ ਵੀ ਨਹੀਂ ਛੱਡਦੇ ਸੀ। ਸਭ ਨੂੰ ਪਹਿਲਾਂ ਤੂੰ ਵੀ ਚੱਕਦੇ ਸੀ, ਫਿਰ ਖੁੱਸਾ ਚੱਕਦੇ ਸੀ, ਤੇ ਫਿਰ ਉਹ ਕਾਪੀਆਂ ਵਾਲਾ ਜਿਹੜਾ ਉਹਨਾਂ ਦਾ ਮੈਟਰ ਹੁੰਦਾ ਆਪਣਾ, ਜਿਹੜਾ ਆਪਾਂ ਸਟੇਜ ਪਰਫਾਰਮ ਕਰਦੇ ਹਾਂ, ਉਹ ਚੱਕਦੇ ਸੀ, ਕਿਉਂਕਿ ਉਹਨਾਂ ਨੂੰ ਲਿਖਣ ਦਾ ਵੀ ਸ਼ੌਕ ਸੀ। ਤੇ ਉਹ ਉਹਨਾਂ ਦੀ ਵਿਰਾਸਤ ਹੈ, ਉਹ ਕਿਸੇ ਕੋਲੇ ਵੀ ਹੱਕ ਨਹੀਂ। ਪਰਿਵਾਰ 'ਚ ਜੋ ਬੰਦਾ ਤੁੰਬੀ ਲੈ ਕੇ ਗਿਆ, ਤੇ ਤੁੰਬੀ ਦੀ ਮੰਗ ਮੇਰੇ ਹਿਸਾਬ ਨਾਲ ਕੋਈ ਬਹੁਤੀ ਵੱਡੀ ਨਹੀਂ ਹੈ। ਸਾਡੇ ਲਈ ਉਹ ਵਿਰਾਸਤ ਹੈ, ਸਾਡੇ ਲਈ ਉਹ ਸਾਡੀ ਜਾਨ ਹੈ। ਅਗਰ ਤੁਹਾਡੀ ਬੈਠ ਕੇ ਸੁਲ੍ਹਾ ਹੁੰਦੀ ਉਸ ਪਰਿਵਾਰ ਦੇ ਨਾਲ, ਤੁਹਾਨੂੰ ਤੁੰਬੀ ਦੇਣ ਲਈ ਮੰਨ ਜਾਂਦਾ ਆ, ਤੇ ਬੈਠ ਕੇ ਡਿਸਕਸ ਕਰਨੀ ਚਾਹੋਗੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ? ਜੇ ਉਹਨਾਂ ਨੇ ਸੁਲ੍ਹਾ ਕਰਨੀ ਹੁੰਦੀ, ਤੇ ਸਟਾਰਟਿੰਗ ਦੇ ਵਿੱਚ ਜੇ ਅਸੀਂ ਚੁੱਪ ਕਰਕੇ ਬੈਠੇ ਸੀ, 4 ਮਹੀਨੇ ਲੰਘ ਗਏ, ਕੋਵਿਡ ਸੀ, ਇਜਾਜ਼ਤਾਂ ਨਹੀਂ ਮਿਲ ਰਹੀਆਂ ਸੀ ਕਿਸੇ ਵੀ ਕੰਮਾਂ ਲਈ, ਕਿਉਂਕਿ ਕਰਤਾਰ ਰਮਲਾ ਜਦੋਂ ਐਕਸਪਾਇਰ ਹੋਏ ਨੇ, ਤੇ ਵੈਰੀ ਆਫਟਰ 2 ਡੇਜ਼ ਤੋਂ ਬਾਅਦ ਕੋਵਿਡ ਹੋ ਗਿਆ, ਤੇ ਕਿਤੇ ਵੀ ਇਜਾਜ਼ਤ ਨਹੀਂ ਸੀ ਸਾਨੂੰ ਜਾਣ ਦੀ। ਤੇ ਜੇ 4 ਮਹੀਨੇ ਬਾਅਦ ਉਹਨਾਂ ਨੇ ਫੋਨ ਕਰਨਾ ਸੀ ਸਾਨੂੰ, 4 ਮਹੀਨੇ ਬਾਅਦ ਉਹਨਾਂ ਨੇ ਸਾਡੇ ਨਾਲ ਸੁਲ੍ਹਾ ਕਰਨੀ ਸੀ, ਤੇ ਉਹ ਸਾਨੂੰ ਇੱਕ ਫੋਨ ਕਰਦੇ, ਇੱਕ ਟੇਬਲ ਤੇ ਬੈਠਦੇ, ਸਾਨੂੰ ਕਹਿੰਦੇ ਵੀ ਆ ਜਾਓ, ਆਪਾਂ ਕਿਵੇਂ ਕਰਨਾ ਹੈ, ਕੀ ਕੀ ਘਰ ਦੇ ਮਸਲੇ ਨੇ, ਆਪਾਂ ਬੈਠ ਕੇ ਸੁਲਝਾ ਲੈਂਦੇ ਹਾਂ। ਸਾਨੂੰ ਉਹ ਫੋਨ ਆਇਆ ਥਾਣੇ ਤੋਂ, ਸਾਨੂੰ ਕਹਿੰਦੇ ਜੀ ਸਾਰੇ ਹਾਜ਼ਰ ਹੋ। ਸਤਪਾਲ ਸਿੰਘ, ਮਨਦੀਪ ਕੌਰ, ਸੰਦੀਪ ਕੌਰ, ਪਰਮਜੀਤ ਸੰਧੂ, ਸਤਵੀਰ ਕੌਰ, ਲਖਬੀਰ ਸਿੰਘ, ਇਹਨਾਂ ਤੇ ਜੀ ਉਹਨਾਂ ਨੇ ਮਤਲਬ ਕਿ ਕੰਪਲੇਂਟ ਪਾਈ ਹੈ। ਕੰਪਲੇਂਟ ਕਿਸ ਚੀਜ਼ ਦੀ ਪਾਈ? ਕੰਪਲੇਂਟ ਉਹ ਪਾਈ ਵੀ ਕਿਤੇ ਕਮੈਂਟਸ ਗਲਤ ਕਰ ਰਹੇ ਆ ਮੈਨੂੰ। ਕਮੈਂਟ ਤੇ ਇੱਕ ਦੀ ਆਈਡੀ ਤੋਂ ਹੋਏਗਾ ਕਿ ਸਾਰਿਆਂ ਨੇ ਕਮੈਂਟ ਕਰਤੇ? ਨਹੀਂ ਜੀ, ਇਹ ਨਹੀਂ ਮੈਨੂੰ ਪਤਾ ਵੀ ਕਮੈਂਟਸ ਕਿਹਨੇ ਕਿਹਨੇ ਕੀਤੇ। ਕਮੈਂਟਸ ਕੀਤੇ ਹੈ, ਲੇਕਿਨ ਜ਼ਰੂਰ ਹੋਏ ਉਹਨਾਂ ਨੂੰ ਕਮੈਂਟਸ। ਇਹਦੇ ਵਿੱਚ ਮੁੱਕਰਨ ਵਾਲੀ ਗੱਲ ਨਹੀਂ, ਕਿਉਂਕਿ ਜਦੋਂ ਆਪਾਂ ਸਿੱਧਾ ਹੀ ਕਹੀ ਜਾਂਦੇ ਆ ਵੀ ਸਾਡੇ ਬੰਦੇ ਨਾਲ ਇਹ ਧੱਕਾ ਹੋਇਆ, ਸਾਡੇ ਬੰਦੇ ਨਾਲ ਇਹ ਪ੍ਰੋਬਲਮ, ਤੇ ਫਿਰ ਕਮੈਂਟਸ ਤੋਂ ਅਸੀਂ ਕਿਉਂ ਮੁੱਕਰੀਏ?
ਉਹਨਾਂ ਨੇ ਸਾਨੂੰ ਕਰਵਾਏ ਨੇ, ਉਹਨਾਂ ਨੇ ਸਾਨੂੰ ਕੀਤੇ ਨੇ, ਸਾਡੇ ਚਾਹਣ ਵਾਲਿਆਂ ਨੇ ਉਹਨਾਂ ਨੂੰ ਕੀਤੇ ਆ। ਇਹ ਤਾਂ ਹੁਣ ਪਬਲਿਕ ਤੇ ਡਿਪੈਂਡ ਕਰਦਾ ਨਾ। ਕਮੈਂਟਸ ਕੋਈ ਵੀ ਕਿਸੇ ਨੂੰ ਕਰ ਸਕਦਾ, ਫੰਡਾਮੈਂਟਲ ਰਾਈਟਸ ਨੇ ਬੋਲਣ ਦੇ, ਅਧਿਕਾਰ ਨੇ ਸੱਚ ਬੋਲਣ ਦੇ। ਬੰਦਾ ਮਰ ਜੇ ਤੇ ਬੋਲੀਏ ਵੀ ਨਾ। ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਹੁਣ ਆਪਾਂ? ਮੈਂ ਪ੍ਰਸ਼ਾਸਨ ਤੋਂ ਪਹਿਲਾਂ ਇਹ ਦੱਸੂਗੀ, ਤੁਹਾਡੇ ਨਾਲ ਮੈਂ ਇਹ ਗੱਲ ਕਰੂੰਗੀ ਵੀ 2013 ਦੇ ਵਿੱਚ ਨਵਜੋਤ ਕੌਰ ਜੀ ਉਹਨਾਂ ਨੂੰ ਲੈ ਕੇ ਗਏ ਲੁਧਿਆਣੇ ਤੋਂ, ਠੀਕ ਹੈ ਜੀ। ਮੰਨ ਲਿਆ ਲੈ ਕੇ ਗਏ, ਚਲੋ ਉਹਨਾਂ ਦਾ ਵੀ ਸੰਗੀਤ ਨਾਲ ਮਸਲਾ ਸੀ, ਇਹਨਾਂ ਦਾ ਵੀ ਸੰਗੀਤ ਨਾਲ ਮਸਲਾ ਸੀ, ਇਹਨਾਂ ਨੂੰ ਵੀ ਕੋ ਸਿੰਗਰ ਚਾਹੀਦੀ ਸੀ, ਉਹਨਾਂ ਨੂੰ ਵੀ ਸਹਾਰਾ ਚਾਹੀਦਾ ਸੀ, ਲੈ ਗਏ। ਸਾਡੇ ਨੋਟਿਸ ਕਿਤੇ ਨਹੀਂ ਵੀ ਉਹ ਬੰਦਾ ਜਾ ਰਿਹਾ। ਸਾਨੂੰ ਉਹ ਵੇਖਿਆ ਵੀ, ਕਿਉਂਕਿ ਸਾਡੇ ਨਾ ਜਿਹੜੇ ਘਰ ਨੇ ਉਹ ਬਿਲਕੁਲ ਇੱਕ ਬਲਾਕ ਦੇ ਜਿਵੇਂ ਨੇੜੇ ਬੱਚੇ ਉੱਧਰ ਵੀ ਜਾਈ ਜਾਂਦੇ, ਇੱਧਰ ਵੀ ਜਾਈ ਜਾਂਦੇ ਆ। ਉਸ ਤੋਂ ਪਹਿਲਾਂ ਮਨਜੀਤ ਜੀ ਨੇ ਗਾਇਆ, ਨਾਲ ਰਾਜੂ ਜੀ ਨੇ ਗਾਇਆ, ਤੇ ਬੱਚੇ ਬੜੇ ਕੋਆਪਰੇਟਿਵ ਜਾਂਦੇ ਰਹੇ, ਖਾਂਦੇ ਰਹੇ, ਉੱਧਰ ਪੀਂਦੇ ਰਹੇ, ਪਾਪਾ ਇੱਧਰ ਆਉਂਦੇ ਰਹੇ, ਅਸੀਂ ਉੱਧਰ ਚਲੇ ਗਏ। ਮਤਲਬ ਕਿ ਜਿਹਨੂੰ ਕਹਿੰਦੇ ਵੀ ਛੱਤਾਂ ਲੱਗ ਹੋ ਗਈਆਂ ਸੀ ਥੋੜੇ ਸਮੇਂ ਲਈ, ਦਿਲ ਤੋਂ ਕੋਈ ਵੀ ਬੰਦਾ ਕਿਸੇ ਤੋਂ ਲੱਗ ਨਹੀਂ ਸੀ, ਠੀਕ ਹੈ ਨਾ। ਇਹ ਲੈ ਕੇ ਚਲੇ ਗਏ। ਇਹ ਆਲਰੇਡੀ ਮੈਰਿਡ ਨੇ, ਆਪਣੇ ਹਸਬੈਂਡਸ ਨੂੰ ਉਹਨਾਂ ਨੇ ਕੇਅਰ ਨਹੀਂ ਕੀਤੀ, ਸਾਡੇ ਬੰਦੇ ਦੀ ਸੇਵਾ ਕੀਤੀ। ਚਲੋ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ, ਉਹਨਾਂ ਨੇ ਸੇਵਾ ਕੀਤੀ। ਸੇਵਾਦਾਰ ਕੋਲੇ ਘੱਟੋ ਘੱਟ ਇੰਨਾ ਫਰਜ਼ ਤਾਂ ਹੁੰਦਾ ਹੈ ਨਾ ਵੀ ਤੁਹਾਡਾ ਬੰਦਾ ਬਿਮਾਰ ਹੈ, ਤੁਹਾਡਾ ਬੰਦਾ ਘਰੇ ਨਹੀਂ ਆਇਆ, ਤੁਹਾਡੇ ਬੰਦੇ ਨੂੰ ਪ੍ਰੋਬਲਮ ਹੈ। ਕੰਟਰੈਕਟ ਬੇਸ ਤੇ ਕੰਮ ਕੀਤਾ, 3 ਸਾਲ ਦਾ ਕੰਟਰੈਕਟ ਹੋਇਆ। ਪਹਿਲੇ 3 ਸਾਲ 'ਚ ਇਹਨਾਂ ਨੇ ਉਹਨਾਂ ਤੋਂ ਕੋਈ ਵੀ ਚੀਜ਼ ਨਹੀਂ ਲਈ। ਉਸ ਤੋਂ ਬਾਅਦ ਇਹਨਾਂ ਦੀ ਲੜਾਈਆਂ ਝਗੜੇ ਹੋਏ, ਕਿਉਂਕਿ ਕਰਤਾਰ ਰਮਲਾ ਇੱਕ ਇੱਦਾਂ ਦੀ ਸ਼ਖਸੀਅਤ ਹੈ ਵੀ 10 ਮਿੰਟ ਤੋਂ ਬਾਅਦ ਜਿਹੜੀ ਗੱਲ ਢਿੱਡ 'ਚ ਨਹੀਂ ਰੱਖ ਸਕਦੇ। ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਬਹੁਤ ਯਾਰ ਲੜਾਈ ਝਗੜਾ ਚੱਲ ਰਿਹਾ, ਹੁਣ ਕੀ ਕਰਨਾ। ਮੈਂ ਕਿਹਾ ਮੇਰੀ ਗੱਲ ਸੁਣੋ, ਜੇ ਤੁਸੀਂ ਕੰਫਰਟੇਬਲ ਹੋ ਗੁੱਡ ਹੈ, ਅਦਰਵਾਈਜ਼ ਯੂ ਕੈਨ ਕਮ ਬੈਕ। ਬਈ ਸਾਡੀ ਮਰਜ਼ੀ ਨਾਲ ਤੁਸੀਂ ਗਏ ਨਹੀਂ, ਸਾਡੀ ਮਰਜ਼ੀ ਨਾਲ ਨਹੀਂ ਨਾ ਗਏ ਤੁਸੀਂ ਉਹਨਾਂ ਨੇ ਕਿਹਾ ਤੁਸੀਂ ਤੁਰ ਗਏ, ਇਹ ਗਲਤ ਹੋ ਗਿਆ। ਨਵਜੋਤ ਦਾ ਸਟੇਟਸ ਕੀ ਹੈ ਜੀ? ਸਟੇਟਸ ਨਵਜੋਤ ਦਾ ਦੱਸਿਓ ਜੀ ਕੀ ਹੈ ਜੀ? ਉਹਨਾਂ ਨਾਲ ਕੰਟਰੈਕਟ ਬੇਸਿਸ ਤੇ ਸੀਗੇ ਜਾਂ ਸਹਿਯੋਗੀ ਸੀ ਜਾਂ ਸੈਲਰੀ ਤੇ ਸੀਗੇ, ਕਿੱਦਾਂ ਸੀਗੇ ਜੀ? ਮੋਸਟਲੀ ਸਿੰਗਰ ਜਿੰਨੇ ਵੀ ਹੁੰਦੇ ਨੇ ਇਹ ਕੰਟਰੈਕਟ ਬੇਸ ਕਰ ਲਈਦਾ, ਤੇ ਉਹਦੇ ਵਿੱਚ ਕੀ ਹੈ, ਇੱਕ ਪੇਮੈਂਟ ਬੰਨੀ ਜਾਂਦੀ ਹੈ 5000 10,000 15,000। ਇਹ ਡਿਪੈਂਡ ਕਰਦਾ ਹੈ ਵੀ ਤੁਹਾਡੇ 'ਚ ਟੈਲੈਂਟ ਕਿੰਨਾ ਹੈ, ਤੁਹਾਡੀ ਵਰਥ ਕਿੰਨੀ ਹੈ, ਤੁਹਾਨੂੰ ਅਗਲਾ ਕੀ ਦੇ ਰਿਹਾ, ਠੀਕ ਹੈ ਨਾ। ਸਾਨੂੰ ਇਹ ਪਤਾ ਲੱਗਿਆ ਸੀ ਕਿ 5000 ਦੇ ਕੰਟਰੈਕਟ ਤੇ ਇਹ ਕੰਮ ਕਰਦੇ ਸੀ, ਠੀਕ ਹੈ ਜੀ। ਉਹ ਕੰਟਰੈਕਟ ਇਹਨਾਂ ਨੂੰ ਮੈਂ ਹੁਣ ਤੁਹਾਨੂੰ ਗੁਜ਼ਾਰਿਸ਼ ਕਰੂੰਗੀ ਵੀ ਜੇ ਤੁਸੀਂ ਕਿਤੇ ਉਹਨਾਂ ਕੋਲ ਵੀ ਜਾਓ ਤਾਂ ਉਹਨਾਂ ਨੂੰ ਕਹੋ ਵੀ ਇੱਕ ਹੋਰ ਕੁਝ ਦਿਖਾਓ, ਨਾ ਦਿਖਾਓ, ਪਹਿਲਾਂ ਕੰਟਰੈਕਟ ਤਾਂ ਦਿਖਾਓ। ਸੈਕੰਡ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸਾਨੂੰ ਇਹ ਨਹੀਂ ਅਜੇ ਤੱਕ ਕਲੀਅਰ ਕਰਨਾ ਹੈ ਵੀ ਇਹਨਾਂ ਦਾ ਰਿਸ਼ਤਾ ਕੀ ਹੈ, ਕਿਤੇ ਵਾਈਫ ਨੇ ਜਾਂ ਉਹਨਾਂ ਦੀ ਧੀ ਨੇ ਜਾਂ ਸ਼ਾਗਿਰਦ ਨੇ ਜਾਂ ਕੀ ਕਹਿਣਾ ਚਾਹੁੰਦੇ ਨੇ। ਵੀ ਡੋਂਟ ਨੋ ਅਬਾਊਟ ਇਟ। ਸਾਡੇ ਨਾਲ ਇਹ ਸਰਾਸਰ ਧੱਕਾ ਹੋਇਆ। ਮੇਰਾ ਬੰਦਾ ਉੱਥੇ ਗਿਆ, ਬਿਮਾਰ ਹੋ ਗਿਆ, ਦੁਨੀਆ ਬਿਮਾਰ ਹੁੰਦੀ ਹੈ, ਸਾਨੂੰ ਬਿਮਾਰ ਦਾ ਨਹੀਂ ਦੱਸਿਆ, ਸਾਨੂੰ ਹਸਪੀਟਲ ਦਾ ਨਹੀਂ ਦੱਸਿਆ, ਸਾਨੂੰ ਡੈਥ ਦਾ ਨਹੀਂ ਦੱਸਿਆ, ਸਾਨੂੰ ਸਵੇਰੇ ਸੰਸਕਾਰ ਦਾ ਨਹੀਂ ਦੱਸਿਆ। ਅਸੀਂ ਨੈੱਟ ਤੋਂ ਪੜ੍ਹਿਆ। ਛੋਟੀ ਬੇਟੀ ਭਾਵੁਕ ਹੋਈ, ਉਹਨੇ ਆਪਣੇ ਵੱਡੀ ਸਿਸਟਰ ਨੂੰ ਫੋਨ ਕੀਤਾ, ਕਹਿੰਦੀ ਮੰਮਾ ਨਾਲ ਗੱਲ ਨਾ ਕਰੀ, ਪਾਪਾ ਬਾਰੇ ਆ ਪੜ੍ਹਿਆ। ਉਹਨੇ ਮੈਨੂੰ ਦੱਸਿਆ, ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਟੈਨਸ਼ਨ ਨਾ ਲੈ, ਇੰਨਾ ਰੋਏਂਗੀ। ਗੱਡੀ ਉਹਨੇ ਅਗਲੀ ਗੱਡੀ 'ਚ ਉਹਦੇ ਕੋਲ ਵੱਜ ਗਈ, ਪਜ਼ਲ ਹੋ ਗਈ। ਚਲੋ ਸੁਭਾਵਿਕ ਸੀ। ਅਸੀਂ ਉੱਥੋਂ ਵਾਪਸ ਆਏ ਹਾਂ ਰੋਂਦੇ ਕਰਲਾਉਂਦੇ। ਅਸੀਂ ਸਵੇਰੇ ਅਰਲੀ ਮਾਰਨਿੰਗ ਗਏ ਹਾਂ, ਉੱਥੇ ਜਾ ਕੇ ਮੈਂ ਇਹਨਾਂ ਕੋਲੇ ਬੈਠੀ ਹਾਂ। ਜਿੰਨਾ ਮੇਰੇ ਅੰਦਰ ਜਿੰਨਾ ਵਲਵਲਾ ਸੀ, ਮੇਰਾ ਵਲਵਲਾ ਨਿਕਲਿਆ, ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਹੋਇਆ ਕੀ ਸੀ ਰਾਣੀ। ਹੁਣ ਬੰਦਾ ਅੱਖ ਨਹੀਂ ਮਿਲਾ ਰਿਹਾ, ਚਲੋ ਮੈਂ ਮੰਨਦੀ ਬਹੁਤ ਇਹਨਾਂ ਨੂੰ ਗਮ ਹੋ ਗਿਆ, ਬਹੁਤ ਟੈਨਸ਼ਨ ਹੋ ਗਈ, ਬਹੁਤ ਨਾਲ ਰਹਿਣ ਨਾਲ ਹੋ ਜਾਂਦਾ, ਆਪਾਂ ਕਿਸੇ ਨਾਲ ਉੱਥੋਂ ਤੱਕ ਸਫ਼ਰ ਕਰ ਲਈਏ, ਪਿਆਰ ਹੋ ਜਾਂਦਾ। ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ। ਕਹਿੰਦੇ ਸਾਰੇ ਕਾਗਜ਼ੀ ਕਾਰਵਾਈ ਪੂਰੀ ਹੈ, ਸਾਰਾ ਪੋਸਟਮਾਰਟਮ ਹੋਇਆ, ਇਹਨੇ ਨਹੀਂ ਉੱਠਣਾ। ਮੈਂ ਕਿਹਾ ਜਦੋਂ ਐਡੀ ਗੱਲ ਕਹਿਤੀ, ਹਸਪੀਟਲ ਚਲੇ ਗਏ ਲੈ ਕੇ, ਇਹ ਸਾਰਾ ਕੁਝ ਹੋ ਗਿਆ, ਇਹਨਾਂ ਕੋਲ ਕਾਗਜ਼ ਪਏ, ਤੇ ਉੱਥੇ ਲੜਨ ਦਾ ਜਾਂ ਚੱਕਰ ਪਾਉਣ ਦਾ ਤਾਂ ਕੋਈ ਮਕਸਦ ਨਹੀਂ ਸੀ ਨਾ। ਮੈਂ ਇੰਨਾ ਕਿ ਜਦੋਂ ਮੈਂ ਡੈੱਡ ਬੋਡੀ ਕੋਲੇ ਗਈ ਉਹਨਾਂ ਦੀ, ਤੇ ਉਹਨਾਂ ਨੇ ਚੱਕ ਲਓ, ਮੈਂ ਉੱਥੇ ਮੇਰੀ ਵੀਡੀਓ ਵੀ ਵਾਇਰਲ ਹੋਈ ਸ਼ਾਇਦ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਇਹਨੂੰ ਹੁਣ ਚੱਕਣਾ ਤੇ ਇਹਨੂੰ ਆਉਣਾ। ਮੈਂ ਕਿਹਾ 2 ਮਿੰਟ ਤਾਂ ਦੇ ਦਿਓ, ਉਹ ਤਾਂ ਕਿਤੇ ਨਹੀਂ ਬੁਲਾਇਆ ਤੁਸੀਂ, ਮੈਨੂੰ 2 ਮਿੰਟ ਤਾਂ ਦੇ ਦਿਓ। 2 ਮਿੰਟ ਵਾਸਤੇ ਮੈਂ ਮੰਗਿਆ। ਇਹ ਪਬਲਿਕ ਜਾਣਦੀ ਹੈ, ਸਾਰਾ ਆਵਾਮ ਜਾਣਦਾ ਇਸ ਗੱਲ ਨੂੰ। ਉਸ ਤੋਂ ਬਾਅਦ ਇਹਨਾਂ ਨੇ ਹਸਪੀਟਲ ਸਾਨੂੰ ਫੋਨ ਨਹੀਂ ਕੀਤਾ। ਅਸੀਂ ਹਸਪੀਟਲ ਜਾਂਦੇ, ਚੀਜ਼ ਸਾਡੀ ਸੀ, ਅਸੀਂ ਉਹਦਾ ਪੋਸਟਮਾਰਟਮ ਕਰਾਉਂਦੇ, ਅਸੀਂ ਇਨਵੈਸਟੀਗੇਸ਼ਨ ਕਰਦੇ ਵੀ ਕੀ ਹੋਇਆ। ਸਾਡੀ ਮਨ ਨੂੰ ਸੰਤੁਸ਼ਟੀ ਸੀ। ਅਸੀਂ ਪਾਗਲ ਹਾਂ ਵੀ ਅੱਜ ਅਸੀਂ ਮੀਡੀਆ ਤੇ ਪਿੱਟਦੇ ਫਿਰਦੇ ਹਾਂ। ਪ੍ਰਾਪਰਟੀ ਤਾਂ ਮਹਿਮੂਦ ਗਜ਼ਨਵੀ ਨੇ 17 ਵਾਰੀ ਦਿੱਲੀ ਲੁੱਟੀ, ਉਹ ਨਹੀਂ ਨਾਲ ਕੁਛ ਲੈ ਕੇ ਗਿਆ। ਮੈਂ ਮਹਾਰਾਜਾ ਫਰੀਦਕੋਟ ਦੇ ਖਾਨਦਾਨ 'ਚ ਮੇਰੇ ਪੇਰੈਂਟਸ ਸੀ, ਉਹ ਕਰੋੜਾਂ ਦੀ ਅਰਬਾਂ ਦੀ ਜਾਇਦਾਦ ਛੱਡ ਕੇ ਚਲਾ ਗਿਆ, ਨਾਲ ਉਹ ਨਹੀਂ ਲੈ ਕੇ ਗਿਆ। ਅੱਜ ਵੀ ਬਹੁਤ ਵਧੀਆ ਵੈਲਸੈਟ ਬੱਚੇ ਹੈ, ਵੈਲਸੈਟ ਘਰ ਹੈ, ਵੈਲਸੈਟ ਗੱਡੀਆਂ ਨੇ। ਆਈ ਹੈਵ ਨੋ ਨੀਡ ਆਫ ਐਨੀਥਿੰਗ। ਪ੍ਰੋਬਲਮ ਇਜ਼ ਵੇਰਵਾ ਤਾਂ ਦਿਓ ਨਾ, ਕਦੋਂ ਉਹਨੇ ਤੁਹਾਡੇ ਨਾਲ ਕੀ ਕੀਤਾ, ਤੁਹਾਨੂੰ ਉਹਨੂੰ ਪ੍ਰਾਪਰਟੀ ਨਾਲ ਲਵਾਤੀ, ਸਾਨੂੰ ਉਹਦੇ ਬੰਦੇ ਦਾ ਨੇਚਰ ਪਤਾ ਹੈ ਵੀ ਉਹ ਬੰਦਾ ਕਿੰਨੀ ਵਰਥ ਕਰਦਾ, ਕਿੱਥੇ ਸਟੈਂਡ ਕਰਦਾ। ਸਾਨੂੰ ਜ਼ਿਆਦਾ ਨੇਚਰ ਨਾ ਪਤਾ ਹੋਵੇ, ਮੇਰੀ ਗੱਲ ਸੁਣ, ਜੇ 7 ਸਾਲ 'ਚ ਇਹਨੂੰ ਪਤਾ ਲੱਗ ਸਕਦਾ ਹੈ, ਤੇ 12-13 ਸਾਲ 2 ਬੱਚੇ ਜੰਮ ਕੇ ਮੈਨੂੰ ਨਹੀਂ ਪਤਾ।
ਮੇਰੇ 'ਚ ਕੋਈ ਭੱਜਣ ਦੀ ਤਾਂ ਸੀਗਾ ਨਹੀਂ, ਮੈਂ ਇਹਨੂੰ ਛੱਡ ਕੇ ਭੱਜ ਜਾਣਾ। 2 ਬੇਬੀਜ਼ ਹੋਈਆਂ, ਮੈਂ ਇੰਟਰਕਾਸਟ ਮੈਰਿਜ ਕੀਤੀ ਹੈ। ਉਸ ਤੋਂ ਬਾਅਦ ਮੈਂ ਮਾਸਟਰ ਆਫ ਆਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਗੁੱਡ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ। ਮੈਂ ਇਹਨੂੰ ਪਿਆਰ ਕੀਤਾ, ਵਿਆਹ ਕੀਤਾ, ਤੇ ਕੀ ਮੇਰੇ ਦਿਲ ਦੇ ਵਿੱਚ ਪਿਆਰ ਹੀ ਨਹੀਂ ਸੀ? ਬੱਚੇ ਜੰਮਣਾ ਸੇਵਾ ਹੀ ਨਹੀਂ ਸੀ? ਨਾਲ ਗਾਇਆ ਸੇਵਾ ਹੀ ਨਹੀਂ ਸੀ? ਮਤਭੇਦ ਕਿਸ ਗੱਲ ਤੋਂ ਹੋ ਗਿਆ ਜੀ ਤੁਹਾਡਾ? ਮਤਭੇਦ, ਵਿਚਾਰਕ ਮਤਭੇਦ ਸੀਗੇ? ਵਿਚਾਰਕ ਮਤਭੇਦ ਵੀ ਉਹਨੇ ਕੁਝ ਕਿਹਾ ਤੇ ਮੈਂ ਨਹੀਂ ਮੰਨਿਆ, ਮੈਂ ਮੰਨੇ ਕਿਹਾ ਤੇ ਉਹਨੇ ਨਹੀਂ ਮੰਨਿਆ। ਮਿਸਅੰਡਰਸਟੈਂਡਿੰਗ, ਛੋਟੀਆਂ ਛੋਟੀਆਂ ਭਾਂਡੇ ਕਿੱਥੇ ਨਹੀਂ ਠਹਿਕਦੇ ਦੱਸੋ ਮੈਨੂੰ? ਕਿੱਥੇ ਜਿਹੜੇ ਆਪਣੇ ਕਿਹੜੇ ਘਰ ਦੇ ਵਿੱਚ ਲੜਾਈ ਨਹੀਂ ਹੁੰਦੀ? ਫੋਨ ਤੇ ਗੱਲਬਾਤ ਹੋ ਜਾਂਦੀ ਸੀ ਜਾਂ ਕਦੀ ਨਾ ਕਦੀ ਮਿਲਦੇ ਹੁੰਦੇ ਸੀ? ਹਾਂਜੀ ਬਿਲਕੁਲ, ਫੋਨ ਤੇ ਤਾਂ ਮੈਨੂੰ ਬੱਚੇ ਕਹਿੰਦੇ ਵੀ ਮਾਤਾ ਤੇ ਬਾਪੂ ਹੋ ਗਏ ਸ਼ੁਰੂ, ਕਹਿੰਦੀ ਉਹ ਉੱਪਰ ਪਏ ਆ ਆਪਣੇ, ਮੈਂਡੀ ਕਹਿੰਦੀ आप ऊपर वाले रूम में चले गए मम्मा, हो गई अब कहानी शुरू, अब मम्मी पापा से लग गए हैं, अब तो घंटा पक्का है, अब घंटा नहीं आएंगे नीचे। सब्जी तो गल शुरू होनी, की बनाया की खादा, ठीक है। उन्हें कंप्लेंट्स करनियां कई बारी भी आ है, मैं कहा भी तू चल कोई गल नहीं, हुण तेरा सैट बनया ओके, तेरा चल रहा ओके है, नहीं कंफर्टेबल तो यू कैन कम बैक। ਉਹਨੂੰ ਇਹ ਡਰਾਇਆ ਗਿਆ ਵੀ ਜੇ ਤੂੰ ਜਾਏਗਾ ਮੈਂ ਆਹ ਕਰ ਦੂੰਗੀ, ਮੈਂ ਆਹ ਕਰ ਦੂੰਗੀ, ਮੈਂ ਆਹ ਕਰ ਦੂੰਗੀ। ਥ੍ਰੈਟ ਕੀਤਾ ਗਿਆ ਉਹਨੂੰ। ਉਹਦਾ ਫੋਨ ਇਹਨਾਂ ਨੇ ਆਪਦੇ ਕੋਲੇ ਰੱਖ ਲਿਆ, ਸਾਨੂੰ ਬਲੌਕ ਲਿਸਟ ਪਾਤਾ। ਇਹਨੂੰ ਕਰਦੇ ਸੀ ਤਾਂ ਮਿਲਦਾ ਨਹੀਂ ਸੀ, ਉਹਨੂੰ ਕਰਦੇ ਸੀ ਤਾਂ ਆਪਸ 'ਚ ਲੜਦੇ ਸੀ। ਜਿਵੇਂ ਪਰਸੋਂ ਪ੍ਰੋਗਰਾਮ ਹੈ, ਅਸੀਂ ਇੱਕ ਦਿਨ ਪਹਿਲਾਂ ਲੜਾਈ ਪਵਾ ਦਈਏ, ਬੰਦੇ 2 ਧਿਰ ਅਗਲਾ ਤਾਂ ਕਹੂਗਾ ਨਾ ਵੀ ਮੈਂ ਕੱਲ ਕੰਮ ਤੇ ਜਾਣਾ ਸੀ, ਤੁਸੀਂ ਸਾਡੀ ਮਿਸਅੰਡਰਸਟੈਂਡਿੰਗ ਕਰਾਤੀ। ਕੰਮ ਕਰ ਰਿਹਾ ਬੱਤਾ, ਵੈਲ ਸੈਟ ਹੈ, ਹੈਲਥ ਗੁੱਡ ਹੈ, ਸਾਨੂੰ ਕੋਈ ਟੈਨਸ਼ਨ ਨਹੀਂ ਸੀ। ਅਸੀਂ ਅੱਜ ਤੱਕ ਉਹਨਾਂ ਨੂੰ, ਨਵਜੋਤ ਕੌਰ ਜੀ ਨੂੰ, ਇੱਕ ਲਫ਼ਜ਼ ਨਹੀਂ ਕਿਹਾ, ਕਦੇ ਇੰਟਰਫੇਅਰ ਨਹੀਂ ਕੀਤਾ, ਕਦੇ ਉਹਨਾਂ ਦੇ ਘਰੇ ਨਹੀਂ ਗਏ ਅਸੀਂ, ਕਦੇ ਉਹਨਾਂ ਨੂੰ ਟੈਨਸ਼ਨ ਨਹੀਂ ਦਿੱਤੀ ਕੋਈ ਕਿਸੇ ਗੱਲ ਦੀ। ਮੇਰੇ ਕੋਲ 3-4 ਵਾਰੀ ਇਹਨਾਂ ਦਿਨਾਂ 'ਚ ਡੈਥ ਤੋਂ ਪਹਿਲਾਂ ਖੁਦ ਨਵਜੋਤ ਕੌਰ ਆਏ ਨੇ, ਕਹਿੰਦੇ ਵੀ ਮੈਨੂੰ ਇੱਦਾਂ ਕਰਕੇ ਉਹਨਾਂ ਨੇ ਮੈਂਡੀ ਦੇ ਪਾਪਾ ਨੇ ਭੇਜਿਆ, ਮੈਂਡੀ ਨੂੰ ਪੇਮੈਂਟ ਚਾਹੀਦੀ ਸੀ, ਖੁਦ ਦੇ ਕੇ ਗਈ ਹੈ, ਕਿਉਂਕਿ ਸਾਡੇ ਵਾਸਤੇ ਕੰਮ ਕਰਦੇ ਉਹਨਾਂ ਦੇ ਨਾਲ। ਜ਼ਿਆਦਾ ਰਿਸ਼ਤਾ ਕਲੀਅਰ ਕਰਨ ਵੀ ਮੇਰਾ ਰਿਸ਼ਤਾ ਆ ਹੈ, ਤੇ ਸਾਨੂੰ ਅਸੀਂ ਟੇਬਲ ਤੇ ਬੈਠ ਕੇ ਸਮਝੌਤਾ ਕਰਦੇ ਵੀ ਤੇਰਾ ਇਹ ਰਿਸ਼ਤਾ ਸੀ, ਤੈਨੂੰ ਐਦਾਂ ਨਾਮ ਕਰਾ ਗਿਆ, ਆਹ ਵੇਰਵੇ ਨੇ, ਸਾਨੂੰ ਕੋਈ ਟੈਨਸ਼ਨ ਨਹੀਂ। ਕਦੇ ਤੁਸੀਂ ਧੀ ਕਹਿੰਦੇ ਹੋ, ਕਦੇ ਤੁਸੀਂ ਵਾਈਫ ਕਹਿੰਦੇ ਹੋ, ਕਦੇ ਤੁਸੀਂ ਪੋਤਾ ਲਿਖਾਈ ਜਾਂਦੇ ਹੋ। ਇਹ ਸਾਰਾ ਕੁਝ ਤਾਂ ਤੁਸੀਂ ਦੇਖੋ ਨਾ, ਇਹ ਗਲਤ ਗੱਲ ਹੈ। ਕਿਤੇ ਨਾ ਕਿਤੇ ਰਿਸ਼ਤਾ ਵੀ ਸ਼ੱਕ ਦੀ ਨਜ਼ਰੀਏ ਨਾਲ ਤੁਸੀਂ ਦੇਖ ਰਹੇ ਹੋ? 100% 100% ਸ਼ੱਕ ਹੈ ਇਸ ਚੀਜ਼ 'ਚ। ਤੇ ਪ੍ਰਾਪਰਟੀ ਕਿੰਨੀ ਕੁ ਹੈ ਤੁਹਾਨੂੰ, ਕਿੰਨਾ ਕੁ ਲੱਗਦਾ ਕਿ ਪ੍ਰਾਪਰਟੀ ਦਾ ਦੁੱਖ ਹੈ ਜਾਂ ਫਿਰ ਉਹਨਾਂ ਦੀ ਜਿਹੜੇ ਸਾਜ਼ ਨੇ ਉਹ ਲੈਣ ਲਈ ਇਸ ਵੇਲੇ ਫਾਈਟ ਕਰਨੀ ਤੁਸੀਂ ਜ਼ਰੂਰੀ ਸਮਝਦੇ ਹੋ? ਪ੍ਰਾਪਰਟੀ ਉਹ ਇਹਦੇ ਨਾਂ ਹੈ, ਸਾਨੂੰ ਨੀਡ ਨਹੀਂ ਅਸੀਂ ਪ੍ਰਾਪਰਟੀ ਦੀ, ਠੀਕ ਹੈ ਨਾ। ਜਿਹੜੀ ਮਤਲਬ ਕਿ ਲੜਾਈ ਹੋਈ ਹੈ ਉੱਥੇ ਵੂਮਨ ਸੈੱਲ ਦੇ ਵਿੱਚ, ਤੁੰਬੀ ਤੋਂ ਹੋਈ ਹੈ। ਪ੍ਰਾਪਰਟੀ ਦਾ ਅਸੀਂ ਕਦੇ ਤਾਂ ਨਹੀਂ ਛੇੜਿਆ ਵੀ ਉਹ ਇਹ ਕਰਮਾਂ ਨਾਲ ਮਿਲਦੀ ਹੈ ਤੁਹਾਨੂੰ। ਇਹ ਜੇ ਉਹ ਉਸ ਪ੍ਰਮਾਤਮਾ ਨੇ ਜਿੰਨਾ ਤੁਹਾਡੇ ਹਿੱਸੇ ਲਿਖਿਆ ਹੈ, ਤੁਹਾਨੂੰ ਉਨਾ ਹੀ ਮਿਲਣਾ ਹੈ, ਵੱਧ ਨਹੀਂ ਮਿਲਣਾ। ਤੇ ਨਾ ਹੀ ਤੁਸੀਂ ਕਦੇ ਜ਼ਿੰਦਗੀ 'ਚ ਲਾਲਚ ਨਾਲ ਕਾਮਯਾਬ ਹੁੰਦੇ ਹੋ। ਤੇ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਅੱਜ ਦੱਸਦਾ, ਉਸ ਇਨਸਾਨ ਦਾ ਪੈਸਾ ਉਹਨੇ ਖੁਰਾਸ਼ਾਂ 'ਚ ਵੀ ਗਾਇਆ, ਉਹਨੇ ਪ੍ਰੋਬਲਮ 'ਚ ਵੀ ਗਾਇਆ, ਉਹਨੂੰ ਇੰਨਾ ਗਾਇਕੀ ਦਾ ਨਸ਼ਾ ਸੀ, ਇੰਨਾ ਜਨੂਨ ਸੀ ਉਸ ਇਨਸਾਨ ਨੂੰ, ਉਹ ਬੰਦੇ ਨੇ ਖੁਦ ਇੰਜੋਏ ਕੀਤਾ ਨੇ ਉਹਨਾਂ ਪੈਸਿਆਂ ਨਾਲ, ਤੇ ਉਹਦਾ ਪੈਸਾ ਪਚਣਾ ਕਿਸੇ ਨੂੰ ਨਹੀਂ। ਚਾਹੇ ਉਹਨਾਂ ਨੇ 7 ਸਾਲ ਕੰਮ ਕੀਤਾ ਹੈ, ਚਾਹੇ ਉਹਨਾਂ ਨੇ 8 ਸਾਲ ਕੰਮ ਕੀਤਾ ਹੈ, ਮੈਂ ਟੇਬਲ ਤੇ ਤੁਹਾਡੇ ਸਾਹਮਣੇ ਬੈਠ ਕੇ ਉਹਨਾਂ ਨੂੰ ਪੁੱਛ ਸਕਦੀ ਹਾਂ, ਤੁਸੀਂ ਪੁੱਛ ਸਕਦੇ ਹੋ ਵੀ ਅੱਜ ਤੱਕ ਕੋਈ ਇੰਟਰਫੇਰੈਂਸ, ਕੋਈ ਫੋਨ ਉਹਨਾਂ ਨੂੰ, ਕੋਈ ਕਾਲ। ਹਾਂ, ਜਦੋਂ ਬੱਚਿਆਂ ਨੇ ਜਾਂ ਅਸੀਂ ਉਹਨਾਂ ਨੂੰ ਕਾਲ ਕਰਦੇ ਸੀ ਵੀ ਗੱਲ ਕਰਾ ਦਿਓ, ਸਾਨੂੰ ਅੱਗੋਂ ਰਿਸਪੌਂਸ ਮਿਲਦਾ ਸੀ ਹੀ ਇਜ਼ ਇਨ ਬਾਥਰੂਮ, ਉਹ ਬਾਥਰੂਮ 'ਚ ਹੈ, ਬਾਹਰ ਚਲਾ ਗਿਆ, ਹੁਣੇ ਇੱਥੇ ਸੀ, ਕਿੱਧਰ ਚਲਾ ਗਿਆ, ਘੰਟੇ ਕੁ ਤੱਕ ਕਰ ਲਿਓ, ਅੱਧੇ ਕੁ ਘੰਟੇ ਤੱਕ ਕਰ ਲਿਓ। ਹੁਣ ਮੇਰੀ ਗੱਲ ਸੁਣੋ, ਅਸੀਂ 4 ਵਾਰੀ ਕੀਤਾ, 5 ਵਾਰੀ ਕੀਤਾ, ਅਸੀਂ ਕਿ ਇਹ ਗੱਲ ਕਰਾਉਂਦੀ ਨਹੀਂ, ਇਹਦੇ ਤੇ ਕਰਾਂਗੇ ਤਾਂ ਲੜਾਈ ਪੈ ਜਾਊਗੀ। ਉਹ ਲੋਕਾਂ ਦੇ ਫੋਨਾਂ ਤੋਂ ਸਾਨੂੰ ਫੋਨ ਕਰ ਜਾਂਦਾ, ਪਤਾ ਨਹੀਂ ਕੀ ਗੱਲ ਆ, ਕਿਉਂ ਨਹੀਂ ਮਿਲਦਾ ਫੋਨ। ਸਭ ਨਾਲੋਂ ਵੱਡਾ ਗਿਲਾ ਤੇ ਸਭ ਨਾਲੋਂ ਵੱਡਾ ਸ਼ਿਕਵਾ ਐਲਫਾਬੈਟ ਦੀ ਏ ਤੋਂ ਧੀਆਂ ਤੇ ਪੁੱਤਾਂ ਦਾ ਰਿਸ਼ਤਾ ਸ਼ੁਰੂ ਹੁੰਦਾ ਹੈ। ਬੰਦਾ ਬਿਮਾਰ ਹੋ ਗਿਆ, 10 ਵਜੇ ਹੋ ਗਿਆ, 10:30 ਹੋ ਗਿਆ, 11 ਹੋ ਗਿਆ, ਸਾਡੀ ਅਮਾਨਤ ਹੈ। ਅਸੀਂ ਸਾਡੀ ਫੈਮਿਲੀ 'ਚ ਕੋਈ ਵੀ ਬੰਦਾ ਜਿਉਂਦਾ ਨਹੀਂ, ਫਿਰ ਤੂੰ ਪੂਰੀ ਹੱਕਦਾਰ ਹੈ। ਤੂੰ ਸਾਨੂੰ ਇੱਕ ਫੋਨ ਕਰ ਬਈ ਭਾਈ ਇਹ ਬਹੁਤ ਸੀਰੀਅਸ ਹੈ, ਤੁਸੀਂ ਆ ਜਾਓ, ਜਿੱਥੇ ਲਿਜਾਣਾ ਮੰਗਦੇ ਹੋ ਲੈ ਜਾਓ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਣਾ ਮੰਗਦੇ ਹੋ ਉੱਥੇ ਆ ਜਾਓ, ਮੈਂ ਤੁਹਾਡੇ ਨਾਲ ਹੈ। ਜਿੱਥੇ ਕਹਿੰਦੇ ਮੈਂ ਗੱਡੀ 'ਚ ਪਾ ਕੇ ਲੈ ਆਉਣੀ ਹੈ, ਚਾਹੇ ਪੱਟਾਂ ਦੇ ਮਰ ਜਾਂਦਾ, ਉਹ ਇਨਸਾਨ ਸਾਡੇ ਪੱਟਾਂ ਦੇ ਮਰ ਜਾਂਦਾ, ਅਸੀਂ ਇਹਨੂੰ ਤਾਂ ਵੀ ਕੁਛ ਨਾ ਕਹਿੰਦੇ, ਕੁਛ ਨਹੀਂ ਸੀ ਕਹਿਣਾ ਇਹਨੂੰ। ਇਸ ਨੇ ਸਾਨੂੰ ਬਿਲਕੁਲ ਨਹੀਂ ਬੁਲਾਇਆ, ਨਾ ਬਿਮਾਰ ਤੇ ਸ਼ਾਮ ਤੱਕ ਬੰਦਾ ਬਿਮਾਰ ਹੋਵੇ ਹਸਪੀਟਲ 'ਚ ਬੰਦਾ ਬੁਲਾ ਲੈਂਦਾ, ਜੀ ਇੱਥੇ ਡੈਥ ਹੋ ਗਈ, ਇੱਥੇ ਹੀ ਆ ਜਾਓ। ਉੱਥੇ ਅਸੀਂ ਜਾ ਕੇ ਕਹਿੰਦੇ ਵੀ ਅਸੀਂ ਇਹਦੀ ਸਾਨੂੰ ਜਿਹੜੀਆਂ ਇਹਦੀਆਂ ਮੈਡੀਕਲ ਰਿਪੋਰਟਸ ਉਹ ਦਿਓ, ਕਦੋਂ ਆਇਆ, ਕਿੰਨੇ ਵਜੇ ਆਇਆ, ਕਿੰਨੇ ਵਜੇ ਡੈਥ ਹੋਈ। ਉੱਥੇ ਨਹੀਂ ਬੁਲਾਇਆ। ਵੈਰੀ ਨੈਕਸਟ ਡੇ ਅਸੀਂ ਉੱਥੇ ਪੜ੍ਹ ਕੇ ਮੀਡੀਆ ਤੋਂ ਪਹੁੰਚੇ ਹਾਂ, ਸਾਨੂੰ ਸੰਤਾਵਨਾ ਦਿੱਤੀ ਗਈ ਹੈ, ਭਰੋਸਾ ਦਵਾਇਆ ਗਿਆ ਹੈ ਵੀ ਬੰਦੇ ਦੇ ਸਾਰੇ ਮੈਡੀਕਲ ਰਿਪੋਰਟਸ ਮੇਰੇ ਕੋਲੇ, ਇਹਨੇ ਨਹੀਂ ਜਾਗਣਾ।
ਅਸੀਂ ਕਿ ਜਦੋਂ ਸਾਰਾ ਕੁਝ ਕਰਾ ਲਿਆ ਫਿਰ ਹੁਣ ਅਸੀਂ ਐਲੀਗੇਸ਼ਨ ਥੋੜੀ ਲਾਉਣਾ ਸੀ। ਤੁਸੀਂ ਕਿਤੇ ਵੀ ਦੇਖ ਲਓ, ਕੋਈ ਮਾਹੌਲ ਖਰਾਬ ਨਹੀਂ ਹੋਇਆ, ਕਿਤੇ ਕੋਈ ਲੜਾਈ ਨਹੀਂ ਹੋਈ ਸਾਡੀ, ਕਿਤੇ ਕੋਈ ਝਗੜਾ ਨਹੀਂ ਹੋਇਆ। ਸੰਸਕਾਰ ਕਰਾ ਕੇ ਛੋਟੀ ਬੇਟੀ ਮੇਰੀ ਥੋੜੀ ਜਿਹੀ ਪ੍ਰੋਬਲਮ ਸੀ, ਮੈਂ ਉੱਥੋਂ ਹੀ ਵਾਪਸ ਆ ਗਈ। ਇਹਨਾਂ ਨੇ ਬਹੁਤ ਕੁਝ ਸਾਡੇ ਲਈ ਗਲਤ ਲਿਖਿਆ, ਬਟ ਮੈਂ ਆਪਦੀ ਬੇਟੀ ਨੂੰ ਲੈ ਕੇ ਆ ਗਈ। ਮੈਂ ਕਿਹਾ ਕਈ ਵਾਰੀ ਬੱਚਾ ਡਿਪਰੈਸ਼ਨ ਲੈ ਜਾਂਦਾ। ਅਸੀਂ ਘਰੇ ਵਾਪਸ ਆ ਗਏ ਹਾਂ। ਉਸ ਤੋਂ ਬਾਅਦ ਇਹ ਫੁੱਲ ਆਪਦੇ ਘਰੇ ਚੱਕ ਕੇ ਲੈ ਗਏ। ਵੈਰੀ ਨੈਕਸਟ ਡੇ ਮੈਂ ਸੱਸੀ ਪੁੰਨੂ ਸੋਹਣੀ ਮਈਵਾਲ ਵੀ ਅੱਜ ਤੱਕ ਮੇਰੇ ਹਿਸਾਬ ਨਾਲ ਫੁੱਲ ਘਰੇ ਨਹੀਂ ਲੈ ਜਾਂਦੇ, ਕਿਉਂਕਿ ਇਹ ਰੂਲਸ ਐਂਡ ਰੈਗੂਲੇਸ਼ਨ ਨਹੀਂ ਸਾਡੇ ਧਰਮ 'ਚ। ਇਹਨਾਂ ਨੂੰ ਇਹ ਡਰ ਸੀ ਵੀ ਪਰਮਜੀਤ ਸੰਧੂ ਆ ਕੇ ਤੇ ਫੁੱਲ ਚੱਕ ਕੇ ਕਿਤੇ ਮੁਆਇਨਾ ਨਾ ਕਰਾ ਲੇ। ਮੈਂ ਕਹਿੰਦੀ ਸਾਰਾ ਕੁਝ ਕਰ ਲਿਆ, ਫੁੱਲ ਸਾਨੂੰ ਸਿਰਫ ਕੁੱਜੇ 'ਚ ਪਾ ਕੇ ਦੇ ਦਿੰਦੀ ਵੀ ਇਹਨੂੰ ਜਲ ਪ੍ਰਵਾਹ ਕਰਾ ਦਿਓ, ਹਰਿਦੁਆਰ ਲੈ ਜਾਓ ਜਾਂ ਕੀਰਤਪੁਰ ਸਾਹਿਬ ਲੈ ਜਾਓ, ਪੂਰਾ ਪਰਿਵਾਰ ਲੈ ਜਾਓ, ਮੈਨੂੰ ਵੀ ਨਾਲ ਲੈ ਕੇ ਜਾਓ। ਸ਼ੱਕ ਸ਼ਿਕਵਾ ਰਹਿੰਦਾ ਹੀ ਨਾ ਕੋਈ। ਇਹਨਾਂ ਨੇ ਫੁੱਲ ਜਲ ਪ੍ਰਵਾਹ ਫਰੀਦਕੋਟ ਵਾਲੀ ਨਹਿਰ ਤੇ ਕਰਤੇ। 10-12 ਲੋਕ ਤਿਆਰ ਹੋਏ ਵੀ ਅਸੀਂ ਆਉਣ ਲੱਗੇ ਹਾਂ। ਦੂਜਾ ਮੁੰਡਾ ਉਹਨਾਂ ਨੂੰ ਕਹਿੰਦਾ ਜੀ ਇਹ ਤਾਂ ਗੁਰੂ ਜੀ ਦਾ 50 ਕਿਲੋਮੀਟਰ ਰੁੜ ਗਏ, ਹੁਣ ਨਾ ਆਇਓ। ਇੰਨੀ ਕਾਹਲੀ ਕਾਹਦੀ ਸੀ? ਮੇਰੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਬੁਲਾ ਕੇ ਫਿਰ ਉਹਨੂੰ ਕਹਿੰਦੀ ਨਹੀਂ ਰਹਿਣ ਤੋਂ, ਸਾਰੇ ਕੰਮ ਮੈਂ ਖੁਦ ਕਰ ਲੂੰਗੀ। ਕਾਹਦੀ ਕਾਹਲੀ ਆਪਾਂ ਨੂੰ ਡਰ ਕੀ ਹੈ? ਆਪਾਂ ਨੂੰ ਕਿਸ ਚੀਜ਼ ਦਾ ਡਰ ਆ? ਤੁਸੀਂ ਕਲੀਅਰ ਕਰੋ ਵੀ ਆਹ ਫੁੱਲ ਪਏ ਆ, ਆਹ ਡੈੱਡ ਬੋਡੀ ਪਈ ਆ, ਚਾਹੇ ਆਹ ਕਰਾ ਲਓ, ਚਾਹੇ ਪੋਸਟਮਾਰਟਮ। ਹੁਣ ਚਾਹੇ ਲੋਕੀ ਖਿੱਚੀ ਜਾਣ ਪ੍ਰਾਪਰਟੀ ਪ੍ਰਾਪਰਟੀ ਪ੍ਰਾਪਰਟੀ। ਅਰਬਾਂ ਦੀ ਪ੍ਰਾਪਰਟੀ ਥੋੜੀ ਹੈ ਜਿਹੜੀ 20 ਬੰਦੇ ਜਾ ਕੇ ਕੋਈ ਕਹਿ ਜਾਂਦੇ ਮਰਡਰ ਮਰਡਰ ਮਰਡਰ। ਕੁੜੀ ਹੈ, ਉਹਨੇ ਸੰਤਾਪ ਭੁਗਤਿਆ, ਛੋਟੀ ਨੇ ਤੇ ਵੱਡੀ ਨੇ। ਜਦੋਂ ਸਾਡੇ 'ਚ ਥੋੜਾ ਜਿਹਾ ਦਰਾਰ ਪਿਆ, ਉਹ ਕਹਿੰਦੇ ਸੀ ਸੰਤਾਪ ਉਹ ਤਾਂ ਭੁਗਤ ਲਿਆ, ਕਿਉਂਕਿ ਸਾਨੂੰ ਪਿਓ ਵੀ ਦਿਸਦਾ ਸੀ, ਸਾਨੂੰ ਮਾਂ ਵੀ ਦਿਖਦੀ ਸੀ। ਉਹ ਕਹਿੰਦੇ ਮਰੇ ਤੋਂ ਬਾਅਦ ਕਿਵੇਂ ਸੰਤਾਪ ਭੁਗਤੀ? ਉਹ ਕਹਿੰਦੇ ਮੰਮੀ ਇਹਦਾ ਸੰਤਾਪ ਸਾਰੀ ਜ਼ਿੰਦਗੀ ਦਾ ਪਾਤਾ। ਕਹਿੰਦੀ ਪਾਪਾ ਨੂੰ ਖਾ ਲੈਂਦੇ, ਲੈ ਲੈਂਦੇ ਜੋ ਕੁਛ ਮਰਜ਼ੀ। ਇਹ ਕਹਿੰਦੇ ਸੀ ਅਸੀਂ ਕੇਸ ਕਰਾਂਗੇ ਜੀ ਤੁਹਾਡੇ ਤੇ, ਉਹ ਕਰਾਂਗੇ, ਅੰਦਰ ਕਰਾਵਾਂਗੇ ਪਾਪਾ ਨੂੰ। ਕਹਿੰਦੀ ਅੰਦਰ ਕਰਾ ਦਿੰਦੇ, ਪਾਪਾ ਦੀ ਜ਼ਮਾਨਤ ਤੱਕ ਕਰਾ ਲੈਂਦੇ। ਕਹਿੰਦੀ ਪਾਪਾ ਨੂੰ ਬਾਹਰ ਲੈ ਆਉਂਦੇ, ਪਾਪਾ ਨੂੰ ਜੇਲ੍ਹ 'ਚ ਮਿਲ ਲੈਂਦੇ। ਕਹਿੰਦੀ ਉਸ ਜਗ੍ਹਾ ਤੇ ਭੇਜੇ ਜਿੱਥੇ ਅਸੀਂ ਮਿਲ ਨਹੀਂ ਸਕਦੇ ਕਦੇ। ਲੈ ਲਓ, ਸਭ ਕੁਝ ਲੈ ਲਓ, ਕੋਈ ਗੱਲ ਨਹੀਂ। ਕਿਸਮਤ ਦਾ ਮਿਲਣਾ ਹੈ, ਹੋ ਸਕਦਾ ਤੁਹਾਡੀ ਕਿਸਮਤ 'ਚ ਹੋਵੇ, ਤੁਸੀਂ ਲੈ ਲਓ। ਬੱਚਿਆਂ ਨੂੰ ਘੱਟੋ ਘੱਟ ਉਹਨਾਂ ਨੂੰ ਰਿਲਾਈਜ਼ ਤਾਂ ਕਰਾਓ ਵੀ ਤੁਹਾਡਾ ਪਿਓ ਮਰਿਆ, ਫੁੱਲ ਲੈ ਲਓ, ਤੁਸੀਂ ਫੁੱਲ ਤਾਰਨ ਦੀ ਰਸਮ ਤਾਂ ਕਰ ਲਓ। ਸਾਡੇ ਨਾਲ ਇਹ ਧੱਕਾ ਹੋਇਆ। ਉਸ ਤੋਂ ਬਾਅਦ ਅਸੀਂ ਕਿਹਾ ਵੀ ਚੱਲ ਕੁਛ ਨਹੀਂ, ਉਹ ਬੰਦਾ ਚਲਾ ਗਿਆ, ਕੋਈ ਨਹੀਂ। ਬੇਟੇ ਨੇ ਆਵਾਜ਼ ਉਠਾਈ, ਬੇਟੀ ਨੇ ਉਠਾਈ ਵੀ ਚਲੋ ਮੰਮੀ ਪਾਪਾ ਦੀ ਤੁਮ ਵੀ ਦੇ ਦਿਓ। ਛੋਟੀ ਬੇਟੀ ਨੇ ਜਿਹੜਾ ਕਲਰ ਵਾਲਾ ਬ੍ਰਸ਼ ਹੈ ਉਹ ਪਿਆ ਸੀ ਉਹਦੇ ਪਾਪਾ ਦਾ। ਕਹਿੰਦੀ ਮੰਮੀ ਪਾਪਾ ਦਾ ਬ੍ਰਸ਼ ਪਿਆ ਕਲਰ ਵਾਲਾ, ਮੈਂ ਲੈਣਾ। ਇਹਨਾਂ ਦੇ ਕੋਈ ਪਤਾ ਨਹੀਂ ਕੌਣ ਜਾਣਨ ਵਾਲੇ ਸੀ ਕਿ ਕਹਿੰਦੇ ਬੇਟੇ ਬਾਹਰ ਚੱਲੋ, ਪਤਾ ਨਹੀਂ ਦਰਵਾਜ਼ਾ ਲਾਉਣਾ ਕੀ ਲਾਉਣਾ। ਆ ਗਈ, ਕਹਿੰਦੀ ਮੰਮੀ ਹੋਰ ਕੁਝ ਨਹੀਂ, ਪਾਪਾ ਦੀ ਕਹਿਣਕ ਪਈ ਸੀ, ਅਸੀਂ ਬਹੁਤ ਵੱਡੀਆਂ ਚੀਜ਼ਾਂ ਨਹੀਂ ਮੰਗਦੇ। ਉਹਦੇ ਹੱਥਾਂ ਨਾਲ ਵਜਾਈ ਤੁੰਬੀ। ਉਸਤਾਦ ਲਾਲ ਚੰਦ ਜਮਲਾ ਜੀ ਦੇ ਡੇਰੇ ਤੇ ਆਵੇ, ਜਿੱਥੋਂ ਸਾਡੀ ਵਿਰਾਸਤ ਸ਼ੁਰੂ ਹੋਈ ਹੈ। ਉਸ ਤੋਂ ਬਾਅਦ ਅਸੀਂ ਦੇਖਾਂਗੇ ਅਸੀਂ ਉਹਨਾਂ ਦਾ ਕੀ ਕਰਨਾ ਹੈ। ਉਹਦੇ ਹੱਥ ਲੱਗੇ ਹੈ, ਸਾਨੂੰ ਇੰਨਾ ਹੀ ਬਹੁਤ ਹੈ। ਤੁੰਬੀ ਦਾ ਹੀ ਰੌਲਾ ਉਦਣ ਪਿਆ ਸੀ, ਤੁੰਬੀ ਦਾ ਹੀ ਰੌਲਾ ਹੁਣ ਪਿਆ। ਤੁੰਬੀ ਚਾਹੀਦੀ ਹੈ, ਬਾਕੀ ਸਭ ਕੁਝ ਲੈ ਲੈ, ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਕੱਖ ਨਹੀਂ ਚਾਹੀਦਾ। ਠੀਕ ਹੈ, ਹਜਮ ਇਹਨੇ ਕਰਨਾ, ਇਹਦਾ ਡਾਈਜੈਸਟਿਵ ਸਿਸਟਮ ਤਕੜਾ ਹੋਊਗਾ, ਇਹਦੀ ਇਮਿਊਨਿਟੀ ਗੁੱਡ ਹੋਊਗੀ ਤਾਂ ਡਾਈਜੈਸਟ ਕਰ ਲੂਗੀ। ਇਹ ਸਿਰਫ ਪ੍ਰਾਪਰਟੀ ਦਾ ਮੈਂ ਵਾਦ ਵਿਵਾਦ ਨਜਾਇਜ਼ ਪਾਇਆ ਹੋਇਆ। ਬੱਚੇ ਕਹਿੰਦੇ ਮਿਲਣਾ ਨਹੀਂ ਹੁਣ। ਕਹਿੰਦੀ ਮੰਮਾ ਪੰਗਾ ਇਹ ਹੈ ਕਿ ਹੁਣ ਪਾਪਾ ਨੇ ਮਿਲਣਾ ਨਹੀਂ। ਕਦੀ ਫੋਨ ਕਰਦੇ ਸੀ, ਲੁਧਿਆਣੇ ਆਉਂਦੇ ਸੀ, ਪਾਪਾ ਨੂੰ ਮਿਲਦੇ ਸੀ, ਜੋ ਪਾਪਾ ਤੋਂ ਮੰਗਦੇ ਸੀ ਪਾਪਾ ਦੇ ਜਾਂਦੇ ਸੀ। ਸਾਡਾ ਪਿਓ ਫਕੀਰ ਹੈ। ਕੁੜੀਆਂ ਕਹਿੰਦੀਆਂ ਵੀ ਮੰਮਾ ਪਾਪਾ ਤੋਂ ਜੀ ਕੁਝ ਲੈ ਲਿਆ ਸੀ ਫਿਰ ਮਾਰਿਆ ਕਿਉਂ? ਇੰਨੀ ਪਾਗਲ ਨਹੀਂ ਵੱਡੀ ਕੁੜੀ, ਇੰਨਾ ਪਿੱਟਦੀ ਫਿਰਦੀ ਹੈ, ਕੰਧਾਂ ਕੋਲਿਆਂ ਨਾਲ ਅਲੱਗ-ਅਲੱਗ ਇੰਟਰਵਿਊ ਦਿੰਦੀ ਫਿਰਦੀ ਹੈ। ਉਹ ਕਹਿੰਦੀ ਮੈਨੂੰ ਪਾਪਾ ਦਾ ਇਨਸਾਫ ਦਿਵਾ ਦਿਓ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਆਪਾਂ ਕਾਲ ਡਿਟੇਲ ਮੰਗਦੇ ਹਾਂ, ਉੱਥੋਂ ਪਤਾ ਲੱਗ ਜੂ ਕਿ ਸਾਡੇ ਨਾਲੋਂ ਕਿੰਨਾ ਬਿਜ਼ੀ ਸੀ ਗੱਲਾਂ 'ਚ। ਉਹਨੇ ਹਰ ਦੁੱਖ ਸੁੱਖ ਸਾਡੇ ਨਾਲ ਕੀਤਾ। ਫੋਨ ਇਹਨਾਂ ਨੇ ਆਪਦੇ ਨਾਲ ਵਾਲਿਆ, ਫੋਨ ਨਾਲ ਵਾਲਿਆ। ਇਹਨਾਂ ਨੂੰ ਇਹ ਡਰ ਹੈ ਵੀ ਉੱਥੋਂ OTP ਮੈਸੇजेस ਬੈਂਕ ਦੇ ਜੋ ਵਿਦਡਰਾ ਕਰਾਉਣੇ ਆ, ਸਾਨੂੰ ਇਹ ਕਿ ਸਾਡਾ ਦੇਖੋ ਵੀ ਸਾਡੇ ਨਾਲ ਬਿਜ਼ੀ ਕਿੰਨਾ ਰਹਿੰਦਾ ਸੀ। ਸਵੇਰੇ ਦੁਪਹਿਰੇ ਸ਼ਾਮ ਉਹਨੇ ਸਾਨੂੰ ਦੱਸਣਾ ਵੀ ਕੀ ਖਾਧਾ, ਕੀ ਪੀਤਾ, ਕੀ ਹੋਇਆ। ਵੱਖਰੀ ਗੱਲ ਹੈ ਜੇ ਬੰਦਾ ਬਿਮਾਰ ਹੋ ਗਿਆ, ਤੁਸੀਂ 5 ਜਾਣੇ, ਉਹ ਇਕੱਲਾ, ਤੁਸੀਂ ਅੰਦਰ ਨੂੰ ਧੱਕਤਾ ਬੰਦਾ ਕਮਰੇ 'ਚ, ਅੰਦਰੋਂ ਤਾਂ ਆਵਾਜ਼ ਵੀ ਬਾਹਰ ਨਹੀਂ ਆਉਂਦੀ। ਜਿੱਥੇ ਤੁਸੀਂ 4-5 ਜਾਣੇ ਉਹਨੂੰ ਚੰਬੜ ਗਏ, ਉੱਥੇ ਤਾਂ ਆਵਾਜ਼ ਵੀ ਨਹੀਂ ਜਾਣੀ ਸੀ ਕਿਸੇ ਦੀ। ਤੁਸੀਂ ਬਾਹਰ ਕੱਢਦੇ, ਕਿਸੇ ਨੂੰ ਆਵਾਜ਼ ਮਾਰਦੇ, ਰਮਲਾ ਢਿੱਲਾ ਆਪਾਂ ਲੈ ਕੇ ਜਾਣਾ ਹੈ।
ਆਪਾਂ ਲੈ ਕੇ ਜਾਣਾ। 4 ਗੱਡੀਆਂ ਇਹਨਾਂ ਦੇ ਗੇਟ 'ਚ ਖੜੀਆਂ ਹੈ। ਰਮਲਾ ਜੀ ਨੇ 4 ਗੱਡੀਆਂ ਲੈ ਕੇ ਦਿੱਤੀਆਂ ਨੇ, ਇਹਨਾਂ ਦੇ ਕੋਲੇ ਨੇ ਉਹ ਗੱਡੀਆਂ, ਉਹਨਾਂ ਦੀਆਂ ਆਪਣੀਆਂ 2-3 ਗੱਡੀਆਂ ਨੇ, ਇੱਕ ਗੱਡੀ ਇਹਨਾਂ ਨੂੰ ਹੀ ਲੈ ਕੇ ਦਿੱਤੀ ਉਹਨਾਂ ਨੇ। ਤੁਸੀਂ ਡਰਾਈਵਰ ਬੁਲਾ ਲਓ, ਆਟੋ ਮੰਗਾ ਲਓ, ਤੁਸੀਂ ਉਬਰ ਮੰਗਾ ਲਓ, ਕਿਸੇ ਦੇ ਸਕੂਟਰ ਪਿੱਛੇ ਬੈਠ ਕੇ ਲੈ ਜਾਓ। ਤੁਸੀਂ ਬਾਜ਼ਾਰ ਹੋ, ਕਿੱਥੇ ਗਏ ਹੋ, ਸਾਨੂੰ ਕੀ ਪਤਾ। ਬੰਦਾ ਮਰਿਆ, ਤੁਸੀਂ 4:26 ਤੇ ਲੈ ਕੇ ਜਾਂਦੇ ਹੋ, 15 ਮਿੰਟ ਤੁਸੀਂ ਅੰਦਰ ਰੱਖਿਆ ਬੰਦਾ। ਸਿਰਫ ਬੰਦਾ ਮਰਿਆ, ਅੰਦਰ ਬੈੱਡ ਤੇ ਉਸ 'ਤੇ ਪਾਇਆ, ਆਕਸੀਜਨ ਨੇੜੇ ਰੱਖੀ, ਕਿਉਂਕਿ ਮਰਿਆ ਬੰਦਾ ਆਲਰੇਡੀ ਤੁਹਾਨੂੰ ਪਤਾ ਕੋਈ ਬਿਆਨ ਨਾ ਦੇ ਦੂਗਾ ਜਾ ਕੇ। ਆਪਾਂ ਬਿਆਨਾਂ ਤੋਂ ਡਰੇ ਨਾ ਵੀ ਅੰਦਰ ਜੇ ਜਿਉਂਦਾ ਲੈ ਕੇ ਬਿਆਨ ਦੇਊਗਾ। ਆਪਾਂ ਅੰਦਰ ਪਾ ਲਿਆ ਜਾ ਕੇ, ਫੋਟੋ ਖਿੱਚੀ, ਕਰਤਾਰ ਰਮਲਾ ਮਰਿਆ ਹਾਰਟ ਅਟੈਕ ਦੇ ਨਾਲ। ਅਸੀਂ ਮੰਨ ਗਏ, ਅਸੀਂ ਮੰਨੇ ਆ, ਸਾਡਾ ਪਰਿਵਾਰ ਪਾਗਲ ਬਣਿਆ। ਮਸਲਾ ਹੁਣ ਤੁੰਬੀ ਦਾ, ਸਾਡੀ ਵਿਰਾਸਤ ਹੈ। ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ, ਤੁਸੀਂ ਸਾਨੂੰ ਕਵਰ ਕੀਤਾ, ਸਾਡੇ ਵਲਵਲੇ ਸਾਡੇ ਨਾਲ ਸਾਂਝੇ ਕੀਤੇ। ਆਸ ਕਰਦੇ ਹਾਂ ਵੀ ਸਾਡੇ ਨਾਲ ਤੁਸੀਂ ਜਸਟਿਸ ਕਰੋਗੇ। ਸਾਨੂੰ ਕੁਛ ਨਹੀਂ ਚਾਹੀਦਾ, ਇੱਕ ਤੁੰਬੀ ਜਿੱਥੇ ਉਹਦੇ ਹੱਥਾਂ ਦੀ ਸ਼ੋਅ ਹੈ, ਤੇ ਜਿਹੜਾ ਉਹਦੀ ਵਿਰਾਸਤ ਨੂੰ ਅੱਗੇ ਲਿਜਾ ਸਕੇ ਉਹ ਤੁੰਬੀ ਉੱਥੇ ਸੌਂਪੀ ਜਾਊਗੀ। ਇੱਕ ਵਾਰੀ ਜਮਲਾ ਜੀ ਦੇ ਡੇਰੇ ਤੇ ਆ ਜੇ, ਇਹੀ ਕਹਿ ਕੇ ਮੈਂ ਤੁਹਾਨੂੰ ਵਿਦਾ। ਤੇ ਬ੍ਰਦਰ ਆਪਣੀ ਮੰਗ ਕੀ ਹੈ? ਪੁਲਿਸ ਪ੍ਰਸ਼ਾਸਨ ਤੋਂ ਆਪਾਂ ਕੀ ਮੰਗ ਕਰਦੇ ਹਾਂ? ਸਰ ਮੰਗਣ ਨੂੰ ਦੇਖੋ, ਜਦੋਂ ਕਿਸੇ ਦਾ ਮਤਲਬ ਫਾਦਰ ਹੁੰਦਾ ਹੈ, ਜਾਂ ਮੈਂ ਕਹਾਂ ਵੀ ਕੋਈ ਵੀ ਬੰਦੇ ਦਾ ਕਿਸੇ ਦਾ ਪਿਓ ਹੁੰਦਾ, ਤਾਂ ਮੰਗਦਾ ਤਾਂ ਬਹੁਤ ਕੁਛ ਹੁੰਦਾ। ਫਿਲਹਾਲ ਮੇਰੀ ਡਿਮਾਂਡ ਇੱਕ ਤੁੰਬੀ ਸੀ। ਉਹ ਤੁੰਬੀ ਮੰਗਣ ਦਾ ਵੀ ਬਹੁਤ ਸਾਰੇ ਲੋਕਾਂ ਨੇ ਮੇਰੇ ਤੇ ਸ਼ਾਇਦ ਵੀ ਮੇਰੇ ਕੁਝ ਆਪਣੇ ਲਈ ਗਏ, ਜਿਵੇਂ ਮਤਲਬ ਨੇੜੇ ਕੋਈ ਬੰਦਾ ਖਾਸ ਹੁੰਦਾ, ਉਹਨਾਂ ਨੇ ਵੀ ਕਿਹਾ ਯਾਰ ਤੂੰ ਤੁੰਬੀ ਤੋਂ ਕੀ ਕਰਾਉਣਾ। ਮੈਂ ਉਹਨਾਂ ਨੂੰ ਵੀ ਦੱਸਿਆ, ਤੇ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਜਾਂ ਮਤਲਬ ਆਪਣੇ ਓਪਨ ਪੰਜਾਬ ਰਾਹੀਂ ਜਾਂ ਜਿੰਨੇ ਵੀ ਸੁਣਨ ਵਾਲੇ ਸਰੋਤੇ ਨੇ ਉਹਨਾਂ ਦੇ, ਖਾਸ ਕਰ ਮੇਰੇ ਪਾਪਾ ਦੇ ਜਿੰਨੇ ਵੀ ਦੋਸਤ ਸਰੋਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਜਾਂ ਜਿਨ੍ਹਾਂ ਨੇ ਮੈਨੂੰ ਚੱਕ ਕੇ ਪਾਲਿਆ, ਮੈਂ ਅੱਗੇ ਵੀ ਇਹ ਗੱਲ ਕੀਤੀ ਹੈ ਕਿ ਪਹਿਲਾਂ ਸੁਣ ਤਾਂ ਲੈਣ ਵੀ ਮੈਨੂੰ ਤੁੰਬੀ ਚਾਹੀਦੀ ਕਿਉਂ ਆ। ਤੁੰਬੀ ਮੈਨੂੰ ਇਸ ਲਈ ਚਾਹੀਦੀ ਹੈ ਕਿਉਂਕਿ ਉਹ ਸਾਡੀ ਵਿਰਾਸਤ ਹੈ। ਕਿਉਂ ਵਿਰਾਸਤ ਹੈ? ਜਦੋਂ ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਗਾ ਵੀ ਜਦੋਂ ਰਮਲਾ ਸਾਹਿਬ ਇਹਨਾਂ ਨੇ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ, ਉਸ ਟਾਈਮ ਉਹਨਾਂ ਦੀ ਮੈਰਿਜ ਹੋ ਚੁੱਕੀ ਸੀ, ਅਤੇ ਮੇਰੇ ਮਦਰ ਦੇ ਉਸ ਟਾਈਮ ਬਹੁਤ ਘੱਟ ਦਾਜ ਦਹੇਜ ਜਾਂ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਸੀਗੀਆਂ। ਲੋਕ ਇੱਕ ਦੂਸਰੇ ਨਾਲ ਸੰਪਰਕਲੀ ਤੌਰ ਦੇ ਉੱਤੇ ਮਤਲਬ ਵਿਆਹ ਸ਼ਾਦੀ ਜਾਂ ਮਤਲਬ ਉਹ ਸਾਰਾ ਲੋਕਾਂ ਨੂੰ ਪੇਂਡੂ ਤਬਕੇ ਨੂੰ ਪਤਾ ਹੈ ਵੀ ਮੈਂ ਕੀ ਕਹਿਣਾ ਚਾਹੁੰਦਾ। ਅਤੇ ਉਸ ਟਾਈਮ ਦੇ ਵਿੱਚ ਉਹਨਾਂ ਨੇ ਦਾਜ ਦੇ ਵਿੱਚ ਚਾਂਦੀ ਦੀਆਂ ਕਾਂਟੇ ਕਹਿ ਲਓ ਜਾਂ ਮਤਲਬ ਜੋ ਵੀ ਪੰਜਾਬੀ ਕੰਨਾਂ 'ਚ ਪਾਉਣ ਵਾਲੀ ਉਹ ਆਈਟਮ ਜਾਂ ਕਾਂਟੇ ਹੀ ਕਹਿੰਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ, ਉਹ ਕਾਂਟੇ ਸੀਗੇ। ਅਤੇ ਪਲੱਸ ਉਹਨਾਂ ਨੂੰ ਦਾਜ ਦੇ ਵਿੱਚ ਇੱਕ ਸਿਲਾਈ ਮਸ਼ੀਨ ਉਸ ਟਾਈਮ ਵੀ ਅੱਜ ਵੀ ਦਿੱਤੀ ਜਾਂਦੀ ਹੈ, ਸਿਲਾਈ ਮਸ਼ੀਨ ਸੀ, ਅਤੇ ਘਰੇ ਕਣਕ ਦਾ ਇੱਕ ਗੱਟੂ ਪਿਆ ਸੀਗਾ। ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੇਰੇ ਫਾਦਰ ਨੇ ਮੇਰੀ ਮਾਂ ਦੀਆਂ ਕਾਂਟੇ ਵੇਚ ਕੇ, ਪਲੱਸ ਉਹ ਆਪਣੀ ਸਿਲਾਈ ਮਸ਼ੀਨ ਵੇਚ ਕੇ, ਪਲੱਸ ਉਹ ਘਰ ਦੇ ਗੱਟੂ ਦੇ ਦਾਣੇ ਤੱਕ ਵੇਚ ਕੇ ਉਸ ਬੰਦੇ ਨੇ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਪਹਿਲੀ ਵਾਰੀ ਤੁੰਬੀ ਖਰੀਦੀ। ਮੇਰੇ ਲਈ ਉਹੀ ਤੁੰਬੀ ਅੱਜ ਵੀ ਉਹੀ ਤੁੰਬੀ ਵੱਜਦੀ ਆ ਰਹੀ ਹੈ। ਮੇਰੀ ਜ਼ਿੰਦਗੀ 'ਚ ਉਹੀ ਤੁੰਬੀ ਵੱਜੀ ਜਾਊਗੀ। ਮੈਂ ਤਾਂ ਸਾਰੇ ਮੀਡੀਆ ਨੂੰ ਕਹਿ ਕੇ ਜਾਂ ਰਾਣੀ ਜੀ ਨੂੰ ਜਾਂ ਮੇਰੇ ਉਹਨਾਂ ਦੇ ਜਿੰਨੇ ਵੀ ਸਰੋਤੇ ਉਹਨਾਂ ਦੇ ਸਾਹਮਣੇ ਤਾਂ ਡਿਮਾਂਡ ਕਰਦਾ ਕਿ ਮੈਨੂੰ ਤੁੰਬੀ ਚਾਹੀਦੀ ਹੈ। ਇੱਥੇ ਰਮਲਾ ਜੀ ਦੇ ਬੇਟੇ ਲਖਵੀਰ ਨੇ ਵੱਡੀ ਗੱਲ ਕਹੀ ਹੈ ਕਿ ਜੋ ਤੁੰਬੀ ਸੀਗੀ, ਅਸੀਂ ਤਾਂ ਮੰਗ ਕਰਦੇ ਹਾਂ ਕਿ ਇਹ ਜਿਹੜੀ ਤੁੰਬੀ ਖਰੀਦੀ ਗਈ ਸੀਗੀ, ਇਹ ਜਿਹੜੇ ਰਮਲਾ ਸਾਹਿਬ ਦੀ ਪਹਿਲੀ ਪਤਨੀ ਸੀਗੀ, ਉਹਨਾਂ ਦੀ ਕੰਨ ਦੀਆਂ ਵਾਲੀਆਂ ਵੇਚ ਕੇ, ਜੋ ਉਹਨਾਂ ਨੂੰ ਪੇਕੇ ਤੋਂ ਦਹੇਜ ਮਿਲਿਆ ਕਹਿ ਲਓ ਜਾਂ ਕੋਈ ਹੋਰ ਰਸਤ ਮਿਲੀ ਕਹਿ ਲਓ, ਉਹ ਸਾਰੀਆਂ ਚੀਜ਼ਾਂ ਵੇਚ ਕੇ ਫਿਰ ਤੁੰਬੀ ਪਰਚੇਜ਼ ਕਰਕੇ ਫਿਰ ਰਮਲਾ ਸਾਹਿਬ ਨੇ ਗਾਇਕੀ ਸ਼ੁਰੂ ਕੀਤੀ ਸੀ। ਇਸ ਕਰਕੇ ਇਹਨਾਂ ਦੇ ਪਰਿਵਾਰ ਦੇ ਲਈ ਇਸ ਪਰਿਵਾਰ ਦੇ ਲਈ ਉਸ ਤੁੰਬੀ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਹਾਂਜੀ ਸਰ। ਬਿਲਕੁਲ ਜੀ, ਮੈਂ ਇਸ ਗੱਲ ਨੂੰ ਵੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਬੜੇ ਸਾਰੇ ਕਈ ਵਾਰੀ ਸਵਾਲ ਵੀ ਕਰ ਦਿੰਦੇ ਆ। ਸਭ ਤੋਂ ਪਹਿਲਾ ਗਾਣਾ ਮੇਰੇ ਫਾਦਰ ਸਾਹਿਬ ਨੇ ਰੇਡੀਓ 'ਤੇ ਉਸੇ ਤੁੰਬੀ ਨਾਲ ਹੀ ਗਾਇਆ। ਉਸ ਤੋਂ ਬਾਅਦ ਉਸੇ ਤੁੰਬੀ ਨਾਲ ਇਸ ਟਾਈਮ ਵੀ ਜਿਉਂਦੇ ਨੇ। ਬਹੁਤ ਅੱਛਾ ਉਹਨਾਂ ਦਾ ਰੁਤਬਾ, ਬਹੁਤ ਅੱਛਾ ਉਹਨਾਂ ਦਾ ਨਾਮ ਹੈ ਸੁਖਵੰਤ ਸੁੱਖੀ ਜੀ। ਉਸ ਤੋਂ ਪਹਿਲਾਂ ਵੀ ਇੱਕ ਕਲਾਕਾਰ ਜੋ ਕਿ ਜਦੋਂ ਇਹ ਉੱਠੇ ਆ, ਉਸ ਕਲਾਕਾਰ ਨਾਲ ਵੀ, ਜਾਂ ਉਸ ਤੋਂ ਬਾਅਦ ਦੇ ਜਿੰਨੇ ਵੀ ਆਰਟਿਸਟ ਕੋ ਸਿੰਗਰਸ ਆਈਆਂ, ਅਸੀਂ ਉਹਨਾਂ ਦੀ ਬੜੀ ਤਹਿ ਦਿਲੋਂ ਇੱਜ਼ਤ ਕਰਦੇ ਹਾਂ, ਰਾਣੀ ਜੀ ਦੀ ਵੀ ਇੱਜ਼ਤ ਕਰਦੇ ਹਾਂ। ਪਰ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਹੋਈ ਆ ਉਹਦੇ ਵਿੱਚ ਇਹ ਹੈ ਕਿ ਉਹ ਜਦੋਂ ਤੋਂ ਤੁੰਬੀ ਉਹ ਸਟਾਰਟ ਹੋਈ ਅਤੇ ਮੇਰੇ ਫਾਦਰ ਸਾਹਿਬ ਨੇ ਉਸ ਤੁੰਬੀ ਦੇ ਵਿੱਚ ਮੇਰੀ ਮਾਂ ਦੀਆਂ, ਜਿਵੇਂ ਇੱਕ ਪਤੀ ਲਈ ਦੁਆਵਾਂ ਹੁੰਦੀਆਂ, ਇੱਕ ਬੱਚਿਆਂ ਲਈ ਮੰਗੀਆਂ ਹੋਈਆਂ ਚੀਜ਼ਾਂ ਦੀ ਦੁਆ ਹੁੰਦੀ ਹੈ,
ਸ਼ਾਇਦ ਉਹ ਤੂੰਬੀ ਦੇ ਵਿੱਚ ਸੀ, ਜੋ ਕਿ ਉਹ ਤੂੰਬੀ ਹੈ। ਸਾਨੂੰ ਲੱਗਦਾ ਕਿ ਉਹ ਦੁਆਵਾਂ ਅੱਜ ਵੀ ਉਸੇ ਦੇ ਵਿੱਚ ਹੀ ਨੇ, ਅਤੇ ਅਸੀਂ ਉਹ ਦੁਆਵਾਂ, ਉਹ ਵਿਰਾਸਤ ਕਹਿ ਲਓ, ਤੁਸੀਂ ਵਿਰਾਸਤ ਕਹੋ, ਦੁਆਵਾਂ ਕਹੋ, ਜੋ ਮਰਜ਼ੀ ਕਹੋ ਜੀ, ਮੇਰੇ ਲਈ ਉਹ ਤੂੰਬੀ ਹੀ ਸਾਰਾ ਕੁਛ ਹੈ। ਮੈਂ ਤਾਂ ਡਿਮਾਂਡ ਜ਼ਿਆਦਾ ਤੂੰਬੀ ਦੀ ਕੀਤੀ ਹੈ। ਅਤੇ ਮੇਰੇ ਨਾਲ ਜਿਹੜਾ ਉੱਥੇ ਫਰੀਦਕੋਟ ਰਾਣੀ ਜੀ ਨਾਲ ਥੋੜ੍ਹੀ ਜਿਹੀ, ਰਾਣੀ ਜੀ ਗੁੱਸੇ ਨਾਲ ਮੇਰੇ ਨਾਲ ਬੋਲੇ ਸੀਗੇ ਵੀ ਤੈਨੂੰ ਤਾਂ ਤੂੰਬੀ ਜਮ੍ਹਾਂ ਨਹੀਂ ਦੇਣੀ, ਬੜਾ ਘਰੋੜ ਕੇ ਉਹਨਾਂ ਨੇ ਬੜਾ ਗੁੱਸੇ ਨਾਲ ਕਿਹਾ। ਅਤੇ ਮੈਂ ਉਹਨਾਂ ਤੋਂ ਕੋਈ ਇਹੋ ਜਿਹੀ ਕੋਈ ਮਹਿੰਗੀ ਆਈਟਮ ਤਾਂ ਨਹੀਂ ਮੰਗੀ ਕਿ ਜਿਹੜੀ ਵੀ ਸ਼ਾਇਦ ਵੀ ਬਹੁਤ ਕਰੋੜਾਂ ਰੁਪਇਆਂ ਦੀ ਹੈ। ਪਰ ਤੁਹਾਡੇ ਲਈ ਉਹ ਅਨਮੁੱਲੀ ਆ, ਉਹਦਾ ਕੋਈ ਮੁੱਲ ਨਹੀਂ ਹੈ। ਜੀ ਬਿਲਕੁਲ, ਮੈਂ ਉਹੀ ਚੀਜ਼ ਤਾਂ ਐਕਸਪਲੇਨ ਕਰ ਰਿਹਾ। ਮੈਂ ਤੁਹਾਡੇ ਸਾਹਮਣੇ ਜਨਤਾ ਨੂੰ ਵੀ ਕਹਿ ਰਿਹਾ ਯਾਰ ਮੇਰੀ ਉਹ ਅਣਮੁੱਲੀ ਚੀਜ਼ ਕਿਉਂ ਹੈ, ਕਿਉਂਕਿ ਤੁਸੀਂ ਵੀ ਦੇਖੋ ਕਿਤੇ ਨਾ ਕਿਤੇ ਹਰੇਕ ਬੰਦੇ ਦੀ ਕਿਸੇ ਨਾ ਕਿਸੇ ਚੀਜ਼ ਨਾਲ ਅਟੈਚਮੈਂਟ ਹੁੰਦੀ ਹੈ। ਉਹਦੇ ਪਿੱਛੇ ਉਹਦਾ ਕੋਈ ਇਤਿਹਾਸ ਜਾਂ ਕੋਈ ਉਹਦਾ ਸਰਕਲ ਜੁੜਿਆ ਹੁੰਦਾ। ਮੇਰੇ ਪਾਪਾ ਦੇ ਨਾਲ, ਮੇਰੇ ਪਾਪਾ ਦੇ ਹੱਥੋਂ ਵਜਾਈ ਗਈ ਤੂੰਬੀ ਨਾਲ ਮੇਰਾ ਇਤਿਹਾਸ ਜੁੜਿਆ, ਮੇਰੀ ਮਾਂ ਦਾ ਇਤਿਹਾਸ ਜੁੜਿਆ ਹੋਇਆ, ਉਹਦੇ ਪਿਓ ਦਾ ਜੁੜਿਆ ਹੋਇਆ ਜਿਹੜੇ ਗਿਆਨੀ ਪਿਆਰਾ ਸਿੰਘ ਜੀ ਸੀਗੇ, ਮੇਰੇ ਦਾਦਾ ਜੀ ਸੀਗੇ, ਮੇਰੇ ਚਾਚਾ ਜੀ ਦਾ ਜੁੜਿਆ ਹੈ ਜਿਹੜੇ ਕਿੱਕਰ ਸਿੰਘ ਜੀ ਸੀਗੇ। ਸ਼ਾਇਦ ਇਹਨਾਂ ਨੂੰ ਬੜੇ ਸਾਰੇ ਲੋਕਾਂ ਨੂੰ ਨਾਮ ਵੀ ਨਹੀਂ ਪਤਾ ਹੋਣਗੇ। ਮੇਰੇ ਭਰਾ ਨੂੰ ਸਤਪਾਲ ਸਿੰਘ, ਬੜੀਆਂ ਉਮੀਦਾਂ ਜੁੜੀਆਂ ਉਸ ਤੂੰਬੀ ਨਾਲ। ਮੇਰੀ ਮਾਂ ਦੀਆਂ ਜਿਹੜੀਆਂ ਸ਼ੁਰੂ ਤੋਂ ਲੈ ਕੇ ਉਸ ਰਮਲੇ ਨੂੰ ਆਪਾਂ ਕਹਿੰਦੇ ਹਾਂ ਕਿ ਬੜਾ ਸੁਣਿਆ ਜੀ ਰਮਲਾ, ਐ ਜੀ ਰਮਲਾ, ਜੋ ਕਿ ਲੋਕੀ ਕਹਿੰਦੇ ਆ ਰਮਲਾ, ਲੇਕਿਨ ਉਹ ਮੇਰਾ ਵੀਰ ਜੀ ਪਿਓ ਸੀ, ਮੇਰਾ ਬਾਪ ਸੀ। ਮੇਰੇ 'ਚ ਉਹਦਾ ਖੂਨ ਹੈ ਮੇਰੇ ਅੰਦਰ। ਅਸੀਂ ਉਸ ਚੀਜ਼ ਦੀ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰੋਵਾਈਡ ਕਰਾਈ ਜਾ ਸਕਦੀ ਹੈ। ਗੱਡੀ ਲਾ ਲਓ, ਕਾਰਾਂ, ਜਿਹਨੂੰ ਆਪਾਂ ਗੱਡੀਆਂ ਕਹਿ ਦਿੰਦੇ ਹਾਂ। ਅੱਜ ਕੱਲ੍ਹ ਦੀ ਡੇਟ 'ਚ ਬੜੇ ਸ਼ੌਕੀਆ ਮੁੰਡੇ ਫੋਰਚੂਨਰ ਇਹ ਉਹ ਇਹੋ ਜਿਹੀਆਂ ਗੱਡੀਆਂ ਕਹਿੰਦੇ। ਗੱਡੀਆਂ, ਪ੍ਰੋਪਰਟੀਜ਼ ਮੈਂ ਅੱਜ ਆਪਦੇ ਘਰੇ ਬੈਠਾ ਪ੍ਰੋਪਰਟੀ ਮੇਰੇ ਕੋਲ ਇਹ ਹੈਗੀ ਆ। ਕਾਰਾਂ, ਗੱਡੀਆਂ ਮੇਰੇ ਕੋਲ ਇਹ ਹੈਗੀਆਂ, ਮੇਰੇ ਕੋਲ ਸਾਰਾ ਕੁਛ ਹੈ। ਪਰ ਨਹੀਂ ਆ ਤਾਂ ਮੇਰੇ ਕੋਲ ਤੂੰਬੀ ਨਹੀਂ ਆ। ਪਲੀਜ਼ ਯਾਰ ਮੇਰੀ ਰਿਕੁਐਸਟ ਆ, ਮੇਰੀ ਬੇਨਤੀ ਆ, ਮੀਡੀਆ ਰਾਹੀਂ, ਆਮ ਜਨਤਾ ਰਾਹੀਂ ਵੀ ਮੈਂ ਬਹੁਤ ਹੱਦੋਂ ਦਿਲੋਂ ਜਿੱਦਾਂ ਵੀ ਕਹੋ ਮੈਂ ਤੁਹਾਡਾ ਬੜਾ ਧੰਨਵਾਦੀ ਹੋਵਾਂਗਾ। ਪਲੀਜ਼ ਉਹਨਾਂ ਦੀਆਂ ਇਸ ਟਾਈਮ 6 ਤੂੰਬੀਆਂ ਨੇ ਰਾਣੀ ਜੀ ਦੇ ਕੋਲੇ, ਜੋ ਕਿ ਉਹਨਾਂ ਨੇ ਅਲੱਗ-ਅਲੱਗ ਬਣਵਾਈਆਂ। ਮੈਂ 6 ਦੀ ਡਿਮਾਂਡ ਤਾਂ ਨਹੀਂ ਕਰ ਰਿਹਾ, ਰੱਖ ਲਓ ਯਾਰ, 5 ਤੁਸੀਂ ਰੱਖ ਲਓ। ਪਰ ਲੇਕਿਨ ਮੈਨੂੰ ਮੇਰੇ ਪਿਓ ਦੀ ਤੂੰਬੀ ਦੀ ਬਹੁਤ ਪਹਿਚਾਣ ਹੈ। ਮੈਨੂੰ ਆਪਣੇ ਪਿਓ ਦੀ ਉਹ ਤੂੰਬੀ ਚਾਹੀਦੀ ਹੈ ਜਿਹੜੀ ਹਰ ਸਟੇਜ ਦੇ ਉੱਤੇ ਵੱਜਦੀ ਸੀ। ਹਰ ਸਟੇਜ ਦੇ ਉੱਤੇ ਗਾਉਣ ਤੋਂ ਵੀ ਪਹਿਲਾਂ ਕਦੇ ਵੀ ਤੁਸੀਂ ਉਹਨਾਂ ਦੇ ਅੱਜ ਵੀ ਲਾਈਵ ਸ਼ੋਅ ਦੇਖ ਲਿਓ ਜਿਹੜੇ YouTube ਦੇ ਉੱਪਰ ਪਏ ਨੇ। ਤੁਸੀਂ ਕਦੇ ਵੀ ਉਹਨਾਂ ਨੂੰ YouTube ਦੇ ਉੱਤੇ ਸਰਚ ਕਰਦੇ ਤਾਂ ਸਭ ਤੋਂ ਪਹਿਲਾਂ ਉਹ ਤੂੰਬੀ ਵਜਾਉਂਦੇ ਆ, ਫਿਰ ਇੱਕ ਸ਼ੇਰ ਗਾਉਂਦੇ ਆ, ਬਾਬਾ ਜੀ ਦਾ ਨਾਂ ਲੈਂਦੇ ਆ, ਉਹ ਪਰਮਾਤਮਾ ਦਾ ਨਾਂ ਲੈ ਕੇ ਆਪਦੀ ਸਟੇਜ ਸ਼ੁਰੂ ਕਰਦੇ ਰਹੇ। ਮੈਨੂੰ ਉਹ ਤੂੰਬੀ ਚਾਹੀਦੀ ਹੈ। ਮੈਂ ਇਸ ਤੋਂ ਜ਼ਿਆਦਾ ਹੁਣ ਭਾਵੁਕ ਹੋ ਜਾਊਂਗਾ, ਮੇਰੇ ਤੋਂ ਨਹੀਂ ਕਿਹਾ ਜਾਣਾ ਕਿ ਹੋਰ ਵੀ ਇੱਦਾਂ ਦੇ ਬੜੇ ਸਾਰੇ ਚੀਜ਼ਾਂ ਨੇ ਜਿਹੜੀਆਂ ਉਸ ਤੂੰਬੀ ਨਾਲ ਜੁੜੀਆਂ। ਉਹਨਾਂ ਲਈ ਇੱਕ ਤੂੰਬੀ ਹੈ, ਲੇਕਿਨ ਮੇਰੇ ਲਈ ਉਹ ਇਤਿਹਾਸ ਹੈ, ਮੇਰੇ ਪਿਓ ਦਾ ਇਤਿਹਾਸ ਹੈ, ਮੇਰੇ ਪਿਓ ਦਾ ਗਰਵ ਹੈ, ਉਹ ਮੇਰੇ ਪਿਓ ਦਾ ਮਾਣ ਆ। ਉਹ ਸਹੁਰਿਆਂ ਦੀ ਨਿਸ਼ਾਨੀ ਵੇਚ ਕੇ ਜਿਹੜੀ ਤੂੰਬੀ ਖਰੀਦੀ ਸੀ, ਉਹਦੀ ਬੜੀ ਅਹਿਮੀਅਤ ਆ। ਮੈਂ ਦੇਖ ਰਿਹਾ ਤੁਹਾਨੂੰ ਬੜੇ ਭਾਵੁਕ ਤਰੀਕੇ ਨਾਲ ਤੁਸੀਂ ਇਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਲਖਵੀਰ ਜੀ ਦੀ ਅੱਖਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਹੀ ਭਾਵੁਕ ਹੋ ਰਹੇ ਨੇ। ਉਹ ਦੇਖ ਰਿਹਾ ਕਿ ਤੂੰਬੀ ਦੀ ਕਿੰਨੀ ਅਹਿਮੀਅਤ ਹੈ ਉਹਨਾਂ ਦੇ ਲਈ। ਅਤੇ ਸਰ ਜੀ, ਜੇ ਵਾਈ ਦੀ ਵੇ ਤੂੰਬੀ ਦੇ ਲਈ ਤੁਹਾਨੂੰ ਕਿਤੇ ਨਾ ਕਿਤੇ ਇਨਸਾਫ ਦੇ ਲਈ ਅੱਗੇ ਵੀ ਵਧਣਾ ਪਿਆ ਤੇ ਵਧਣ ਦੀ ਕੋਸ਼ਿਸ਼ ਕਰੋਗੇ? ਜੀ ਬਿਲਕੁਲ। ਦੇਖੋ ਸਾਡੇ ਬੜੇ ਸਾਰੇ ਪੁਰਾਣੇ ਪੁਰਾਤਨ ਜਿੰਨੇ ਵੀ ਹੈ ਇਤਿਹਾਸ ਹੈ, ਜੇ ਅਸੀਂ ਲੈਣ ਗਏ ਹਾਂ ਤਾਂ ਸਾਨੂੰ ਲੜਾਈਆਂ ਲੜਨੀਆਂ ਪਈਆਂ। ਮੈਨੂੰ ਵੀ ਲੱਗਦਾ ਕਿ ਜੇ ਇੱਦਾਂ ਮੈਨੂੰ ਤੂੰਬੀ ਨਾ ਮਿਲੀ ਤਾਂ ਫਿਰ ਮੈਂ ਕਾਨੂੰਨ ਰਾਹੀਂ ਜਾਂ ਮਤਲਬ ਆਮ ਮੀਡੀਆ ਰਾਹੀਂ ਜਾਂ ਆਮ ਬੰਦਿਆਂ ਦੇ ਨਾਲ ਵਿੱਚ ਵਿਚਰਦਾ ਹੋਇਆ, ਕੋਈ ਉਹਨਾਂ ਨੂੰ ਪਰਸਨਲ ਨਹੀਂ ਕਹਿ ਰਿਹਾ ਗਾ, ਵਿਚਰਦਾ ਹੋਇਆ ਆਮ ਜਨਤਾ ਤੋਂ ਤੁਹਾਡੀ ਮੰਗ ਕਰਵਾ ਕੇ ਤਾਂ ਤੂੰਬੀ ਤਾਂ ਮੈਂ ਲਊਂਗਾ। ਲਖਵੀਰ ਜਮਲਾ ਜੀ ਨੇ ਬੜੀ ਹੀ ਨਿਮਰਤਾ ਦੇ ਨਾਲ ਬੇਨਤੀ ਕਰਦੇ ਹੋਏ ਜਿਹੜੇ ਸਹਿਯੋਗੀ ਰਮਲਾ ਜੀ ਦੇ ਨਾਲ ਸਹਿਯੋਗੀ ਕਲਾਕਾਰ ਗਾ ਰਹੇ ਸੀ, ਉਹਨਾਂ ਨੂੰ ਬੇਨਤੀ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਤੂੰਬੀ ਪ੍ਰੋਵਾਈਡ ਕਰ ਦਿੱਤੀ ਜਾਵੇ। ਸਰ, ਇਸ ਵਿਸ਼ੇ 'ਤੇ ਨਵਜੋਤ ਜੀ ਨਾਲ ਕਿਤੇ ਨਾ ਕਿਤੇ ਬੈਠ ਕੇ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਿ ਕਿਤੇ ਨਾ ਕਿਤੇ ਆਮੋ ਸਾਹਮਣੇ ਬੈਠ ਕੇ ਤੁਹਾਡੇ ਨਾਲ ਜੇ ਸੁਲ੍ਹਾ ਹੋ ਜਾਵੇ, ਕਿਤੇ ਨਾ ਕਿਤੇ ਤੁਹਾਨੂੰ ਤੂੰਬੀ ਪ੍ਰੋਵਾਈਡ ਕਰ ਦੇਣ ਉਹ, ਅਤੇ ਤੁਹਾਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਬਣ ਸਕਦੀ ਗੱਲ, ਜਾਂ ਫਿਰ ਇਸ ਚੀਜ਼ ਨੂੰ ਲੈ ਕੇ ਲੱਗ ਰਿਹਾ ਤੁਹਾਨੂੰ ਬਈ ਨਹੀਂ ਕਿਤੇ ਗੱਲ ਨਹੀਂ ਬਣਨੀ, ਅੱਗੇ ਹੀ ਵਧਣਾ ਪੈਣਾ? ਦੇਖੋ ਜੀ, ਜੇ ਉਹਨਾਂ ਨੇ ਬੈਠਣਾ ਹੁੰਦਾ ਜਾਂ ਮਤਲਬ ਉਹਨਾਂ ਨੇ ਇਸ ਤਰੀਕੇ ਨਾਲ ਪਿਆਰ ਨਾਲ ਕੋਈ ਸਾਡੇ ਨਾਲ ਕੋਈ ਗੱਲ ਕਰਨੀ ਹੁੰਦੀ, ਮੈਨੂੰ ਨਹੀਂ ਲੱਗਦਾ ਕਿ ਉਹ ਫਿਰ ਸਾਡੇ 'ਤੇ ਪਰਚਾ ਦਿੰਦੇ, ਜੋ ਕਿ ਪਰਚਾ ਤਾਂ ਉਹਨਾਂ ਨੂੰ ਨਹੀਂ ਸੀ ਦੇਣਾ ਚਾਹੀਦਾ। ਜਦੋਂ ਅਸੀਂ ਦੇਖੋ ਸੰਸਕਾਰ 'ਤੇ ਗਏ, ਬੜੇ ਸਾਰਿਆਂ ਦੇ ਲੋਕਾਂ ਨੇ ਸਾਨੂੰ ਇਹ ਕਮੈਂਟ ਕੀਤੇ ਹੋਣਗੇ, ਬੜੇ ਸਾਰੇ ਲੋਕਾਂ ਨੇ ਸਾਨੂੰ ਸਵਾਲ ਕੀਤਾ ਹੋਊਗਾ ਕਿ ਯਾਰ ਵੀ ਤੁਸੀਂ ਉੱਥੇ ਗਏ ਤਾਂ ਤੁਸੀਂ ਮੌਕੇ 'ਤੇ ਕਹਿ ਦੇਣਾ ਵੀ ਪੋਸਟਮਾਰਟਮ ਕਰਾਓ ਪਹਿਲਾਂ।
ਬਾਈ ਉਹ ਸਾਡਾ ਪਿਓ ਸੀ, ਅਸੀਂ ਚੀਰ ਫਾੜ ਉੱਥੇ ਨਹੀਂ ਸੀ ਕਰਾਉਣ ਗਏ ਜੇ, ਅਸੀਂ ਉੱਥੇ ਆਪਦੇ ਪਿਓ ਦਾ ਪੂਰੇ ਆਦਰ ਸਨਮਾਨ ਨਾਲ ਸੰਸਕਾਰ ਕਰਾਉਣ ਗਏ ਸੀ, ਨਾ ਤੇ ਪੋਸਟਮਾਰਟਮ ਕਰਾਉਣ ਗਏ ਸੀਗੇ। ਜੇ ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ, ਰਾਣੀ ਜੀ ਨੇ ਅੰਦਰ ਬਿਠਾ ਕੇ ਪੂਰੇ ਆਦਰ ਸਤਿਕਾਰ ਨਾਲ ਸਾਨੂੰ ਕਹਿ ਦਿੱਤਾ ਕਿ ਸਾਰੀਆਂ ਚੀਜ਼ਾਂ ਪਈਆਂ ਨੇ, ਆਪਾਂ ਇਸ ਚੀਜ਼ ਲਈ ਬਾਅਦ ਵਿੱਚ ਬੈਠਾਂਗੇ। ਉਸ ਟਾਈਮ ਉਹਨਾਂ ਨੂੰ ਵੀ ਨਹੀਂ ਸੀ ਪਤਾ ਤੇ ਸਾਨੂੰ ਵੀ ਨਹੀਂ ਸੀ ਪਤਾ ਵੀ ਲੋਕਡਾਊਨ ਹੋ ਜਾਣਾ, 3 ਦਿਨਾਂ ਬਾਅਦ ਲੋਕਡਾਊਨ ਹੁੰਦਾ। ਜਦੋਂ ਤੱਕ ਅਸੀਂ ਉਹਨਾਂ ਦਾ ਸੰਸਕਾਰ ਕੀਤਾ ਫੁੱਲ ਚੁਗੇ, ਉਦੋਂ ਤੱਕ ਤਾਂ ਸਾਨੂੰ ਇੱਦਾਂ ਦਾ ਕੋਈ ਲੱਗਿਆ ਹੀ ਨਹੀਂ ਵੀ ਰਾਣੀ ਜੀ ਸਾਡੇ ਨਾਲ ਇੱਦਾਂ ਕਰਨਗੇ। ਇਹ ਤਾਂ ਹੁਣ ਆ ਕੇ ਹੋਇਆ। ਕਿਉਂ ਹੋਇਆ ਸਾਨੂੰ ਤਾਂ ਆਪ ਨੂੰ ਨਹੀਂ ਪਤਾ ਵੀ ਉਹ ਚਾਹੁੰਦੇ ਕੀ ਹੈ ਸਾਡੇ ਤੋਂ, ਕਿਉਂ ਲੜਦੇ ਨੇ ਸਾਡੇ ਨਾਲ। ਇਹ ਗੱਲ ਤਾਂ ਉਹ ਜੇ ਕਿਹਾ ਜਾਵੇ ਤਾਂ ਉਹਨਾਂ ਦੇ ਫੇਰ ਵਾਪਸ ਆ ਜਾਂਦੇ ਆਪਾਂ ਯਮਲਾ ਪਰਿਵਾਰ 'ਤੇ। ਕੀ ਉਹਨਾਂ ਕੋਲ ਫੋਨ ਨਹੀਂ ਹੈ? ਯਮਲਾ ਪਰਿਵਾਰ ਦੇ ਸਰਬਜੀਤ ਚਿਮਟੇ ਵਾਲੀ ਆ, ਵਿਜੇ ਯਮਲਾ ਜੀ ਆ, ਸੁਰੇਸ਼ ਯਮਲਾ ਜੀ ਨੇ, ਕੀ ਉਹਨਾਂ ਨੂੰ ਉਹ ਜਾਣਦੇ ਨਹੀਂਗੇ? ਜਿਸ ਬੰਦੇ ਨੇ 9 ਸਾਲ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉੱਥੇ ਉਹਨਾਂ ਦਾ ਇੱਕ ਬਹੁਤ ਵੱਡਾ ਤਬਕਾ, ਗਵਈਆਂ ਦਾ ਤਬਕਾ, ਜਿੱਥੋਂ ਰਮਲਾ ਉੱਠਦਾ, ਉੱਚਾ ਹੁੰਦਾ, ਵੱਧਦਾ, ਬੂਟੇ ਵਾਂਗੂ ਉਹ ਬਹੁਤ ਲੰਬੀ ਡਾਰ ਬਣ ਜਾਂਦੀ ਜਿਸ ਬੰਦੇ ਦੀ। ਉਸ ਪਰਿਵਾਰ ਨੂੰ ਹੀ ਮੈਂ ਕਹਿ ਦਿਆਂ ਇੱਕ ਫੋਨ 'ਤੇ ਕਰਕੇ ਵੀ ਭਾਈ ਮੈਂ ਇਸ ਤਰ੍ਹਾਂ ਕਰਕੇ ਆਹ ਚੀਜ਼ਾਂ ਨੇ, ਵੀ ਆਹ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਬੈਠਣਾ ਚਾਹੁੰਦੇ ਹਾਂ, ਉਹ ਸਾਨੂੰ ਥਾਣੇ ਲੈ ਗਏ। ਤੁਹਾਨੂੰ ਨਹੀਂ ਲੱਗਦਾ? ਵੈਸੇ ਮੈਂ ਮੀਡੀਆ ਤੋਂ ਪੁੱਛਦਾ, ਮੈਂ ਆਮ ਜਨਤਾ ਤੋਂ ਪੁੱਛਦਾ, ਜੇ ਤੁਹਾਡੀਆਂ ਕੋਈ ਚੀਜ਼ਾਂ ਕਿਸੇ 'ਤੇ ਪਈਆਂ ਹੋਣ ਤੇ ਤੁਹਾਨੂੰ ਬੰਦਾ ਸਿੱਧਾ ਥਾਣੇ ਲੈ ਜਾਵੇ ਤਾਂ ਉਹਦਾ ਮਤਲਬ ਕੀ ਹੁੰਦਾ? ਉਹਦਾ ਮਤਲਬ ਤੁਹਾਨੂੰ ਤੁਸੀਂ ਆਪ ਸਿਆਣੇ ਹੋ, ਸਮਝਦਾਰ ਹੋ। ਜੇ ਉਹ ਤੁਹਾਨੂੰ ਸਿੱਧਾ ਥਾਣੇ ਹੀ ਲੈ ਗਿਆ ਤਾਂ ਇਹਦਾ ਮਤਲਬ ਹੈ ਵੀ ਉਹਨੇ ਤੁਹਾਨੂੰ ਕੁਛ ਨਹੀਂ ਦੇਣਾ, ਤੁਸੀਂ ਟੱਕਰਾਂ ਮਾਰੋ। ਤੇ ਮੈਂ ਟੱਕਰਾਂ ਨਹੀਂ ਮਾਰਨੀਆਂ ਬਾਈ, ਮੈਂ ਆਪਦੀ ਲੜਾਈ ਲੜਨੀ ਹੈ। ਮੈਂ ਮੀਡੀਆ ਥਰੂ, ਮੈਂ ਆਮ ਜਨਤਾ, ਉਹਨਾਂ ਦੇ ਜਿੰਨੇ ਸਰੋਤੇ ਆ, ਮੈਂ ਫੇਰ ਦੁਬਾਰੇ ਕਹਿੰਦਾ, ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਸਰੋਤੇ ਜਿਨ੍ਹਾਂ ਨੇ ਮੇਰੇ ਪਿਓ ਨੂੰ ਸੁਣਿਆ ਅਤੇ ਮੇਰੇ ਪਿਓ ਨੂੰ ਰਮਲਾ ਬਣਾਇਆ, ਇਹ ਉਹਨਾਂ ਦੀ ਆਡੀਅנס ਹੈ, ਇਹ ਉਹਨਾਂ ਦੇ ਫੈਨਸ ਨੇ, ਉਹਨਾਂ ਦੇ ਸਰੋਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਰਮਲਾ ਬਣਾਇਆ। ਨਹੀਂ ਹੈ ਤਾਂ ਕਲਾਕਾਰ ਬਹੁਤ ਸਾਰੇ ਆਉਂਦੇ ਆ, ਰੋਜ਼ ਹੀ ਆਉਂਦੇ ਆ। ਵੀ ਜਿਵੇਂ ਅੱਜ ਕੱਲ੍ਹ ਪੰਜਾਬੀ 'ਚ ਇੱਕ ਕਹਾਵਤ ਹੈ ਵੀ ਇੱਟ ਚੱਕੋ ਅਤੇ ਕਲਾਕਾਰ ਬੈਠਾ ਹੁੰਦਾ, ਉਸ ਤਰੀਕੇ ਨਾਲ ਆਪਾਂ ਸੋਚੀਏ ਤਾਂ ਰਮਲਾ ਸਾਨੂੰ ਜਨਤਾ ਨੇ ਬਣਾਇਆ। ਅਤੇ ਮੈਂ ਜਨਤਾ ਦੇ ਨਾਲ ਰਲ ਕੇ ਫਿਰ ਆਪਦੀ ਤੂੰਬੀ ਦੀ ਡਿਮਾਂਡ ਕਰੂੰਗਾ। ਜੇ ਇੱਦਾਂ ਨਹੀਂ ਤਾਂ ਫਿਰ ਉੱਦਾਂ ਸਹੀ। ਪਰ ਜੇ ਤੁਸੀਂ ਕਹੋ ਵੀ ਮੈਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ, ਜਾਂ ਜਿੱਦਾਂ ਉਹਨਾਂ ਨੇ ਮੇਰੇ ਬ੍ਰਦਰ, ਮੇਰੇ ਵੱਡੇ ਭਾਈ ਸਤਪਾਲ ਦੇ ਉੱਤੇ ਥੋੜ੍ਹਾ ਜਿਹਾ ਇਲਜ਼ਾਮ ਲਗਾਇਆ ਕਿ ਇਹ ਧਮਕੀਆਂ ਦਿੰਦਾ, ਇਹ ਉਹ, ਨਾ ਯਾਰ, ਸਾਡਾ ਇਹੋ ਜਿਹਾ ਕੋਈ ਵਿਚਾਰ ਨਹੀਂ ਗਾ। ਵਿਚਾਰ ਇਹ ਚੀਜ਼ਾਂ ਦੀ ਹੁੰਦੀ ਆ ਲੜਾਈ ਉਦੋਂ ਜਦੋਂ ਪ੍ਰਾਪਰਟੀ ਦੇ ਕੇਸ ਹੋਣ। ਕਿਸੇ ਜਿਵੇਂ ਉਹਨਾਂ ਕੋਲੇ ਮੈਂਡੀ ਜੀ ਨੇ ਵੀ ਤੁਹਾਨੂੰ ਦੱਸਿਆ ਪਹਿਲਾਂ ਵੀ ਉਹਨਾਂ ਕੋਲੇ ਸੋਨਾ ਸੀ, ਕਾਰਾਂ ਸੀ, ਪ੍ਰਾਪਰਟੀ ਸੀ। ਜੇ ਤੁਹਾਡੇ ਕੋਲੋਂ ਅਸੀਂ ਕਿਤੇ ਇਹ ਡਿਮਾਂਡ ਕੀਤੀ ਆ ਵੀ ਪ੍ਰਾਪਰਟੀ ਪਹਿਲਾਂ ਦੇ ਦਿਓ, ਟੂੰਬੀ ਬਾਅਦ 'ਚ ਲੈ ਲਾਂਗੇ, ਸਾਨੂੰ ਇਹਦੀ ਕਾਰ ਦੇ ਦਿਓ, ਪਹਿਲਾਂ ਅਸੀਂ ਝੂਟੇ ਲੈ ਲਈਏ, ਟੂੰਬੀ ਬਾਅਦ 'ਚ ਪੁੱਛਾਂਗੇ। ਬਈ ਅਸੀਂ ਇਹੋ ਜਿਹਾ ਕੁਛ ਨਹੀਂ ਪੁੱਛਿਆ, ਇਹ ਤਾਂ ਸਿੱਧਾ ਹੀ ਪੁੱਛਿਆ ਵੀ ਭਾਈ ਸਾਰਾ ਕੁਛ ਤੁਸੀਂ ਰੱਖ ਲਓ, ਟੂੰਬੀ ਦੇ ਦਿਓ। ਤੁਹਾਡੀ ਲੜਾਈ ਸ਼ੁਰੂ ਹੋ ਗਈ ਸਾਡੇ ਨਾਲ। ਪੁੱਛਣਾ ਚਾਹੂੰਗੀ, ਇਹ ਮੇਰੇ ਮਾਈਂਡ 'ਚ ਆ ਰਿਹਾ ਹੈ, ਹੋ ਸਕਦਾ ਬਾਕੀਆਂ ਦੇ ਵੀ ਆਇਆ ਹੋ, ਮੈਨੂੰ ਨਹੀਂ ਪਤਾ। ਸਾਡੇ ਫਾਦਰ ਸਾਹਿਬ ਸੀ, ਠੀਕ ਹੈ, ਮੇਰੇ ਸਹੁਰਾ ਸਾਹਿਬ ਸੀ, ਮੈਂ ਬਹੁਤ ਰਿਸਪੈਕਟ ਕਰਦੀ। ਅੱਜ ਉਹਨਾਂ ਨੂੰ ਬਹੁਤ ਖਰਾਬ ਕੀਤਾ ਜਾ ਰਿਹਾ। ਇੱਕ ਗੱਲ ਜਾਣਦੀ ਹਾਂ ਕਿ ਸਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿ ਉਹਨਾਂ ਨਾਲ ਹੋਇਆ ਕੀ। 3:30-4 ਵਜੇ ਸਾਨੂੰ ਕਿਸੇ ਤੋਂ ਪਤਾ ਲੱਗ ਰਿਹਾ, ਅਸੀਂ ਜਾ ਰਹੇ ਹਾਂ, ਅਸੀਂ ਪਹੁੰਚ ਰਹੇ 11-11:30 ਵਜੇ ਕਿ ਜੀ ਡੈਥ ਹੋ ਗਈ। ਰਾਣੀ ਜੀ ਦੀ ਬੇਟੀ ਇਮੀਡੀਏਟਲੀ ਉਸੇ ਦਿਨ ਵਾਪਸ ਇਟਲੀ ਤੋਂ ਆ ਗਈ ਜੀ। ਗੱਡੀ ਉਹਨਾਂ ਦੀ ਬੇਟੀ ਨੂੰ ਲੈਣ 에ਅਰਪੋਰਟ ਚਲੇ ਗਈ। ਮੇਰੇ ਡੈਡੀ ਲਈ ਗੱਡੀ ਨਹੀਂ ਸੀ, ਐਂਬੂਲੈਂਸ ਸੀ। ਐਡਾ ਸਟਾਰ ਜਿਹਦੇ ਘਰੇ 4 ਗੱਡੀਆਂ ਖੜੀਆਂ, ਉਹ ਸਿਰਫ ਐਂਬੂਲੈਂਸ ਦੀ ਵੇਟ ਕਰਦੇ ਰਹਿ ਗਏ। ਐਂਬੂਲੈਂਸ ਦੀ ਥੋੜ ਪੈ ਗਈ, ਉਹਨਾਂ ਲਈ ਤਾਂ 36 ਗੱਡੀਆਂ ਹਾਜ਼ਰ ਸੀ। ਉਹਨਾਂ ਦੀ ਬੇਟੀ ਆ ਰਹੀ ਸੀ, ਇੱਕਦਮ ਹੀ ਬੇਟੀ ਆ ਗਈ। ਬੇਟੀ ਨੂੰ ਸੁਪਨਾ ਆ ਗਿਆ ਕਿ ਹਾਂਜੀ ਉਹ ਐਕਸਪਾਇਰ ਹੋ ਗਏ। ਇਹ ਚੀਜ਼ ਮੈਨੂੰ ਸਮਝ ਨਹੀਂ ਆਉਂਦੀ। ਇਹ ਇਤਫਾਕ ਤਾਂ ਨਹੀਂ ਹੋ ਸਕਦਾ। ਕੁਛ ਚੀਜ਼ਾਂ ਅਸੀਂ ਸੋਚਣਾ ਨਹੀਂ ਸੀ ਚਾਹੁੰਦੇ, ਸਾਡੇ ਮਾਈਂਡ 'ਚ ਬਿਲਕੁਲ ਨਹੀਂ ਸੀ। ਪਰ ਜਿਹੜੇ ਹੁਣ ਰਾਣੀ ਜੀ ਦੇ ਬਿਆਨ ਆ ਰਹੇ ਬਾਰ-ਬਾਰ ਲਾਈਵ ਹੋ ਕੇ, ਕਦੇ ਕਿਸੇ ਤਰੀਕੇ ਨਾਲ, ਉਹ ਸਾਨੂੰ ਵੀ ਸੋਚਣ 'ਚ, ਹੁਣ ਉਹ ਆਪਣੇ ਆਪ ਹੀ ਸਾਨੂੰ ਸੋਚਣ ਲਈ ਮਜਬੂਰ ਕਰ ਰਹੇ ਨੇ ਕਿ ਇੰਨਾ ਕੁਛ ਉਹ ਕਰ ਕਿਉਂ ਰਹੇ ਨੇ। ਜੇ ਉਹ ਕਹਿੰਦੇ ਜੀ ਮੈਂ ਇੱਕ ਆਰਟਿਸਟ ਸੀ, ਉਹਨਾਂ ਨਾਲ ਗਾਉਂਦੀ ਸੀ, ਠੀਕ ਹੈ, ਗਾਉਂਦੇ ਸੀ, ਫਿਰ ਤੁਸੀਂ ਹੱਕ ਕਾਹਦਾ ਰੱਖਦੇ ਹੋ? ਅਗਰ ਤੁਸੀਂ ਹੱਕ ਰੱਖਦੇ ਹੋ ਤਾਂ ਉਹਨੂੰ ਪ੍ਰੂਫ ਕਰੋ ਵੀ ਤੁਹਾਡਾ ਕੀ ਹੱਕ ਸੀ। ਤੁਸੀਂ ਰਿਲੇਸ਼ਨ ਪ੍ਰੂਫ ਕਰੋ। ਕਦੇ ਤਾਂ ਤੁਸੀਂ ਕਹਿੰਦੇ ਜੀ ਮੈਂ ਉਹਨਾਂ ਦੀ ਬੇਟੀ ਵਰਗੀ ਸੀ, ਚਲੋ ਮੰਨ ਲੈਂਦੀ ਹਾਂ ਬੇਟੀ ਵਰਗੀ ਸੀ। ਕਦੇ ਤਾਂ ਜਿੱਥੇ ਜੀ ਸੰਸਕਾਰ ਉੱਥੇ ਲਿਖਾਇਆ ਜੀ ਇਹ ਪੋਤਾ ਹੈ ਉਹਨਾਂ ਦਾ ਬੇਟਾ, ਆਕਾਸ਼ਦੀਪ ਗੁਰੀ ਕਹਿੰਦੇ ਨੇ ਉਹਨੂੰ, ਮੈਨੂੰ ਆਕਾਸ਼ਦੀਪ ਬਾਅਦ 'ਚ ਪਤਾ ਲੱਗਿਆ ਜੀ ਇਹ ਕੌਣ ਹੈ। ਕਹਿੰਦੇ ਜੀ ਪੋਤਾ ਹੈ। ਜੇ ਪੋਤਾ ਤਾਂ ਉਹਨੂੰ ਕਿਵੇਂ ਹੋਏ? ਅਗਰ ਉਹ ਕਹਿੰਦੇ ਜੀ ਮੈਂ ਬੇਟੀ ਹਾਂ ਤੇ ਫਿਰ ਉਹ ਪੋਤਾ ਕਿੱਦਾਂ ਹੋਇਆ?
ਸੈਕਿੰਡ ਜਿਸ ਦਿਨ ਭੋਗ ਪਿਆ ਉਸ ਦਿਨ ਅਸੀਂ ਅਚੰਭੇ 'ਚ ਰਹਿ ਗਏ ਅਸੀਂ, ਕਿਉਂਕਿ ਜੋ ਵੀ ਪਰਮਾਤਮਾ ਦੀ ਹਜ਼ੂਰ 'ਚ ਅਸੀਂ ਵਿਘਨ ਨਹੀਂ ਪਾਉਣਾ ਚਾਹੁੰਦੇ। ਉਹਨਾਂ ਨੇ ਲਿਖਾਇਆ ਜੀ ਪਾਠ ਰਖਾਇਆ ਕਰਤਾਰ ਰਮਲਾ ਵਾਈਫ ਆਫ ਨਵਜੋਤ ਰਾਣੀ। ਜੋ ਵਾਈਫ ਸੀ ਫਿਰ ਬੇਟੀ ਕਿੱਦਾਂ ਸੀ, ਬੇਟੀ ਅੱਛਾ ਸੀ। ਜੀ, ਭੋਗ ਦੇ ਵਿੱਚ ਪਾਠੀ ਸਿੰਘ ਵੱਲੋਂ ਇਹ ਅਨਾਉਂਸ ਕੀਤਾ ਗਿਆ ਕਿ ਕੀਤਾ ਗਿਆ ਜੀ ਅਸੀਂ ਉੱਥੇ ਸੀ, ਸਾਨੂੰ ਸ਼ਾਰਟ ਲੱਗਿਆ ਇਸ ਗੱਲ ਦਾ। ਬਾਅਦ ਵਿੱਚ ਸਾਨੂੰ ਬਹੁਤ ਸ਼ਾਰਟ ਲੱਗਿਆ ਵੀ ਇਹ ਯਾਰ ਪਾਠੀ ਨੇ ਕੀ ਕਹਿਤਾ। ਸਰ ਦੁਬਾਰਾ ਰਿਪੀਟ ਕਰਦਾ ਜੀ, ਪਾਠੀ ਨੇ ਕੀ ਕਿਹਾ ਸੀਗਾ? ਪਾਠੀ ਸਾਹਿਬ ਨੇ ਜਿਵੇਂ ਅਰਦਾਸ ਕੀਤੀ ਜਾਂਦੀ ਹੈ ਵੀ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਆਪਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਕਰਦੇ ਹਾਂ, ਤਾਂ ਪਾਠੀ ਸਾਹਿਬ ਨੇ ਇਹ ਕਿਹਾ ਵੀ ਇਹ ਜਿਹੜਾ ਪਾਠ ਹੈ ਰਮਲਾ ਸਾਹਿਬ ਦੇ ਨਿਮਿਤ, ਜਿਵੇਂ ਵੀ ਉਹਨਾਂ ਦੀ ਅੰਤਿਮ ਅਰਦਾਸਾਂ ਦੇ ਲਈ ਉਹਨਾਂ ਦੀ ਪਤਨੀ ਨਵਜੋਤ ਕੌਰ ਨੇ ਰਖਾਇਆ। ਇਹ ਗੱਲ ਮੇਰੇ ਸਾਹਮਣੇ ਹੋਈ ਹੈ, ਜੋ ਕਿ ਅਸੀਂ ਬਹੁਤ ਸ਼ੌਕਿੰਗ ਹੋ ਗਏ ਸੀ। ਫਿਰ ਅਸੀਂ ਇਸ ਗੱਲ ਨੂੰ ਵੀ ਥੋੜ੍ਹਾ ਜਿਹਾ ਇਗਨੋਰ ਜਾਈ ਕਰਤਾ ਵੀ ਚਲੋ ਯਾਰ ਵੀ ਪਾਠੀ ਹੈ, ਉਹਨੂੰ ਕਿਸੇ ਨੇ ਲਿਖਾਤਾ ਹੋਣਾ ਵੀ ਭੇਜਿਆ। ਜਦ ਬੰਦਾ ਅਰਦਾਸ ਕਰਦਾ ਉਦੋਂ ਕਈ ਚੀਜ਼ਾਂ ਹੋ ਜਾਂਦੀਆਂ, ਇਹੋ ਜਿਹੀਆਂ ਮਿਸਟੇਕਸ ਹੋ ਜਾਂਦੀਆਂ, ਅਤੇ ਅਸੀਂ ਤਾਂ ਉਹਨੂੰ ਲਾਈਟ ਲੈ ਲਿਆ। ਅਸੀਂ ਤਾਂ ਨਹੀਂ ਉਹਨਾਂ ਦੇ ਕੋਈ ਪਰਚਾ ਦਿੱਤਾ ਵੀ ਤੁਸੀਂ ਇਸ ਗੱਲ ਲਈ ਵੀ ਪਾਠ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਪਤਨੀ ਕਿਵੇਂ ਕਰਵਾ ਲਿਆ। ਅਸੀਂ ਉਸ ਟਾਈਮ ਵੀ ਰੌਲਾ ਪਾ ਸਕਦੇ ਯਾਰ, ਜੇ ਅਸੀਂ ਰੌਲਾ ਪਾਉਣਾ ਅਸੀਂ ਪਾਉਣਾ ਹੀ ਨਹੀਂ। ਮੇਰੀ ਪੁਰਜੋਰ ਜਨਤਾ ਅੱਗੇ ਬੇਨਤੀ ਹੈ ਵੀ ਅਸੀਂ ਰੌਲਾ ਨਹੀਂ ਪਾਉਣਾ। ਜੇ ਨਹੀਂ ਤਾਂ ਮੈਂ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾ ਕੇ ਕਹਿੰਦਾ, ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਮਿਤ ਜਿਨ੍ਹਾਂ ਦੇ ਮੂਹਰੇ ਇੰਨੀ ਦੁਨੀਆ ਝੁਕਦੀ ਹੈ, ਇੰਨੀਆਂ ਸੰਸਥਾਵਾਂ ਖੜੀਆਂ ਨੇ, ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਉੱਤੇ ਉਹਨਾਂ ਨੇ ਇਹ ਗੱਲ ਕਿਵੇਂ ਐਕਸੈਪਟ ਕਰ ਲਈ ਉਸ ਨਵਜੋਤ ਜੀ ਨੇ ਕਿ ਜਦੋਂ ਪਾਠੀ ਕਹਿ ਰਿਹਾ ਕਿ ਇਹ ਰਮਲਾ ਸਾਹਿਬ ਜੀ ਦੀ ਘਰ ਵਾਲੀ ਨੇ, ਮਤਲਬ ਪਤਨੀ ਨੇ, ਨਵਜੋਤ ਕੌਰ ਨੇ ਇਹ ਪਾਠ ਲਾਇਆ। ਠੀਕ ਹੈ, ਨਵਜੋਤ ਕੌਰ ਨੇ ਆਬਜੈਕਸ਼ਨ ਨਹੀਂ ਕੀਤਾ ਉਸ ਵੇਲੇ ਕਿਤੇ ਨਾ ਕਿਤੇ? ਜਦ ਕਿ ਉਹਨਾਂ ਨੂੰ ਇਸ ਗੱਲ ਦਾ ਆਬਜੈਕਸ਼ਨ ਕਰਨਾ ਚਾਹੀਦਾ ਸੀ। ਸਾਡੇ ਬਜਾਏ ਉਹਨਾਂ ਨੂੰ ਕਹਿ ਸਕਦੀ ਸੀ ਕਿ ਬਾਬਾ ਜੀ ਤੁਹਾਡੇ ਤੋਂ ਮਿਸਟੇਕ ਹੋਈ ਹੈ, ਐਦਾਂ ਨਹੀਂ ਐਦਾਂ। ਬਿਲਕੁਲ ਨਹੀਂ ਉਹਨਾਂ ਨੇ ਆਬਜੈਕਸ਼ਨ ਕੀਤੀ। ਅਸੀਂ ਇਸ ਗੱਲ ਤੇ ਹੈਰਾਨ ਰਹਿ ਗਏ। ਤੁਸੀਂ ਚਾਹੋ ਤਾਂ ਮੈਂ ਗਵਾਹ ਖੜੇ ਕਰ ਦਾਂਗੀ, 2-3 ਵਾਰੀ ਡੈਡੀ ਲੜਕੇ ਰਾਣੀ ਜੀ ਤੋਂ ਮੇਰੇ ਘਰੇ ਡੁਗਰੀ ਆਏ ਜੀ, ਰਹੇ 6-6 7-7 ਦਿਨ ਕੱਪੜੇ ਦੇ ਕੇ, ਬਹੁਤ ਲੜੇ। ਮੈਨੂੰ ਨਹੀਂ ਪਤਾ ਕਿਸ ਗੱਲ ਤੇ। ਚਲੋ ਜੀ ਨਹੀਂ, ਉਹਨਾਂ ਨੇ ਵਿੱਚ ਸਿੰਗਰਾਂ ਦੀ ਖੋਜ ਵੀ ਕੀਤੀ ਕਿ ਮੈਨੂੰ ਸ਼ਾਇਦ ਕੋਈ ਲੇਡੀ ਸਿੰਗਰ ਕੋਈ ਹੋਰ ਮਿਲ ਜਾਏ, ਮੈਂ ਉਹਦੇ ਨਾਲ ਗੀਤ ਆਊਂਗਾ। ਉੱਥੇ ਵੀ ਅਸੀਂ ਸਮਝਾਇਆ ਵੇ ਸੇ ਪਾਪਾ ਕਿ ਪਹਿਲਾਂ ਤੁਸੀਂ ਰਾਜੂ ਨਾਲ ਗਾਉਂਦੇ ਸੀ, ਠੀਕ ਹੈ ਵਧੀਆ ਗਾਉਂਦੀ ਸੀ, ਬਟ ਉਹ ਇੱਕ ਬੱਚੀ ਟਾਈਪ ਤੁਹਾਡੀ ਜੋੜੀ ਅੱਛੀ ਨਹੀਂ ਸੀ ਲੱਗਦੀ, ਕਿਉਂਕਿ ਸਟੇਜ ਵੀ ਕੋਈ ਚੀਜ਼ ਹੈ ਜੀ ਜਿੱਥੇ ਚੜ੍ਹਦੇ ਹੋ। ਠੀਕ ਹੈ, ਨਵਜੋਤ ਰਾਣੀ ਜੀ ਨਾਲ ਤੁਸੀਂ ਗਾਉਂਦੇ, ਇੱਕ ਮੈਚਿਓਰਟੀ ਹੈ ਤੁਹਾਡੇ 'ਚ, ਕਿਉਂਕਿ ਉਹ ਵੀ ਮੈਚੋਰ ਨੇ, ਤੁਸੀਂ ਮੈਚੋਰ, ਉਹ ਵੀ ਫੈਮਿਲੀ ਵਾਲੇ, ਤੁਸੀਂ ਫੈਮਿਲੀ ਵਾਲੇ, ਵੀ ਇਹਦੇ 'ਚ ਕੋਈ ਪ੍ਰੋਬਲਮ ਨਹੀਂ। ਤੁਸੀਂ ਜੋੜੀ ਨਾ ਖਰਾਬ ਕਰੋ। ਅਗਰ ਤੁਹਾਡਾ ਕੋਈ ਇੱਦਾਂ ਦਾ ਮੈਟਰ ਹੈ ਤਾਂ ਤੁਸੀਂ ਬੈਠ ਕੇ ਸੋਲਵ ਕਰ ਲਓ। ਸਿੰਗਿੰਗ ਕਰਨੀ ਹੈ, ਉਹਨਾਂ ਦਾ ਵੀ ਘਰ ਸਿੰਗਿੰਗ 'ਤੇ ਚੱਲਦਾ, ਤੁਹਾਡਾ ਵੀ ਸਿੰਗਿੰਗ 'ਤੇ ਚੱਲਦਾ। ਅਸੀਂ ਤਾਂ ਈਵਨ ਕਿ ਉਹਨਾਂ ਨੂੰ ਇਹ ਸਮਝਾਉਂਦੇ ਰਹੇ, ਕਿਉਂਕਿ ਰਾਣੀ ਜੀ ਨਾਲ ਸਾਨੂੰ ਪ੍ਰੋਬਲਮ ਹੀ ਕੋਈ ਨਹੀਂ ਸੀ। ਜੇ ਪ੍ਰੋਬਲਮ ਹੋਵੇ ਤਾਂ ਅਸੀਂ ਕਹੀਏ ਸਾਨੂੰ ਪ੍ਰੋਬਲਮ ਸੀ, ਪਰ ਹੁਣ ਉਹ ਅਚਾਨਕ ਹੀ ਸਾਡੇ ਤੇ ਪਰਚਾ ਦੇਤਾ। ਸਾਨੂੰ ਬਿਲਕੁਲ ਵੀ ਪਤਾ ਨਹੀਂ ਕਿ ਪਰਚਾ ਹੈ। ਸਾਨੂੰ ਜਸਟ 2 ਦਿਨ ਪਹਿਲਾਂ ਪਤਾ ਲੱਗਿਆ ਜੀ, ਫੋਨ ਆਇਆ ਜੀ ਤੁਹਾਡੀ ਤਰੀਕ ਹੈ ਸ਼ਾਰਟ। ਕਈ ਵਾਰੀ ਬੰਦਾ ਐਸੀ ਜਗ੍ਹਾ ਜਾਂਦਾ ਹੁੰਦਾ ਕਿ ਬੰਦਾ ਕਨਫਿਊਜ਼ ਹੋ ਜਾਂਦਾ ਹੈ। ਅਸੀਂ ਹੈਗੇ ਰੋਜ਼ ਕੰਮ ਕਰਨ ਵਾਲੇ ਬੰਦੇ, ਸਾਡੇ ਕੋਲ ਇੰਨਾ ਫालतू ਟਾਈਮ ਨਹੀਂ ਹੈ ਕਿ ਅਸੀਂ ਜਾਈਏ। ਫਿਰ ਸਾਨੂੰ ਜਾਣਾ ਪਿਆ। ਅਸੀਂ ਕਿੱਦਾਂ ਗਏ, ਕਿਹੜੀ ਸਿਚੁਏਸ਼ਨ ਹੈ ਗਈ, ਉਹ ਅਸੀਂ ਜਾਣਦੇ ਹਾਂ, ਸਾਡਾ ਕੰਮ ਜਾਣਦਾ। ਡਿਊਟੀ ਵਾਲਾ ਆਨਲਾਈਨ ਕੰਮ ਕਰ ਰਿਹਾ ਇਨਸਾਨ ਇੱਕ ਜਾਏ, ਉਹਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ। ਉਹਦੀ ਡਿਊਟੀ 'ਤੇ ਜ਼ਿੰਦਗੀ 'ਚ ਬਹੁਤ ਇਫੈਕਟ ਪੈਂਦਾ ਹੈ। ਫਿਰ ਇਹ ਸਾਰਾ ਸਾਨੂੰ ਹਰਾਸ਼ਮੈਂਟ ਹੈ। ਸੈਕਿੰਡ ਇਹ ਹੈ ਕਿ ਉਹਨਾਂ ਨੇ ਫਟਾਫਟ ਜੀ ਪਾਪਾ ਦਾ ਸਿਮ ਆਪਣੇ ਨਾਂ 'ਤੇ ਕਨਵਰਟ ਕਰਾ ਲਿਆ। ਵਾਏ ਕਿਉਂ, ਕਾਹਦੇ ਲਈ ਇੰਨੀ ਕਾਹਲੀ ਕਰਨ ਦੀ ਕੀ ਲੋੜ ਪਈ? ਸਿਮ ਤਾਂ ਤੁਹਾਡੇ ਕੋਲ ਸੀ, ਅਸੀਂ ਕਿਹੜਾ ਮੰਗਦੇ ਸੀ। ਇੱਥੇ ਮੈਂ ਇੱਕ ਬੜੀ ਬਹੁਤ ਵਧੀਆ ਆਮ ਜਨਤਾ ਨੂੰ, ਜਾਂ ਜਿਹੜੇ ਲੋਕੀ ਉਹਨਾਂ ਬਾਰੇ, ਰਮਲਾ ਸਾਹਿਬ ਬਾਰੇ ਜਾਂ ਮੇਰੇ ਪਿਤਾ ਜੀ ਬਾਰੇ, ਜਾਂ ਉਹਨਾਂ ਦੇ ਕਈ ਫੈਨਸ ਦੇ ਗੁਰੂ ਵੀ ਨੇ, ਉਹ ਉਸਤਾਦ ਜੀ, ਬਾਪੂ ਜੀ, ਜਾਂ ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹੂੰਗਾ ਜਿਹੜੇ ਉਹਨਾਂ ਦਾ ਅਸਲਾ ਬਣਿਆ ਸੀਗਾ, ਉਹਦਾ ਲਾਇਸੈਂਸ ਜਿਹੜਾ ਬਣਿਆ ਉਹ HJ 483 ਦੇ ਨੰਬਰ ਤੋਂ, ਜੋ ਕਿ ਲੁਧਿਆਣੇ ਦਾ। ਜੇ ਉਹਨਾਂ ਦਾ ਆਧਾਰ ਕਾਰਡ, ਵੋਟਰ ਕਾਰਡ ਅੱਜ ਵੀ ਬੋਲਦਾ ਤਾਂ ਲੁਧਿਆਣੇ 'ਚ ਬੋਲਦਾ ਹੈ। ਫਰੀਦਕੋਟ ਉਹਨਾਂ ਨੂੰ ਅਸੀਂ ਭੇਜਿਆ ਸੀਗਾ ਜਦੋਂ ਸਾਡੀ ਆਪਸ ਵਿੱਚ ਬੈਠ ਕੇ ਡਿਸਕਸ ਹੋਈ ਹੈ ਵੀ ਤੁਸੀਂ ਇੰਨੀ ਦੂਰ ਟਰੈਵਲ ਕਰਦੇ ਹੋ, ਨਹੀਂ ਜਾਣੇ ਰਾਸਤੇ ਦੇ ਵਿੱਚ ਕੁਝ ਹੋ ਜੇ, ਇਹਦੇ ਨਾਲੋਂ ਤਾਂ ਚੰਗਾ ਤੁਸੀਂ ਉੱਥੇ ਰਹਿ ਲਿਆ ਕਰੋ, ਕਿਉਂਕਿ ਤੁਸੀਂ ਜਾਣਾ ਹੀ, ਕਿਉਂਕਿ ਆਪਣੇ ਪੰਜਾਬ ਦੇ ਜਿੰਨੇ ਸਭ ਤੋਂ ਵੱਧ ਖਾੜੇ ਆ ਇਹ ਸਾਰੇ ਲੱਗਦੇ ਹੀ ਮੋਗਾ ਸਾਈਡ ਆ। ਇਹ ਖਾੜੇ ਉਧਰ ਜ਼ਿਆਦਾ ਲੱਗਦੇ ਨੇ, ਤਾਂ ਕਰਕੇ ਉਹਨਾਂ ਨੂੰ ਜ਼ਿਆਦਾ ਟਰੈਵਲ ਨਾ ਕਰਨਾ ਪਵੇ, ਇਹਦੇ ਕਰਕੇ ਉਹ ਉੱਥੇ ਲਾਗੇ ਰਹਿ ਰਹੇ ਸੀਗੇ। ਨਹੀਂ ਜੀ, ਉਹਨਾਂ ਨੂੰ ਅਸੀਂ ਕਿਹਾ ਸੀਗਾ, ਇਹ ਰਿਕੁਐਸਟ ਸਾਡੀ ਹੈ। ਇਹ ਬਹੁਤ ਲੋਕਾਂ ਨੂੰ ਘੱਟ ਪਤਾ ਹੈ। ਇਹ ਲੋਕੀ ਮਗਜ ਮਾਰੀ ਜਾਂਦੇ ਆ ਵੀ ਉਹ ਉੱਥੇ ਰਹਿੰਦਾ ਸੀ ਜੀ, ਉੱਥੇ ਰਹਿੰਦਾ ਸੀ। ਉਹ ਤਾਂ ਯਾਰ ਅਸੀਂ ਕਿਹਾ ਵਾ ਸੀ ਉਹਨਾਂ ਨੂੰ ਵੀ ਤੁਸੀਂ ਉੱਥੇ ਰਹਿ ਕਰੋ, ਇੰਨਾ ਟਰੈਵਲ ਨਾ ਕਰਿਆ ਕਰੋ, ਕਿਉਂਕਿ ਬਹੁਤ ਲੋਕਾਂ ਨੂੰ। ਮੈਨੂੰ ਇਹ ਦੱਸੋ, ਜੇ ਅੱਜ ਆਪਾਂ ਫਰੀਦਕੋਟ ਤੋਂ ਫਾਜ਼ਿਲਕਾ ਦੇ ਬਾਰਡਰ ਏਰੀਏ ਸਾਈਡ ਕਿਤੇ ਜਾਂਦੇ ਹਾਂ ਤਾਂ ਕਿੰਨੇ ਕਿਲੋਮੀਟਰ ਪੈਂਦਾ?
ਜੇ ਅਗਰ ਜਿੰਨੇ ਕਿਲੋਮੀਟਰ ਵੀ ਯਾਰ ਤੁਸੀਂ ਕਹਿ ਦਿਓਗੇ ਉਸ ਦੇ ਵਿੱਚ ਘੱਟੋ ਘੱਟ ਨਹੀਂ 60 ਕਿਲੋਮੀਟਰ ਲੁਧਿਆਣੇ ਦਾ ਹੋਰ ਸਫ਼ਰ ਪਾ ਲਓ, ਫਿਰ ਰਾਤ ਦਾ ਸਫ਼ਰ ਪਾ ਲਓ। ਕਈ ਕੁਛ ਜਿਹੜੇ ਵਿਆਹ ਆ ਆਪਣੇ ਲੇਟ ਹੋ ਜਾਂਦੇ ਆ। ਆਪਣੇ ਬਹੁਤ ਸਾਰੇ ਦੋਸਤਾਂ ਨੂੰ, ਬਹੁਤ ਸਾਰੀ ਉਹਦੀ ਆਡੀਅנס ਨੂੰ ਪਤਾ ਹੈ ਕਿ ਰਮਲਾ ਸਾਹਿਬ ਤੋਂ ਸੁਣਦਿਆਂ ਕਈ ਵਾਰੀ ਰਾਤ ਪੈ ਜਾਂਦੀ ਸੀਗੀ, ਅਤੇ ਉਹ ਰਾਤ ਨੂੰ ਆਪ ਡਰਾਈਵ ਕਰਦੇ, ਕਦੇ ਡਰਾਈਵਰ ਤੋਂ ਡਰਾਈਵ ਕਰਾਉਂਦੇ ਸੀ। ਕਈ ਵਾਰੀ ਮਿਸਟੇਕਸ ਹੋ ਜਾਂਦੀਆਂ। ਪਿੱਛੇ ਜੇ ਉਹਨਾਂ ਦਾ ਥੋੜ੍ਹਾ ਚਿਰ ਹੀ ਹੋ ਗਿਆ ਕਿ ਉਹਨਾਂ ਦੀ ਡੈਥ ਤੋਂ ਬਹੁਤ ਪਹਿਲਾਂ ਇੱਕ ਉਹਨਾਂ ਦਾ ਐਕਸੀਡੈਂਟ ਵੀ ਹੋਇਆ ਸੀਗਾ ਜਿੱਥੇ ਗੱਡੀ ਪਲਟ ਗਈ ਸੀਗੀ, ਉਹ ਵੀ ਫਰੀਦਕੋਟ ਹੀ। ਅਤੇ ਅਸੀਂ ਇਹੋ ਜਿਹੀਆਂ ਚੀਜ਼ਾਂ ਤੋਂ ਡਰਦਿਆਂ ਨੇ ਉਹਨਾਂ ਨੂੰ ਕਿਹਾ ਸੀ ਵੀ ਚਲੋ ਤੁਸੀਂ ਉੱਥੇ ਰਹਿ ਲਿਆ ਕਰੋ। ਨਵਜੋਤ ਜੀ ਨੇ ਸਾਨੂੰ ਆਪ ਕਿਹਾ ਸੀ ਵੀ ਇਹ ਮੇਰੇ ਕੋਲੇ ਰਹਿ ਲਿਆ ਕਰਨਗੇ। ਉਸ ਟਾਈਮ ਯਾਰ ਉਦੋਂ ਇਹੋ ਜਿਹੀਆਂ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ ਸਾਡੇ ਨਾਲ ਵੀ ਮੈਂ ਮੁੜ ਕੇ ਇੱਦਾਂ ਕਰੂੰਗੀ ਜਾਂ ਮੈਂ ਤੁਹਾਡੇ 'ਤੇ ਪਰਚਾ ਦੇ ਦੂੰਗੀ, ਜੇ ਇਹਦੀ ਡੈਥ ਹੋ ਗਈ ਮੈਂ ਇੱਦਾਂ ਕਰ ਦੂੰਗੀ, ਮੈਂ ਤੁਹਾਨੂੰ ਕੁਛ ਨਹੀਂ ਦਊਂਗੀ। ਉਸ ਟਾਈਮ ਕਹਿ ਦਿੰਦੇ। ਉਦੋਂ ਤਾਂ ਸਾਡਾ ਪਿਓ ਜਿਉਂਦਾ ਸੀ।